KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ। 7 ਜੁਲਾਈ ਦਾ ਦਿਨ ਹੈ, ਵਰਾ 2020 ਦਾ, ਮੰਗਲਵਾਰ ਹੈ। 23 ਹਾੜ ਨਾਨਕਸ਼ੇ ਸੰਮਤ 552 ਦਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਨਾਲ ਇੱਕ ਛੋਟੀ ਜਿਹੀ ਇੰਟਰਵਿਊ ਅਮਨ ਖਹਿਰਾ ਹੋਰਾਂ ਦੇ ਨਾਲ ਕਰਨੀ ਹੈ। ਦੂਸਰੇ ਦੋਨਾਂ ਹਿੱਸਿਆਂ ਦੇ ਵਿੱਚ 12 ਤੋਂ 1 ਵਜੇ ਤੱਕ ਕੰਟੇਨਰ ਟਰੱਕਰਜ਼ ਐਸੋਸੀਏਸ਼ਨ ਹੈ ਜਿਹੜੀ, ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ, ਉਹ ਅੱਜ ਕੱਲ੍ਹ ਫੇਰ ਆਪਣੇ ਮੈਂਬਰਾਂ ਦੇ ਲਈ ਫੇਰ ਲੜ ਰਹੀ ਹੈ, ਕਿਉਂਕਿ ਕੰਮ ਬਹੁਤ ਘਟ ਗਿਆ। ਕੋਵਿਡ ਦਾ ਬਹਾਨਾ ਬਣ ਗਿਆ। ਕੰਪਨੀ ਦੇ ਟਰੱਕਾਂ ਨੂੰ ਉਹਨਾਂ ਦੇ ਕਹਿਣ ਮੁਤਾਬਕ ਕੰਮ ਮਿਲ ਰਿਹਾ ਤੇ ਜਿਹੜੇ ਓਨਰ ਆਪਰੇਟਰ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ 1-2 ਦਿਨ ਹੀ ਕੰਮ ਮਿਲਦਾ ਤੇ ਉਹਨਾਂ ਦੀਆਂ ਮੁਸ਼ਕਲਾਂ, ਉਹਨਾਂ ਦੀ ਜ਼ੁਬਾਨੀ ਮੈਂ ਸੁਣਨਾ ਚਾਹੁੰਦਾ। 12:20 ਤੇ ਦੱਸਿਓ ਆ ਕੇ ਕਿ ਮੁਸ਼ਕਲ ਕਿੱਥੇ ਹੈ, ਕਿਉਂਕਿ ਇਹ ਤਿੜਕ ਭੈਂਸ 5 ਸਾਲ ਹੋ ਗਏ ਹੁੰਦੀਆਂ ਨੂੰ, 6 ਹੀ ਹੋ ਗਏ 14 ਦੀ। ਹੁਣ ਜੀ ਕਮਿਸ਼ਨਰ ਬਿਠਾ ਦਾਂਗੇ, ਹੁਣ ਕਮਿਸ਼ਨ ਤੁਹਾਡੇ ਤੇ ਸਰਕਾਰ ਦੇ ਵਿੱਚ ਕੰਮ ਕਰੂਗਾ ਤੇ ਹੁਣ ਮੁੰਡੇ ਫੇਰ ਔਖੇ ਆ। ਯੂਨੀਅਨ ਵਾਲੇ ਟਰੱਕ, ਉਹਨਾਂ ਨੂੰ ਕਿੰਨਾ ਕੰਮ ਮਿਲਦਾ? ਮੈਂ ਯੂਨੀਅਨ ਵਾਲਿਆਂ ਨੂੰ ਵੀ ਬੇਨਤੀ ਕਰੂੰ, ਪਲੀਜ਼ ਤੁਸੀਂ ਵੀ ਦੱਸੋ ਆ ਕੇ ਕਿ ਵਾਕਈ ਤੁਹਾਨੂੰ ਵੱਧ ਕੰਮ ਮਿਲਦਾ ਹੈ ਨਾਨ ਯੂਨੀਅਨ ਤੋਂ? ਕਿੰਨਾ ਕੁ ਫਰਕ ਹੈ? ਕਿਉਂਕਿ ਇਹ ਪਲੇਟਫਾਰਮ ਤਾਂ ਸਾਰਿਆਂ ਲਈ ਸਾਂਝਾ ਤੇ ਕੰਪਨੀ ਵਾਲੇ ਵੀ, ਉਹਨਾਂ ਨੂੰ ਵੀ, ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਵੀ ਕੰਪਨੀ ਵਾਲੇ ਟਰੱਕਾਂ ਨੂੰ ਕੰਮ ਮਿਲਦਾ। ਕੰਪਨੀ ਵਾਲੇ ਵੀ ਫੋਨ ਕਰਕੇ ਦੱਸ ਸਕਦੇ ਨੇ ਵਾਕਈ ਇਹ ਗੱਲ ਸਹੀ ਹੈ, ਕਿਉਂਕਿ ਸਾਰਿਆਂ ਨੂੰ ਸਮਾਂ ਮਿਲਣਾ ਚਾਹੀਦਾ। ਇੱਕ ਧਿਰ ਦੀ ਮੈਂ ਗੱਲ ਨਹੀਂ ਕਰਦੇ, ਰਾਜਨੀਤਿਕ ਵੀ ਆ ਕੇ ਦੱਸ ਜਾਣ ਵੀ ਜਿੰਨਾ ਉਹਨਾਂ ਦਾ ਜ਼ੋਰ ਲੱਗਿਆ ਹੈ। ਉਹ ਕਹਿੰਦੇ ਸਾਡੀ ਤਾਂ ਬੱਸ ਹੋਈ ਪਈ ਹੈ, ਇੰਨਾ ਅਸੀਂ ਕੰਮ ਕਰਦੇ ਦਿਨ ਰਾਤ, ਪਰ ਗੱਲ ਸਹੂਤ ਨਹੀਂ ਬਹਿੰਦੀ ਸਾਡੀ, ਸੁਣਦੇ ਨਹੀਂ। ਇਹੀ ਗੱਲ ਹੋ ਗਈ ਵੀ ਕਮਿਸ਼ਨਰ ਸੁਣਦਾ ਹੀ ਨਹੀਂ। ਨਹੀਂ ਤਾਂ ਹੁਣ ਹਰ ਰੋਜ਼ ਕੁੱਕੜ ਖੇ ਉੱਡਦੀ ਹੈ, ਕੌਣ ਅੜਵਾਉਣਾ ਚਾਹੁੰਦਾ। ਜੇ ਕੰਮ ਹੁੰਦੇ ਹੋਣ ਤਾਂ ਹੋ ਸਕਦੇ, ਪਰ ਇੱਕ ਧਾਰਨਾ ਇਹ ਵੀ ਹੈ ਵੀ ਰਾਜਨੀਤਿਕ ਕਹਿੰਦੇ ਅਸੀਂ ਬਹੁਤ ਕੀਤਾ ਇਹਨਾਂ ਨੇ। ਹੁਣ ਮੈਨੂੰ ਨਹੀਂ ਸਮਝ ਲੱਗਦੀ ਵੀ ਜੇ ਕੀਤਾ ਤਾਂ ਫਿਰ ਇਹ ਡਾਂਡਾ ਕਿਉਂ ਮਾਰਦੇ ਆ ਹਰ ਰੋਜ਼? ਉਹ ਕਹਿੰਦੇ ਟੈਕਸੀਆਂ ਵਾਲੇ ਨੇ ਵੀ ਬਹੁਤ ਕੀਤਾ, ਅਸੀਂ 2 ਸਾਲ ਊਬਰ ਨੂੰ ਲਾਤੇ ਜਦ ਤੱਕ ਇਹ ਇਕੱਠੇ ਹੋ ਜਾਂਦੇ। ਉਹਨਾਂ ਦਾ ਕਹਿਣਾ ਇਹ ਹੈ। ਸੋ ਇਹ ਗੱਲ ਹੋਏਗੀ 12 ਤੋਂ 1 ਤੱਕ। 1 ਤੋਂ 2 ਤੱਕ ਭਾਰਤ ਤੋਂ, ਪੰਜਾਬ ਤੋਂ ਆਏ ਸਾਡੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਤੁਹਾਨੂੰ ਝੰਜੋੜ ਕੇ ਰੱਖ ਦਿੰਦੀਆਂ ਜਦ ਕੋਈ ਜਾਨੀ ਨੁਕਸਾਨ ਹੁੰਦਾ। ਕੱਲ ਲਗਰ ਵਰਗੇ ਮੁੰਡੇ ਫੇਰ 2 ਵੈਨਕੂਵਰ ਦੇ ਬਾਹਰ ਘੁੰਮਣ ਗਏ ਤੇ ਉਹਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਹੁਣ ਕੀ ਕਰੀਏ? ਕਿਵੇਂ ਇਹਨਾਂ ਨੂੰ ਰੋਕੀਏ? ਕੀ ਮੁਸ਼ਕਲ ਹੈ ਤੇ ਕਿਸ ਤਰ੍ਹਾਂ? ਹੁਣ ਇਹ ਪਿੱਛੇ ਤਾਂ ਮਾਪਿਆਂ ਦਾ ਰਿਹਾ ਕੱਖ ਨਹੀਂ, ਖਤਮ ਹੋ ਗਈ ਕਹਾਣੀ। ਜਿਹੜੇ ਪੈਸੇ ਧੇਲੇ ਤਾਂ ਜਿਹੜੇ ਗਏ ਤੇ ਪਰ ਜਿਹੜਾ ਜਵਾਕ ਚਲੇ ਗਏ ਉਹਨਾਂ ਦਾ ਬਹੁਤ ਔਖਾ ਹੋ ਗਿਆ। ਤੇ ਹੁਣ ਇਹ ਬਹੁਤ ਭਿਆਨਕ ਸੜਕ ਹਾਦਸਾ ਜਿਹੜਾ ਹੋਇਆ, 2 ਨੌਜਵਾਨਾਂ ਦੀ ਮੌਤ ਹੋਈ ਹੈ। ਮਾਛੀਵਾੜੇ ਦੇ ਗਿਆਨ ਸਿੰਘ ਨੇ, ਦੂਸਰੇ ਮੋਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਨੇ ਗਿਆਨ ਸਿੰਘ ਦੇ। ਇੱਕ ਨੌਜਵਾਨ ਦੀ ਪਹਿਚਾਣ ਮਾਛੀਵਾੜੇ ਦੇ ਗਿਆਨ ਸਿੰਘ ਹੈ ਤੇ ਦੂਸਰਾ ਜਿਹੜਾ ਮੁੰਡਾ, 2 ਮੁੰਡਿਆਂ ਦੀ ਅਸਲ ਮੌਤ ਹੋਈ ਹੈ ਇਹਦੇ ਵਿੱਚ। ਇੱਕ ਤਾਂ ਨਾਮਧਾਰੀ ਮੁੰਡਾ ਗੁਰਭਗਤ ਸਿੰਘ ਦਾ ਤੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਆਇਆ ਸੀ। ਹੁਣ ਇਹ ਹਰ ਗਰਮੀ ਦੇ ਵਿੱਚ ਮੌਤਾਂ ਹੁੰਦੀਆਂ। ਤੁਹਾਨੂੰ ਯਾਦ ਹੈ ਮੈਰਿਟ ਦੇ ਕੋਲ 4 ਮੁੰਡਿਆਂ ਦੀਆਂ ਮੌਤਾਂ ਹੋਈਆਂ। ਹੁਣ ਇਹਦੇ ਚ ਕੀ ਕੀਤਾ ਕੀ ਜਾ ਸਕਦਾ? ਹੁਣ ਇਹ ਨਹੀਂ ਹੈ ਕਿ ਇਹ ਆਏ ਉੱਥੋਂ ਇਹਨਾਂ ਦੀ ਮੌਤ ਹੋ ਗਈ ਤੇ ਇੱਥੋਂ ਕਿਸੇ ਬੱਚੇ ਦਾ, ਸਾਡੇ ਦਾ ਐਕਸੀਡੈਂਟ ਹੋਵੇ, ਉਹਦਾ ਕੋਈ ਫਰਕ ਹੈ? ਜਵਾਕ ਨੇ, ਗਲਤੀਆਂ ਸਾਰੇ ਹੀ ਕਰਦੇ ਆ। ਪਰ ਇਹ ਜਿਹੜਾ ਹੁਣ ਪਰਿਵਾਰ ਕੋਲ ਨਹੀਂ, ਸਾਰਾ ਕੁਝ ਹੀ ਖਰਾਬ ਇੱਕੋ ਵਾਰੇ ਡਿਸਮੈਂਟਲ ਹੋ ਜਾਂਦਾ। ਇਹਦੀ ਗੱਲ ਵੀ ਕਰਾਂਗਾ। ਨਾਲ ਹੀ ਢੀਂਡਸੇ ਉਹਨਾਂ ਨੇ ਅਕਾਲੀ ਦਲ ਵੀ ਬਣਾ ਲਿਆ, ਉਹਦੀ ਵੀ ਖਬਰ ਸਾਂਝੀ ਕਰਨੀ ਹੈ। ਹੁਣ ਬਾਦਲਾਂ ਤੇ ਦੋਸ਼ ਲਾਉਂਦੇ ਨੇ, ਵਾਕਈ ਬਾਦਲਾਂ ਦੇ ਨਾਲ ਸਾਰੀ ਜ਼ਿੰਦਗੀ ਕੱਢੀ ਹੈ ਤੇ ਹੁਣ ਦੋਸ਼ ਜਿਹੜੇ ਲਾਏ ਜਾ ਰਹੇ ਨੇ ਉਹਨਾਂ ਦਾ ਕੋਈ ਫਰਕ ਪੈ ਸਕਦਾ? ਰਾਮੂ ਵਾਲੀਆ ਵੀ ਨਾਲ ਆ ਗਿਆ ਢੀਂਡਸੇ ਦੇ, ਉਹਨਾਂ ਦੇ ਕਹਿੰਦਾ ਗੁੱਡਾ ਤਾਂ ਮੈਂ ਬੰਨਣਾ, ਇਕੱਠ ਮੈਂ ਕਰੂੰਗਾ। ਫੇਰ ਰਾਮੂ ਵਾਲੀ ਉਹ ਵੀ ਇੱਥੇ ਆਉਣਗੇ ਆਇਡੈਂਟੀ ਕਾਰਡ ਬਣਾਉਣ। ਯਾਦ ਆ ਤੁਹਾਨੂੰ? ਆਇਡੈਂਟੀ ਕਾਰਡ ਬਣਾਇਆ ਸੀ, ਆਇਡੈਂਟੀਟੀ ਕਾਰਡ ਨੂੰ ਆਇਡੈਂਟੀ ਕਾਰਡ 400-400 ਖਾਨੀ ਲਿਆ ਸੀ, ਖਾਨੀ 200 ਲਿਆ ਸੀ, ਫੋਟੋਆਂ ਦੀਆਂ ਲਾ ਕੇ ਵੀ ਆਹ ਦਿਖਾ ਦਿਓ, ਏਅਰਪੋਰਟ ਤੇ ਕੋਈ ਨਹੀਂ ਘੇਰੂ। ਕਿੱਡੀ ਗੁਲਾਮੀ ਹੈ।
जदे कट के नोट असीं देते ले भी लाओ फोटोआं साडियां। 144 247 1550 ऑन एयर नंबर है 184424715550। सर्विस होने वाली है हुण फेर स्लिप जा कढ़दा रेडियो बरोजा लगण वाला पटे ते 144 247 1550 krpradio.com ते सीधा प्रसारण चलता है। लोक सत्थ नूं तुसीं सुन सकते हो यूट्यूब ते बाद भी 604 440 64 दफ्तर का नंबर है ते info@krpradio.com ईमेल है 604 729 1224 ये WhatsApp ते टैक्सट लिए मेरा सेल नंबर है। हरजीत सिंह गिल का फेसबुक का अकाउंट जिथे तुसीं नाल रहे हो ऑन एयर नंबर 1844 247 1550 184424715550। अक दियां फंबियां बुढ़ियां माइयां अक दियां फंबियां बुढ़ियां माइयां रल के नाल हवावां आईयां खै लंघण रब दियां जाइयां तेरे पिंड खशबोआं वे उड़ पई धूड़ गिद्धे च पिंड चों उड़ पई धूड़ गिद्धे दे पिंड चों टुट गई चुप सी जीदे चिर तो तैनूं वेखण खातर फिर तो लैंदे आ कनसोआं वे। सानू पुन्निया वर्गियां रातां पाउंदे नाल धरू दियां बातां सोने रंग दियां परवांतां किरनां अर चांदी रंगियां वे। दिन भी तेरे हास्य वर्गे साडी देलिए चानण भर गए सुत्ते लेख जो सुच्चे कर गए चक गए दिल दियां तंगियां वे। लख लख बार दुआवां करके अपनियां खाली बुगचियां भर के लैक तेरे करके हरगे बाजी जिद के जित्ती वे। लै हुण रख लै जां ठुकरा दे भन दे कासे खैर जां पा दे। लै हुण रख लै जां ठुकरा दे भन दे कासे खैर जां पा दे जां इस बन्ने जां उस ला दे आ जिंदड़ी तैनूं दित्ती वे आ जिंदड़ी तैनूं दित्ती वे। सुरिंदर सिंह दाऊ बाजरा लिखदा है भाईचारे दे विच सदा ही लोकाई दी सेवा दे लई कुछ ना कुछ चलदा रहिंदा है। जथेबंदियां बनदियां रहिंदियां ने जथेबंदियां खत्म हुंदियां रहिंदियां ने पर सेवा जिहड़ा वो होनी बहुत जरूरी है। सरबत दा भला नां दी एक संस्था पिछले दिनी बनाई है जिहदे ने इस वीकेंड ते सिटी पार्क वे ते जिथे असल उत्थे जाके पता लगता ठंड च भी मैं कई बार तुहानूं कहा भी जाया करो। घर च बहुत समान बाकी है बाहर पिया हुंदा है बाफर पिया हुंदा है गराज तां तुन्ने पए हुंदे गड्डी खड़न नूं की साइकिल नहीं खड़दा घर च। उही घर है जिहड़ा 20 बरे पहलां 2 बैडरूम की बेसमेंट दे विच हुंदा है। उही घर है जिहड़ा 5000 स्क्वेयर फुट च समान नहीं पूरा हुंदा ते गराज तुन्निया पिया हुंदा। ਉਹਦੇ ਵਿੱਚੋਂ ਕੱਢ ਕੇ ठंड वाले ठंड च दिया करो। गर्मी वालियां भी बहुत थोड़ा कपड़ा लत्ता पिया हो शर्टां पुरानियां टी शर्टां पैंटां ते ट्रैक सूट ते शू वगैरह लैके जाओ कि जाके वेखो 108 तो थल्ले नूं ते साडे सिटी हाल तो उपर नूं किंग जॉर्ज ते 132 वाले पासे जाके वेखियो। तो सरबत दे भला इस संस्था ने वीकेंड ते जाके उन्होंने ईवनिंग सपरे कहने डिनर कराया ते रजिंदर सिंह संघा अवकार सिंह बसरा जसविंदर सिंह चंदी सुखविंदर सिंह सरोआ ते ताज गिल इन्हां ने रल के वीरां ने ये वधिया तरीके नाल इस नूं ऑर्गेनाइज करके ते फोटोआं साझीआं कीतियां। खुशी किन्नी है यार। आपां तां बाफर सिੱਟਦੇ आ अपना हरा ड्रामा जिहड़ा ਉਹ ਭਰਿਆ ਪਿਆ ਹੁੰਦਾ वाधू समान नाल। हुण सौखा है हुण तां 4 महीने हो गए नहीं आह दिनां दे विच हुण विआह शादी दा धूतकड़ा जिहड़ा पैंदा सी ਉਹਦੇ ਵਿੱਚੋਂ ਜਿਹੜੀ ਝੂਠ ਅਸੀਂ ਛੱਡਦੇ ਆ ਉਹਦੇ ਨਾਲ ਤਾਂ ਬੰਦਾ 100-200 ਰੱਜ ਚ। ਹੁਣ ਜਦ ਦੁਬਾਰਾ ਇਹ ਪਾਰਟੀਆਂ ਸ਼ੁਰੂ ਹੋਣਗੀਆਂ ਸਿਆਣਪ ਹੋਏਗੀ ਕੁਛ ਤੇ ਇਹ ਆਪਾਂ ਖਿਆਲ ਰੱਖੀਏ। ਵਿਆਹ ਸ਼ਾਦੀਆਂ ਹੁਣ ਵੀ ਹੋ ਰਹੀਆਂ ਨੇ ਮਰਨੇ ਪਰਨੇ ਸਾਰੇ ਹੋ ਰਹੇ ਨੇ ਤੇ ਪਰਿਵਾਰ ਆਪਣਾ ਨੇੜੇ ਦਿਆਂ ਨੂੰ ਸੱਦ ਕੇ ਵਧੀਆ ਤਰੀਕੇ ਨਾਲ ਮਨਾ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਕੱਠ ਨਾ ਕਰੋ। ਕੱਲ੍ਹ ਨੂੰ ਜਾਂ ਸਰਕਾਰਾਂ ਅਲਾਓ ਕਰਨਗੀਆਂ ਲੋਕਾਂ ਨੇ ਇਕੱਠ ਕਰਨੇ ਹੀ ਨੇ। ਬਹੁਤ ਵੱਡਾ ਸਾਡਾ ਬਿਜ਼ਨਸ ਆ ਇਹ ਵੀ ਚੱਲਣਾ ਚਾਹੀਦਾ ਪਰ ਇਹਦੇ ਤੇ ਹੁਣ ਕੁੰਡਾ ਆਪਾਂ ਨੂੰ ਲਾਉਣਾ ਪੈਣਾ।
ਵੀ ਕੀ 1000 ਬੰਦਾ ਸਾਨੂੰ ਜਾਣਦਾ ਹੁੰਦਾ, ਕੀ 1000 ਬੰਦਾ ਸਾਨੂੰ ਸ਼ੁਭ ਸ਼ਾਮਾਂ ਦੇਣ ਆਇਆ ਹੁੰਦਾ। ਤੁਸੀਂ ਤਾਂ ਹਲੇ ਭਾਈ ਜੀ ਦੀ ਅਰਦਾਸ ਵੀ ਨਹੀਂ ਹੋਈ ਹੁੰਦੀ, ਉੱਥੇ ਬੈਠ ਕੇ ਚਾਹ ਚੂ ਪੀ ਕੇ ਬੈਠੇ ਹੁੰਦੇ ਨੇ ਤੇ ਚੁਗਲੀਆਂ ਉੱਥੇ ਹੀ ਘਰ ਦੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਬੜਾ, ਇਹ ਛੋਟਾ ਹੈ, ਇਹ ਕਿੱਥੋਂ ਪੈਸਾ ਲਿਆਇਆ ਹੋਊ, ਇਹਨੇ ਕਿੱਥੋਂ ਲਿਆਂਦਾ, ਇਹ ਦਿਖਾਉਣ ਨੂੰ ਕਰਦਾ ਤੇ ਬਹੁਤ ਧੂਤ ਕੜਾ ਉੱਡਦਾ। ਜਦੋਂ ਹੀ ਉੱਥੇ ਹੀ ਕਰਨਗੇ ਵੀ ਉਹ ਜਿਹੜੇ ਜਮਾ ਹੀ ਮੁੱਛ ਦਾ ਵਾਲ ਹੁੰਦੇ ਨੇ, ਹਲੇ ਦੂਸਰਾ ਫੇਰ ਨਹੀਂ ਕਰੂ। ਪਰ ਕੋਈ ਨਾ, ਇਹ ਮਾਂ ਨੇ, ਇਹ ਮਾਂ ਜਿਹੜੇ ਨੇ ਨਾ ਦਾਨ ਹੁੰਦੇ ਰਹਿਣ ਤਾਂ ਨਾਲੇ ਨਾਲ ਬੰਦਾ ਕੱਪੜੇ ਧੋਈ ਜਾਵੇ, ਕੁਛ ਨਹੀਂ ਹੁੰਦਾ। ਕਾਲੇ ਮਾਂ ਨੇ ਇਹ, ਉਹ ਵੀ ਪਾਣੀ 'ਚ ਸਿੱਟਦੇ ਹੀ ਆਪਾਂ। ਇਹ ਨਾਲ ਜਿਹੜਾ ਲਾਣਾ ਤੁਰਿਆ ਹੁੰਦਾ ਕਰਦਾ ਉਹੀ ਹੁੰਦਾ ਜਿਹੜੇ ਸਭ ਤੋਂ ਨੇੜੇ ਦੇ ਹੁੰਦੇ। ਤੇ ਇਹਨਾਂ ਨੇ ਵੀਰਾਂ ਨੇ ਜਾ ਕੇ ਬਹੁਤ ਵਧੀਆ ਉੱਥੇ ਸੇਵਾ ਕੀਤੀ ਹੈ। ਤੇ ਇਹ ਜਿਹੜੀ ਖੁਸ਼ੀ ਆ ਕਿਸੇ ਦੇ ਢਿੱਡ ਦੇ ਵਿੱਚ ਕੁਛ ਨਾ ਕੁਛ ਹੋਣਾ ਭੁੱਖੇ ਦੇ, ਉਹ ਬਹੁਤ ਵੱਡੀ ਗੱਲ ਹੈ। ਤੇ ਦੂਸਰੀ ਹੋਈ ਇੱਥੇ ਹੀ ਖੁਸ਼ੀ ਦੀ ਇੱਕ ਗੱਲ ਮੈਂ ਹੋਰ ਪਿਛਲੇ ਦਿਨੀ ਹੋ ਤੱਕ ਵਾਹਵਾ ਦਿਨ ਗਿਆ ਭੁੱਲ ਗਿਆ। ਤੇ ਉਹ ਇਹ ਹੈ ਕਿ ਸ਼ਾਹ ਪਰਮੀਤ ਸਿੰਘ ਬੋਪਾ ਰਾਏ ਨਾਲ ਦਾ ਸਾਡਾ ਪਿੰਡ ਹੈ ਵੱਡੀ ਕਢਾਣੀ, 6ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਜਗ੍ਹਾ, 52 ਕਲੀਆਂ ਦਾ ਚੋਲਾ ਮੀਰੀ ਪੀਰੀ ਦੇ ਮਾਲਕ ਦਾ ਉੱਥੇ ਹੈ। ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਹੈ। ਤੇ ਇੱਕ ਨਿੰਮਸਰ ਗੁਰਦੁਆਰਾ ਜੀ, ਨਿੰਮ ਦੇ ਪੱਤੇ ਮਿੱਠੇ, ਦਾਤਣ ਕੱਟ ਕਰਕੇ ਗੁਰੂ ਸਾਹਿਬ ਨੇ ਗੱਡਤੀ ਤੇ ਉਸ ਨਿੰਮ ਦੇ ਪੱਤੇ ਮਿੱਠੇ ਆ। ਬਿਲਕੁਲ ਰਾੜਾ ਸਾਹਿਬ ਤੋਂ ਜਦ ਪੈਲ ਨੂੰ ਜਾਂਦੇ ਹਾਂ ਸੜਕ ਦੇ ਉੱਪਰੋਂ ਗੁਰਦੁਆਰਾ ਸਾਹਿਬ ਦੇਦਾ 52 ਕਲੀਆਂ ਵਾਲਾ ਚੋਲਾ, ਉਹਨਾਂ ਦੀ ਸੁਨਹਿਰੀ ਪੋਥੀ ਤੇ ਜੋੜੇ ਉਹਨਾਂ ਦੇ ਪਏ ਨੇ। ਜੇ ਕਦੇ ਦਰਸ਼ਨ ਕਰਨ ਜਾਂਦੇ ਹੋ ਜ਼ਰੂਰ ਜਾਇਆ ਕਰੋ। ਉਸ ਪਿੰਡ ਤੋਂ ਸਰਦਾਰ ਪਰਮੀਤ ਸਿੰਘ ਬੋਪਾ ਰਾਏ ਨੇ, ਜਿਨ੍ਹਾਂ ਨੇ ਪਿੱਛੇ ਚੋਣ ਵੀ MLA ਦੀ ਲੜੀ ਸੀ, ਉਹਨਾਂ ਨੂੰ ਅਲਬਰਟਾ NDP ਦਾ ਇੰਟਰਮ ਵਾਈਸ ਪ੍ਰੈਜ਼ੀਡੈਂਟ ਬਣਾਇਆ। ਬਹੁਤ ਵੱਡੀ ਗੱਲ ਹੈ। ਸਿੱਖੀ ਸਰੂਪ ਦੇ ਵਿੱਚ ਨੇ, ਦਮਾਲਾ ਸਜਾ ਕੇ ਰੱਖਦੇ ਨੇ। ਤੇ ਰੈਚਲ ਨੋਟਲੀ ਨੇ ਉਹਨਾਂ ਨੂੰ, ਰੇਚਲ ਨੋਟਲੀ ਨੇ ਇੰਟਰਮ ਵਾਈਸ ਪ੍ਰੈਜ਼ੀਡੈਂਟ ਬਣਾਇਆ। ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਿਰ ਤੇ। ਤੇ ਇਲੈਕਸ਼ਨਾਂ ਦੀ ਤਿਆਰੀ ਹੋ ਰਹੀ ਹੈ। ਅਲਬਰਟਾ ਦੀ ਆਰਥਿਕਤਾ ਬੜੀ ਡਾਮਾਡੋਲ ਆ। ਮੈਨੂੰ 2017 ਦੀ ਗੱਲ ਯਾਦ ਆ, ਜਦ ਕੈਨੀ ਉਹਨਾਂ ਨੇ ਉੱਪਰੋਂ ਆਟਵਾ ਤੋਂ ਮੁੜ ਕੇ ਗੱਲਬਾਤ ਜੀ ਸ਼ੁਰੂ ਕੀਤੀ, ਕਾਰਬਨ ਟੈਕਸ ਲੈਣ ਲੱਗਣ ਵਾਲਾ ਸੀ। 17 ਦੀ ਦਸੰਬਰ ਦੀ ਰਾਤ, 31 ਦਸੰਬਰ ਸੀ, ਤੇ ਗੈਸ ਪਾਉਂਦੇ ਰੈਮ ਦੇ ਟਰੱਕ ਦੇ ਵਿੱਚ ਆਪਣੇ ਪਹਿਲੀ ਵਾਰ ਲਾਈਵ ਹੋ ਕੇ ਕੈਨੀ ਨੇ ਕਿਹਾ, ਕਹਿੰਦਾ ਅੱਜ ਮੈਂ ਤਾਂ ਇਹ ਪਾ ਰਿਹਾ, ਕੱਲ ਨੂੰ ਕਾਰਬਨ ਟੈਕਸ ਵੱਧ ਜਾਣਾ ਤੇ ਮੈਨੂੰ ਪੈਸੇ ਖਾਸੇ ਵੱਧ ਜਾਣੇ। 98 ਲੀਟਰ ਮੇਰੇ ਟਰੱਕ 'ਚ ਤੇਲ ਪੈਂਦਾ। ਮੈਂ ਕਿਹਾ ਲੈ ਬਈ ਮਿੱਤਰਾ, ਇਹ ਹੁਣ ਆਟਵਾ ਤੋਂ ਅਲਬਰਟਾ ਨੂੰ ਆਓ, ਆ ਵੇਖ ਲਓ 3 ਸਾਲਾਂ 'ਚ ਮਾਰ ਗਿਆ ਨਾ ਮੱਕੜਾ। ਇਹ ਰਾਜਨੀਤਿਕ ਬੰਦੇ ਜਦ ਵਾਇਰਲ ਕਰਦੇ ਵੀਡੀਓ, ਕੋਈ ਨਾ ਕੋਈ ਉਹਦਾ ਮਤਲਬ ਹੁੰਦਾ, ਮੁੱਖ ਮੰਤਰੀ ਬਣਿਆ ਫਿਰਦਾ। ਸੋ ਇਸ ਤਰ੍ਹਾਂ ਹੀ ਹੌਲੀ ਹੌਲੀ ਟ੍ਰਾਂਜੀਸ਼ਨ ਕਰਦੇ ਆ। ਫਿਰ ਇਹਨਾਂ ਦੇ ਸਪੀਚ ਰਾਈਟਰ ਹੁੰਦੇ ਆ, ਉਹ ਦੱਸਦੇ ਆ ਕਿਹੜੀ ਗੱਲ ਕਰਨੀ ਹੈ, ਕਿਵੇਂ ਕਰਨੀ ਹੈ, ਕਿੱਥੇ ਕਰਨੀ ਹੈ, ਹੁਣ ਕਿੱਥੇ ਜਾਣਾ ਹੈ, ਆਲੇ ਦੁਆਲੇ ਕੌਣ ਚਾਹੀਦੇ ਨੇ। ਜਿਹੜਾ ਸਿੱਧਾ ਜਿਹਾ ਕੰਮ ਆਪਣੇ ਵਾਂਗੂ ਉਹ ਬਹੁਤ ਘੱਟ ਚੱਲਦਾ, ਵੀ ਚੰਗਾ ਚੰਗਾ, ਮਾੜਾ ਮਾੜਾ, ਬਾਕੀ ਮਰਜ਼ੀ ਤੁਹਾਡੀ। ਰਾਜਨੀਤੀ ਬਹੁਤ ਬਿਖਮ ਪੈਂਦਾ। ਜਦ ਝੂਠੇ ਹੱਥ ਜੋੜਦੇ ਆ ਨਾ, ਉਹ ਗੱਲ ਹਰ ਇੱਕ ਤੋਂ ਨਹੀਂ ਹੁੰਦੀ। ਜੇ ਨਹੀਂ ਕਿਸੇ ਨਾਲ ਬਣਦੀ, ਕਾਹਦੇ ਲਈ ਹੱਥ ਜੋੜਨੇ ਨੇ? ਵਿਚਾਰ ਜਦ ਬਰਾਬਰ ਨਹੀਂ ਤਾਂ ਕਾਹਦੇ ਲਈ ਹੱਥ ਜੋੜਨਾ? ਇਹ ਹੱਥ ਜੋੜਦੇ ਆ, ਨਾਲ ਕਹਿੰਦਾ ਵੀ ਚੰਗਾ ਜਦੋਂ ਮੇਰੇ ਸੂਤ ਆ ਗਿਆ ਦੱਸੂ। ਉਹ ਕਹਾਣੀ ਹੈ। ਇਹ ਗਰਜ ਨਹੀਂ ਰੱਖਦੇ, ਸਾਡੇ ਵਾਲੇ ਰੱਖਦੇ। ਕੋਈ ਨਾ, ਅੱਜ ਤਾਂ ਸੁਣ ਲੈਣੇ ਤੇਰੀ ਪੇਸ਼ੈਂਸ। ਕਹਿੰਦੇ ਸਭ ਤੋਂ ਵੱਡੀ ਜਿੱਤ ਕੀ ਆ? ਕਹਿੰਦੇ ਸਭ ਤੋਂ ਵੱਡੀ ਪੇਸ਼ੈਂਸ। ਪੇਸ਼ੈਂਸ ਦੇ ਨਾਲ ਤੁਸੀਂ ਜਿੱਤ ਸਕਦੇ। ਪਰ ਡਿਵਿਡਾ ਜਿਹੜਾ ਜਿਉਣਾ ਹੈ ਉਹ ਬੜਾ ਔਖਾ ਹੈ। ਕਿਸੇ ਨੂੰ ਕਿਸੇ ਦੀ ਸੁਣ ਕੇ ਦਿਲ ਦੇ ਵਿੱਚ ਉਹਦਾ ਗੋਲਾ ਬਣਾਈ ਫਿਰਨਾ, ਉਹ ਬਹੁਤ ਔਖਾ ਹੈ। ਤੇ ਅਕਾਊਂਟੇਬਿਲਿਟੀ ਬਹੁਤ ਹੈ। ਰਾਜਨੀਤੀ ਸੌਖੀ ਨਹੀਂ, ਇੱਥੇ ਬਹੁਤ ਔਖੀ ਹੈ। ਪਰਮੀਤ ਸਿੰਘ ਬੋਪਾ ਰਾਏ ਨੂੰ ਤੇ ਵੱਡੀ ਕਢਾਣੀ ਦੇ ਸਾਰਿਆਂ ਨੂੰ ਅੱਜ ਵਧਾਈਆਂ ਮੈਂ ਦਿੰਦਾ। ਤੇ ਅਸਲ ਜੂਨ ਦੇ ਮਿਡ ਦੀ ਗੱਲ ਆ, ਮੈਂ ਭੁੱਲ ਗਿਆ ਕਿਤੇ। ਇੰਟਰਮ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਅਲਬਰਟਾ NDP ਨੇ ਬਣਾਇਆ। ਹੁਣ ਅਮਨ ਖਹਿਰਾ ਜੀ ਮੇਰੇ ਨਾਲ ਨੇ CWC ਤੋਂ, ਤੇ ਉਹਨਾਂ ਨਾਲ ਗੱਲਬਾਤ ਹੋਏਗੀ। ਇਮੀਗ੍ਰੇਸ਼ਨ ਬਾਰੇ ਨਵੀਆਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਬਹੁਤ ਸਵਾਲ ਨੇ ਤੁਹਾਡੇ ਆਹ ਦਿਨਾਂ ਦੇ ਵਿੱਚ, ਬੜੀ ਅਨਸਰਟਨਟੀ ਆ ਪੰਜਾਬ ਬੈਠਿਆਂ ਦੀ, ਵਰਕ ਵੀਜ਼ੇ ਵਾਲਿਆਂ ਦੀ, ਸਟੂਡੈਂਟ ਵੀਜ਼ੇ ਵਾਲਿਆਂ ਦੀ ਐਪਲੀਕੇਸ਼ਨਾਂ ਭਰੀਆਂ ਹੋਈਆਂ। ਇੱਧਰੋਂ ਸਰਪੰਚ ਸਾਹਿਬ ਅਮਰੀਕਾ ਵਾਲਾ ਕਹਿੰਦਾ ਜਿਹੜੇ ਆਨਲਾਈਨ ਨੇ ਚੱਕੋ ਸਮਾਨ, ਆਨਲਾਈਨ ਪੰਜਾਬ ਤੋਂ ਜਾ ਕੇ ਕਰਿਓ। ਸੋ ਇੱਥੇ ਦੀ ਗੱਲਬਾਤ ਚੱਲ ਗਈ। ਅਮਨ ਖਹਿਰਾ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ।
ਅੱਛਾ ਜੀ, ਇਹ ਦੱਸਿਓ ਕਿ ਕੈਨੇਡਾ ਤੋਂ ਬਾਹਰ ਜਿੱਥੋਂ ਵੀ ਦੁਨੀਆ ਵਿਜ਼ਟਰ ਵੀਜ਼ੇ ਤੇ ਸਟੂਡੈਂਟ ਵੀਜ਼ੇ ਤੇ ਵਰਕ ਪਰਮਿਟ ਲਈ ਆਉਣਾ ਚਾਹੁੰਦਾ ਹੈ ਤਾਂ ਉਹਨਾਂ ਦੀਆਂ ਐਪਲੀਕੇਸ਼ਨਾਂ ਲੈ ਰਹੇ ਨੇ ਹੁਣ ਹਲੇ ਵੀ ਕੈਨੇਡਾ ਵਾਲੇ? ਜੀ ਬਾਈ ਜੀ, ਬਿਲਕੁਲ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਲਈਆਂ ਜਾ ਰਹੀਆਂ ਨੇ, ਬਟ ਸਿਰਫ ਐਂਡ ਸਿਰਫ ਆਨਲਾਈਨ ਐਪਲੀਕੇਸ਼ਨਸ, ਕਿਉਂਕਿ ਜਿਹੜੇ VAC ਸੈਂਟਰਸ ਹੁੰਦੇ, ਜਿਹੜੇ ਵੀਜ਼ਾ ਪ੍ਰੋਸੈਸਿੰਗ ਸੈਂਟਰਸ ਸਰਕਾਰ ਨੇ ਬਣਾਏ ਹੋਏ ਨੇ, ਉਹ ਕਾਫੀ ਕੰਟਰੀਜ਼ ਦੇ ਵਿੱਚ ਬੰਦ ਨੇ, ਬਟ ਕਾਫੀ ਕੰਟਰੀਜ਼ ਦੇ ਵਿੱਚ ਉਹ ਦੁਬਾਰਾ ਵੀ ਖੁੱਲ੍ਹ ਚੁੱਕੇ ਨੇ। ਸੋ ਜਿੱਥੇ ਦੁਬਾਰਾ ਐਪਲੀਕੇਸ਼ਨ, ਜਿੱਥੇ ਉਹ ਸੈਂਟਰਸ ਜਿਹੜੇ VAC ਸੈਂਟਰਸ ਨੇ ਦੁਬਾਰਾ ਖੁੱਲ੍ਹ ਚੁੱਕੇ ਨੇ, ਉੱਥੇ ਤੁਸੀਂ ਇਨ ਪਰਸਨ ਸਬਮਿਟ ਕਰਾ ਸਕਦੇ ਹੋ। ਜਿਵੇਂ ਕਿ ਦੁਬਈ ਦੇ ਵਿੱਚ ਦੁਬਾਰਾ ਜਿਹੜੀ ਹੈ ਖੁੱਲ੍ਹ ਗਏ ਨੇ। ਸੋ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਹਾਲੇ ਉਹ VAC ਸੈਂਟਰਸ ਖੁੱਲ੍ਹੇ ਨਹੀਂ ਹੈ। ਸੋ ਉਹਨਾਂ ਜਗ੍ਹਾ 'ਤੇ ਤੁਸੀਂ ਜਿਹੜੀ ਐਪਲੀਕੇਸ਼ਨ ਹੈ ਉਹ ਜਿਹੜੀ ਇਨ ਪੇਪਰ ਜਾਂ ਪੇਪਰ ਐਪਲੀਕੇਸ਼ਨ ਜਾਂ ਇਨ ਪਰਸਨ ਜਿਹੜੀ ਐਪਲੀਕੇਸ਼ਨ ਉਹ ਸਬਮਿਟ ਨਹੀਂ ਕਰ ਸਕਦੇ, ਬਟ ਤੁਸੀਂ ਆਨਲਾਈਨ ਐਪਲੀਕੇਸ਼ਨ ਹੀ ਸਬਮਿਟ ਕਰ ਸਕਦੇ ਹੋ। ਸੋ ਸੇਮ ਜਿਹੜੇ ਰੂਲ ਐਗਜ਼ਿਸਟ ਕਰਦੇ ਨੇ ਵਿਦ ਇਨ ਕੈਨੇਡਾ ਵੀ, ਜਿਹੜੀਆਂ ਐਪਲੀਕੇਸ਼ਨਸ ਨੇ ਆਨਲਾਈਨ ਲਈਆਂ ਜਾ ਰਹੀਆਂ ਨੇ, ਔਰ ਤੁਹਾਡਾ ਕੋਈ ਵੀ ਤੁਹਾਡਾ ਸਟੇਟਸ ਹੈ ਜਾਂ ਕਿਸੇ ਕਿਸਮ ਦੀ ਐਪਲੀਕੇਸ਼ਨ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਿਰਫ ਐਂਡ ਸਿਰਫ ਜਿਹੜੀ ਆਨਲਾਈਨ ਐਪਲੀਕੇਸ਼ਨ ਹੈ ਉਹੀ ਐਕਸੈਪਟ ਕੀਤੀ ਜਾ ਰਹੀ ਹੈ। ਅੱਛਾ ਜੀ, ਇਹਦੇ ਨਾਲ ਹੀ ਸਵਾਲ ਪੁੱਛ ਲਵਾਂ ਕਿ ਬਹੁਤਿਆਂ ਦੇ ਉੱਥੇ ਵੀਜ਼ੇ ਲੱਗੇ ਹੋਏ ਸੀ, ਕਿਸੇ ਦੇ ਵਿਜ਼ਿਟ ਵੀਜ਼ੇ ਲੱਗੇ ਸੀ, ਕਿਸੇ ਦਾ ਵਰਕ ਪਰਮਿਟ ਤੇ ਆਉਣਾ ਸੀ, ਕਿਸੇ ਦਾ ਸਟੂਡੈਂਟ ਵੀਜ਼ਾ, ਉਹਨਾਂ ਨੂੰ ਬਹੁਤ ਅਰਾਜਕਤਾ ਹੈ। ਇਹ ਖੁੱਲ੍ਹਦਾ ਲੱਗਦਾ ਨਹੀਂ, ਦੁਬਾਰਾ ਫਿਰ ਸੈਕੰਡ ਵੇਵ ਦੀ ਗੱਲ ਚੱਲ ਰਹੀ ਹੈ। ਉਹਨਾਂ ਵੀਜ਼ਿਆਂ ਦਾ ਕੀ ਹੋਏਗਾ ਜਿਹੜੇ ਬਾਹਰ ਬੈਠੇ ਆ? ਜੀ ਬਿਲਕੁਲ ਬਾਈ, ਜਿਹੜੇ ਸਟੂਡੈਂਟ ਸੀ ਜਿਨ੍ਹਾਂ ਨੂੰ ਵੀਜ਼ਾ ਮਿਲੇ ਹੋਏ ਸੀ ਆਲਰੇਡੀ ਤੇ ਸੈਸ਼ਨ ਆਲਰੇਡੀ ਸਟਾਰਟ ਹੋ ਗਏ ਸੀ, ਉਹਨਾਂ ਲਈ ਸਰਕਾਰ ਨੇ ਪ੍ਰੋਵੀਜ਼ਨ ਚਲਾਇਆ ਸੀ ਵੀ ਆਨਲਾਈਨ ਐਪਲੀਕੇਸ਼ਨ, ਮਾਫ ਕਰਨਾ, ਆਨਲਾਈਨ ਜਿਹੜਾ ਕੋਰਸ ਹੈ ਉਹ ਪੜ੍ਹ ਸਕਦੇ ਨੇ ਸਟੂਡੈਂਟਸ। ਕੈਨੇਡਾ ਤੋਂ ਬਾਹਰ ਬੈਠੇ ਉਹ ਜਿਹੜਾ ਪ੍ਰੋਗਰਾਮ ਹੈ ਉਹ ਕਰ ਸਕਦੇ ਨੇ। ਸੋ ਉਸ ਦੇ ਨਾਲ ਇਹ ਸਮੱਸਿਆ ਸੀ ਕਿਉਂਕਿ ਪੁਰਾਣੇ ਰੂਲ ਦੇ ਹਿਸਾਬ ਨਾਲ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਟੂਡੈਂਟ ਨੂੰ ਦਿੱਤਾ ਜਾਂਦਾ ਜਦੋਂ ਉਹ ਕੈਨੇਡਾ 'ਚ ਆਪਣੀ ਪੜ੍ਹਾਈ ਖਤਮ ਕਰ ਲੈਂਦਾ, ਉਹ ਸਟੂਡੈਂਟਸ ਨੂੰ ਪਰਮਿਟ ਉਦੋਂ ਹੀ ਮਿਲਦਾ ਜਦੋਂ ਉਹ ਇਨ ਪਰਸਨ ਆ ਕੇ ਕੈਨੇਡਾ ਦੇ ਵਿੱਚ ਪੜ੍ਹਦੇ ਨੇ। ਸੋ ਸਰਕਾਰ ਨੇ ਉਹ ਰੂਲ ਦੇ ਵਿੱਚ ਵੀ ਤਬਦੀਲੀ ਕੀਤੀ ਔਰ ਫਿਰ ਅਲਾਓ ਕੀਤਾ ਵੀ ਜੇ ਸਟੂਡੈਂਟ 50% ਤੱਕ ਜਿਹੜਾ ਪ੍ਰੋਗਰਾਮ ਹੈ ਆਨਲਾਈਨ ਪੜ੍ਹ ਸਕਦਾ, ਪਰ ਜਿਹੜਾ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾਏਗਾ ਉਹ ਪੂਰੇ ਸਮੇਂ ਦਾ ਦਿੱਤਾ ਜਾਏਗਾ। ਜਿਵੇਂ ਕਿ 1 ਸਾਲ ਕੋਈ ਸਟੂਡੈਂਟ ਪੜ੍ਹਦਾ ਤਾਂ ਉਹਨੂੰ 1 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਜੇ ਕੋਈ ਸਟੂਡੈਂਟ 2 ਸਾਲ ਕੈਨੇਡਾ ਦੇ ਵਿੱਚ ਪੜ੍ਹਦਾ ਤਾਂ ਉਹਨੂੰ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਇਸ ਦੇ ਨਾਲ ਮੈਂ ਇਹ ਵੀ ਦੱਸਦਾ ਗਿੱਲ ਸਾਹਿਬ, ਹਰੇਕ ਕਾਲਜ ਦੇ ਵਿੱਚ ਪੜ੍ਹਾਈ ਪੜ੍ਹਨ ਨਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਸੋ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਹੋਣੀ ਚਾਹੀਦੀ ਹੈ ਵੀ ਕਿਸ ਕਾਲਜ ਦੇ ਵਿੱਚ ਮੈਂ ਪੜ੍ਹਾਈ ਪੜ੍ਹਾਂ ਜਿੱਥੇ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜਾਏ। ਸੈਕਿੰਡ ਜਿਹੜਾ ਰੂਲ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ, ਉਹ ਹੈਗਾ ਵੀ ਇਹ ਲਾਈਫ ਦੇ ਵਿੱਚ ਸਿਰਫ ਇੱਕ ਵਾਰ ਹੀ ਮਿਲਦਾ। ਸੋ ਤੁਸੀਂ ਜੇ ਇੱਕ ਵਾਰ ਇਹ ਆਪਸ਼ਨ ਚੂਜ਼ ਕਰ ਲਈ, ਪੋਸਟ ਗ੍ਰੈਜੂਏਟ ਵਰਕ ਪਰਮਿਟ 1 ਸਾਲ ਦਾ ਫਰਜ਼ ਕੀਤਾ, ਤੁਸੀਂ ਲੈ ਲਿਆ, ਉਹ ਤੋਂ ਬਾਅਦ ਤੁਸੀਂ ਫਿਰ ਫਰਦਰ ਪੜ੍ਹਾਈ ਪੜ੍ਹਨ ਚਲੇ ਗਏ 2 ਸਾਲ ਦੀ, ਤਾਂ ਤੁਸੀਂ 3 ਸਾਲ ਦਾ ਜਿਹੜਾ ਵਰਕ ਪਰਮਿਟ ਹੈ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੁਬਾਰਾ ਨਹੀਂ ਲੈ ਸਕੋਗੇ। ਔਰ ਇਸ ਦੇ ਨਾਲ ਸਰਕਾਰ ਨੇ ਜਿਹੜੀ ਕੰਡੀਸ਼ਨ ਬਦਲੀ ਸੀ 50% ਜਿਹੜਾ ਪ੍ਰੋਗਰਾਮ ਹੈ ਆਨਲਾਈਨ ਪੜ੍ਹਨ ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਉਹਦੇ ਵਿੱਚ ਹੁਣ ਇੱਕ ਪ੍ਰੋਬਲਮ ਆਏਗੀ ਕਿਉਂਕਿ ਜੇ ਇਹ ਐਕਸਟੈਂਡ ਹੁੰਦਾ, ਜਿਹੜੀਆਂ ਰਿਸਟ੍ਰਿਕਸ਼ਨਸ ਨੇ, ਟਰੈਵਲ ਰਿਸਟ੍ਰਿਕਸ਼ਨਸ ਨੇ, ਉਹ ਫਰਦਰ ਐਕਸਟੈਂਡ ਹੋ ਜਾਂਦੀਆਂ ਨੇ, ਫਿਰ ਸਰਕਾਰ ਨੂੰ ਜਾਂ ਤਾਂ ਕਾਨੂੰਨ ਨੂੰ ਬਦਲਣਾ ਪਏਗਾ, ਫਿਰ ਉਹਨੂੰ 50% ਦੀ ਕੰਡੀਸ਼ਨ ਨੂੰ ਹਟਾਉਣਾ ਪਏਗਾ। ਇਹ ਵੀ ਹੋ ਸਕਦਾ ਵੀ ਕਾਫੀ ਸਟੂਡੈਂਟ ਜਿਹੜੇ ਕੈਨੇਡਾ ਈਵਨ ਦੋ ਉਹਨਾਂ ਦਾ ਵੀਜ਼ਾ ਅਪਰੂਵ ਹੋਇਆ, ਈਵਨ ਦੋ ਉਹਨਾਂ ਨੇ ਆਨਲਾਈਨ ਆਪਣੀ ਪੜ੍ਹਾਈ ਪੜ੍ਹੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਿੰਦੁਸਤਾਨ ਦੇ ਵਿੱਚ ਹੀ ਸਬਮਿਟ ਕਰਨਾ ਪਵੇ ਜੇ ਇਹ ਰਿਸਟ੍ਰਿਕਸ਼ਨਸ ਬਹੁਤ ਲੰਬੀਆਂ ਚਲੇ ਜਾਂਦੀਆਂ ਨੇ। ਪਰ ਹੁਣ 31 ਜੁਲਾਈ ਤੱਕ ਸਰਕਾਰ ਹਾਲੇ ਰਿਸਟ੍ਰਿਕਸ਼ਨ ਇੰਪੋਜ਼ ਕੀਤਾ ਹੋਇਆ, ਉਹ ਤੋਂ ਬਾਅਦ ਡਿਸਾਈਡ ਕਰੇਗੀ ਵੀ ਫਾਲ ਦੇ ਵਿੱਚ ਜਿਹੜੀਆਂ ਨੇ ਸਟੂਡੈਂਟਸ ਨੂੰ ਵੀਜ਼ਾ ਮਿਲਿਆ ਹੋਇਆ ਉਹਨਾਂ ਨੂੰ ਕੈਨੇਡਾ ਆਉਣ ਦੇਣਾ ਜਾਂ ਨਹੀਂ ਆਉਣ ਦੇਣਾ। ਵਰਕ ਪਰਮਿਟ ਹੋਲਡਰਸ ਨੂੰ ਬਿਲਕੁਲ ਅਲਾਓ ਕੀਤਾ ਬਈ ਜੀ ਵਰਕ ਪਰਮਿਟ ਹੋਲਡਰਸ ਕੈਨੇਡਾ ਦੇ ਵਿੱਚ ਆ ਸਕਦੇ ਨੇ, ਤੇ ਉਹਨਾਂ ਨੂੰ ਸਰਕਾਰ ਨੇ ਇਜਾਜ਼ਤ ਦਿੱਤੀ ਹੋਈ ਹੈ। ਤੇ ਇਸ ਤੋਂ ਇਲਾਵਾ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸੀ, ਜਿਹੜੇ ਮਾਰਚ 18 ਤੋਂ ਪਹਿਲਾਂ ਆਪਣੀ ਇਮੀਗ੍ਰੇਸ਼ਨ ਜਿਹੜੀ ਹੈ ਲੈਂਡਿੰਗ ਨਹੀਂ ਕਰਵਾਈ ਸੀ, ਪਰ ਉਹਨਾਂ ਨੂੰ ਕਨਫਰਮ ਹੋ ਗਈ ਸੀ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ, ਉਹ ਇੰਡੀਵਿਜੂਅਲ ਬਿਲਕੁਲ ਟਰੈਵਲ ਕਰ ਸਕਦੇ ਨੇ। ਇਸ ਦੇ ਨਾਲ ਜੇ ਕੋਈ ਤੁਹਾਡੇ ਫੈਮਿਲੀ ਮੈਂਬਰਸ ਨੇ ਕੈਨੇਡੀਅਨਸ ਦੇ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੇ, ਉਹ ਵੀ ਜਿਹੜੇ ਨੇ ਟਰੈਵਲ ਕਰ ਸਕਦੇ ਨੇ, ਉਹ ਅਲਾਊਡ ਨੇ।
ਬਾਕੀ ਜਿਹੜੇ ਨੇ ਉਹ ਟਰੈਵਲ ਰਿਸਟ੍ਰਿਕਸ਼ਨ ਕਰਕੇ ਕੈਨੇਡਾ ਦੇ ਵਿੱਚ ਐਂਟਰ ਨਹੀਂ ਕਰ ਸਕਦੇ। 31 ਜੁਲਾਈ ਤੋਂ ਬਾਅਦ ਸਰਕਾਰ ਜਿਹੜਾ ਇਹਦੇ ਤੇ ਜਾਂ ਤਾਂ ਉਹਨੂੰ ਐਕਸਟੈਂਡ ਕਰੇਗੀ ਜਾਂ ਫਿਰ ਉਹਦੇ ਵਿੱਚ ਕੋਈ ਫੇਰ ਬਦਲ ਕਰੇਗੀ। ਅੱਛਾ ਜੀ, ਇੱਕ ਹੋਰ ਸਵਾਲ ਆਇਆ ਕਿ ਕਿਸੇ ਦੇ ਪੇਰੈਂਟਸ ਦਾ ਵਿਜ਼ਿਟ ਵੀਜ਼ਾ ਮਾਰਚ 'ਚ ਮੁੱਕਣਾ ਸੀ, ਮੁੱਕ ਗਿਆ, ਉਹਨਾਂ ਨੇ ਐਕਸਟੈਂਸ਼ਨ ਲੈ ਲਈ 6 ਮਹੀਨੇ ਦੀ, ਹੁਣ ਸਤੰਬਰ ਦੇ ਵਿੱਚ ਮੁੱਕਣਾ। ਉਹ ਕੋਸ਼ਿਸ਼ ਕਰਨੀ ਚਾਹੁੰਦੇ ਨੇ, ਸਰਵਿਸ ਕੈਨੇਡਾ ਦੇ ਦਫ਼ਤਰ ਬੰਦ ਨੇ। ਹੁਣ ਉਹ ਸਾਲ ਇਸ ਐਕਸਟੈਂਸ਼ਨ ਤੋਂ ਬਾਅਦ ਕੀ ਉਹਨਾਂ ਦੇ ਰਹਿਣ ਦਾ ਕੋਈ ਚਾਂਸ ਹੋ ਸਕਦਾ ਜਾਂ ਮੁੜਨਾ ਪਊਗਾ? ਜੀ ਜੇ ਕਰੋਨਾ ਵਾਇਰਸ ਹੈ ਇਹਦੇ ਕਰਕੇ ਬਈ ਜਿਹੜਾ ਸਟੇਟਸ ਹੈ ਉਹ ਬਿਲਕੁਲ ਤੁਹਾਨੂੰ ਮੇਨਟੇਨ ਕਰਨਾ ਪਊਗਾ। ਜਿਹੜੇ ਪੇਰੈਂਟਸ ਦਾ ਸਟੇਟਸ ਹੈ ਉਹਨੂੰ ਮੇਨਟੇਨ ਕਰਕੇ ਰੱਖਣਾ ਪਊਗਾ। ਜੇ ਉਹ ਟਰੈਵਲ ਅਗੇਨ ਰਿਸਟ੍ਰਿਕਸ਼ਨਸ ਦੇ ਵਿੱਚ ਆ ਜਾਂਦੇ ਨੇ, ਸਤੰਬਰ ਤੋਂ ਪਹਿਲਾਂ ਉਹਨਾਂ ਨੂੰ ਫੇਰ ਐਪਲੀਕੇਸ਼ਨ ਐਕਸਟੈਂਸ਼ਨ ਦੀ ਫਾਈਲ ਕਰਨੀ ਪਏਗੀ। ਜਦੋਂ ਵੀ ਟਰੈਵਲ ਰਿਸਟ੍ਰਿਕਸ਼ਨਸ ਖੁੱਲਣਗੀਆਂ ਉਹ ਫੇਰ ਕੈਨੇਡਾ ਛੱਡ ਕੇ ਜਿਹੜਾ ਜਾ ਸਕਦੇ ਨੇ। ਸਰਕਾਰ ਨੇ ਇਸ ਤੋਂ ਇਲਾਵਾ ਜਿਹੜੀ ਰਿਮੂਵਲਸ ਹੈ ਉਹਨਾਂ ਤੇ ਵੀ ਰੋਕ ਲਾਈ ਹੋਈ ਹੈ। ਕਿਸੇ ਵੀ ਇੰਡੀਵਿਜੂਅਲ ਨੂੰ ਰਿਮੂਵ ਨਹੀਂ ਕੀਤਾ ਜਾ ਰਿਹਾ ਕੈਨੇਡਾ ਤੋਂ ਜੇ ਕੋਈ ਆਊਟ ਆਫ ਸਟੇਟਸ ਹੈਗਾ। ਸੋ ਪਰ ਮੈਂ ਇਹ ਕਹਿਣ ਤੋਂ ਭਾਵ ਹੈ ਆਊਟ ਆਫ ਸਟੇਟਸ ਨਹੀਂ ਹੋਣਾ ਚਾਹੀਦਾ ਇੰਡੀਵਿਜੂਅਲ ਨੂੰ। ਤੁਸੀਂ ਸਟੇਟਸ ਜਿਹੜਾ ਹੈਗਾ ਆਪਣਾ ਮੇਨਟੇਨ ਕਰਕੇ ਰੱਖਣਾ। ਔਰ ਜੇ ਤੁਸੀਂ ਬਾਏ ਐਨੀ ਰੀਜ਼ਨ, ਕਿਉਂਕਿ ਬਹੁਤ ਹੀ ਇੰਡੀਵਿਜੂਅਲ ਹੈਗੇ ਆ ਜਿਹੜੇ ਸੋਚ ਕੇ ਬੈਠੇ ਸੀ ਵੀ ਕੋਵਿਡ ਕਰਕੇ ਸਾਰੇ ਸਰਕਾਰੀ ਅਦਾਰੇ ਵੀ ਬੰਦ ਨੇ, ਤੋ ਕੋਵਿਡ ਕਰਕੇ ਸਾਨੂੰ ਕੋਈ ਇੱਕ ਬਲੈਂਕੇਟ ਅਪਰੂਵਲ ਮਿਲ ਗਈ ਹੈ ਤੇ ਸਾਡੇ ਜਿਹੜੀ ਐਪਲੀਕੇਸ਼ਨਸ ਨੇ ਉਹ ਬਾਏ ਡਿਫਾਲਟ ਐਕਸਟੈਂਡ ਹੋਣਗੀਆਂ। ਇਹ ਧਾਰਨਾ ਬਿਲਕੁਲ ਗਲਤ ਆਈ। ਹੁਣ ਵੀ ਸਾਡੇ ਆਫਿਸ ਕਈ ਵਾਰ ਬੰਦੇ ਵਾਕ ਇਨ ਕਰਦੇ ਔਰ ਆਪਣਾ ਸਟੇਟਸ ਲੂਜ਼ ਕਰ ਚੁੱਕੇ ਨੇ, ਪੇਰੈਂਟਸ ਦਾ ਸਟੇਟਸ ਲੂਜ਼ ਕਰ ਚੁੱਕੇ ਨੇ ਇਹ ਸੋਚ ਕੇ। ਸੋ ਪਲੀਜ਼ ਜੇ ਤੁਹਾਡੇ ਪੇਰੈਂਟਸ ਦਾ ਸਟੇਟਸ ਐਕਸਪਾਇਰ ਹੋ ਗਿਆ ਤਾਂ ਤੁਸੀਂ, ਤੁਹਾਡੇ ਕੋਲ 90 ਦਿਨ ਸਟਿਲ ਹੈਗੇ, ਜੇ 90 ਦਿਨ ਨਹੀਂ ਨਿਕਲੇ ਤਾਂ ਤੁਸੀਂ ਉਹਨਾਂ ਦੀ ਜਿਹੜਾ ਸਟੇਟਸ ਉਹਨੂੰ ਰਿਸਟੋਰ ਕਰਾ ਲਓ। ਇਹ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਉਹਨਾਂ ਨੂੰ ਦੁਬਾਰਾ ਰੀਐਂਟਰੀ ਕੈਨੇਡਾ ਦੇ ਵਿੱਚ ਨਹੀਂ ਮਿਲੇਗੀ ਔਰ ਕੈਨੇਡਾ ਦੇ ਵਿੱਚ ਉਹਨਾਂ ਦਾ ਸਟੇਟਸ ਜਿਹੜਾ ਹੈਗਾ ਉਹ ਆਊਟ ਆਫ ਸਟੇਟਸ ਹੋ ਜਾਣਗੇ। CWC ਤੋਂ ਅਮਨ ਖਹਿਰਾ ਜੀ ਮੇਰੇ ਨਾਲ ਨੇ। ਅੱਛਾ ਜੀ, ਇੱਕ ਹੋਰ ਦੱਸੋ ਕਿ ਹੁਣ ਹਾਰਵੈਸਟਿੰਗ ਦਾ ਸੀਜ਼ਨ ਆ, ਬੇਰੀ ਤੁੜਦੀ ਹੈ, ਹੋਰ ਫਲ ਤੁੜਦੇ ਨੇ ਕਰਮੀਅਸ ਦੇ ਸੋਏ ਸੋਲੀਵਰ ਦੇ ਏਰੀਆ ਦੇ ਵਿੱਚ, ਤੇ ਵਰਕਰ ਹੈ ਨਹੀਂ, ਤੇ ਉਹਨਾਂ ਦਾ ਕੋਈ ਹੋ ਸਕਦਾ ਹੈ ਹੀਲਾ? ਕਿਵੇਂ ਆਉਣਗੇ? ਕਹਿੰਦੇ ਆਉਂਦੇ ਬਹੁਤ ਔਖੇ ਹੈ। ਜੀ ਬਾਈ ਜੀ, ਬਿਲਕੁਲ ਇਹਦੇ ਵਿੱਚ ਜਿਹੜੇ ਵਰਕਰਸ ਨੇ ਉਹ 2 ਡਿਫਰੈਂਟ ਪ੍ਰੋਗਰਾਮਸ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਸੀ। ਪਹਿਲਾ ਜਿਹੜਾ ਪ੍ਰੋਗਰਾਮ ਸੀ ਜਿਹੜੇ ਪਿਓਰਲੀ ਸੀਜ਼ਨਲ ਐਗਰੀਕਲਚਰ ਵਰਕਰਸ ਲਈ ਸੀਗਾ, SAWP ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ। ਦੂਸਰਾ ਜਿਹੜਾ ਪ੍ਰੋਗਰਾਮ ਸੀ ਉਹ ਲੌਂਗ ਟਰਮ ਵਰਕਰਸ ਲਈ ਸੀਗਾ, ਜਿਹੜੇ ਐਗਰੀਕਲਚਰ ਵਰਕਰਸ ਤੁਸੀਂ 1 ਸਾਲ ਜਾਂ 2 ਸਾਲ ਲਈ ਹਾਇਰ ਕਰਦੇ ਹੋ, ਜਿਹੜਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਆਉਂਦੇ ਸੀ। ਨਾਓ SAWP ਪ੍ਰੋਗਰਾਮ ਜਿਹੜਾ ਹੈਗਾ ਉਹ 2 ਕੰਟਰੀਜ਼ ਨਾਲ ਕੈਨੇਡਾ ਨੇ ਸਾਈਨ ਕੀਤਾ ਹੋਇਆ ਸੀ, ਜਮੈਕਾ ਐਂਡ ਮੈਕਸੀਕੋ। ਨਾਓ ਮੈਕਸੀਕੋ ਦੀ ਸਰਕਾਰ ਨੇ ਕਰੋਨਾ ਵਾਇਰਸ ਦਾ ਜਦੋਂ ਪੀਰੀਅਡ ਚੱਲ ਰਿਹਾ ਸੀਗਾ, ਜਦੋਂ ਫਸਟ ਵੇਵ ਸੀ ਔਰ ਬੜੇ ਜ਼ੋਰ ਤੇ ਉਹ ਵੇਵ ਚੱਲ ਰਹੀ ਸੀ, ਤੇ ਵਰਕਰਸ ਦੀ ਪ੍ਰੋਟੈਕਸ਼ਨ ਨੂੰ ਦੇਖਦੇ ਹੋਏ ਮੈਕਸੀਕਨ ਸਰਕਾਰ ਨੇ ਆਪਣੇ ਵਰਕਰਸ ਨੂੰ ਜਾਣ ਤੋਂ ਮਨਾ ਕਰਤਾ ਸੀ, ਬਿਕੋਜ਼ ਉਹਦੇ ਲਈ ਤੁਹਾਨੂੰ ਮੈਕਸੀਕਨ ਐਮਬੈਸੀ ਨੂੰ ਇਨਵੋਲਵ ਕਰਨਾ ਪੈਂਦਾ। ਸੋ ਉਹਨਾਂ ਨੇ ਇਹ ਰਿਸਟ੍ਰਿਕਸ਼ਨ ਲਾਤੀ ਸੀ ਔਰ ਵਰਕਰਸ ਨੂੰ ਰੋਕ ਲਿਆ ਸੀ। ਨਾ ਉਹ ਰਿਸਟ੍ਰਿਕਸ਼ਨ ਖੈਰ ਹੁਣ ਹਟਾ ਦਿੱਤੀ ਹੈ। ਸੋ ਸੈਕਿੰਡ ਜਿਹੜੇ ਪ੍ਰੋਗਰਾਮ ਸੀਗਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ, ਸੋ ਸਰਕਾਰ ਨੇ ਇਹ ਪ੍ਰੋਬਲਮ ਨੂੰ ਦੇਖਦੇ ਹੋਏ ਫਟਾਫਟ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਸੀ ਉਹਨੂੰ ਤਬਦੀਲ ਕੀਤਾ। ਉਹਦੀ ਜਿਹੜੀ ਅਪਰੂਵਲ ਸੀ ਸਰਕਾਰ ਨੇ 7 ਦਿਨਾਂ ਦੇ ਵਿੱਚ ਗਾਰੰਟੀ ਕੀਤਾ ਵੀ ਫਾਰਮਰ ਨੂੰ 7 ਦਿਨਾਂ ਦੇ ਵਿੱਚ ਅਸੀਂ ਅਪਰੂਵਲ ਦੇਵਾਂਗੇ ਔਰ ਇਹ ਟਿਲ ਅਗਸਤ ਤੱਕ ਚੱਲਣਾ ਹੈਗਾ ਜਿਹੜਾ ਪਾਇਲਟ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਜਿਹੜੀ ਐਡਵਰਟਾਈਜ਼ਮੈਂਟ ਰਿਕੁਆਇਰਮੈਂਟ ਹੁੰਦੀ ਸੀ ਵੀ ਤੁਹਾਨੂੰ ਸਾਬਤ ਕਰਨਾ ਪੈਂਦਾ ਸੀ ਕੈਨੇਡੀਅਨ ਵੀ ਤੁਹਾਨੂੰ ਮਿਲਿਆ ਜੌਬ ਲਈ ਕਿ ਨਹੀਂ ਮਿਲਿਆ, ਉਹਨੂੰ ਵੇਵ ਆਊਟ ਕਰਤਾ। ਸੋ ਸਰਕਾਰ ਨੇ ਇਹ ਕਹਿਤਾ ਵੀ ਜਿਹੜੇ ਫਾਰਮਰਸ ਨੂੰ ਵਰਕਰ ਦੀ ਜ਼ਰੂਰਤ ਹੈ ਉਹ ਸਿਰਫ ਇੱਕ ਐਪਲੀਕੇਸ਼ਨ ਕਰੇ ਔਰ ਉਹ ਜਿੰਨੇ ਵਰਕਰਸ ਉਹਨਾਂ ਨੂੰ ਚਾਹੀਦੇ ਨੇ ਉਹ ਦੱਸੇ ਔਰ ਜਿਹੜੀ ਰਿਕੁਆਇਰਮੈਂਟ ਉਹਨਾਂ ਨੂੰ ਚਾਹੀਦੀ ਉਹਨੂੰ ਦੱਸੇ ਔਰ 7 ਦਿਨਾਂ ਦੇ ਵਿੱਚ ਸਰਕਾਰ ਜਿਹੜੀ ਆ ਉਹਨੂੰ ਅਪਰੂਵਲ ਦੇਗੀ। ਨਾ ਇਸ ਤੋਂ ਬਾਅਦ ਜਿਹੜੀ ਸੈਕਿੰਡ ਹਰਡਲ ਸੀ, ਜਦੋਂ ਵਰਕਰ ਤੁਸੀਂ ਸਪਾਂਸਰ ਕਰਦੇ ਹੋ, ਇਧਰ ਤੁਸੀਂ ਸਪਾਂਸਰ ਕਰੋਗੇ ਕਿਸੇ ਵੀਜ਼ਾ ਐਗਜ਼ੈਂਪਟ ਕੰਟਰੀ ਤੋਂ ਜਾਂ ਫਿਰ ਤੁਸੀਂ ਸਪਾਂਸਰ ਕਰੋਗੇ ਜਿਹੜੇ ਆਲਰੇਡੀ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਆਏ ਹੋਏ ਨੇ ਔਰ ਲੀਗਲ ਤੌਰ ਤੇ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵੀ ਹਾਇਰ ਕੀਤਾ ਜਾ ਸਕਦਾ ਹੈ। ਪਰ ਬਾਰਡਰ ਤੇ ਦੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀ ਵੀ ਤੁਸੀਂ ਨਾਨ ਐਸੈਂਸ਼ੀਅਲ ਲਈ ਤੁਸੀਂ ਕੋਈ ਵੀ ਜਿਹੜੀ ਜੌਬ ਹੈ
ਤਾਂ ਤੁਸੀਂ ਬਾਰਡਰ ਜਿਹੜਾ ਹੈਗਾ ਨਹੀਂ ਜਾ ਸਕਦੇ ਜਾਂ ਕ੍ਰਾਸ ਨਹੀਂ ਕਰ ਸਕਦੇ। ਸੋ ਉਸ ਚੀਜ਼ ਨੂੰ ਵੀ ਸਰਕਾਰ ਨੇ ਚੇਂਜ ਕੀਤਾ ਕਿਉਂਕਿ ਉਹਦੇ 'ਚ ਡਿਫਰੈਂਟ ਡਿਪਾਰਟਮੈਂਟ ਇਨਵੋਲਵ ਸੀ। ਉਹਨਾਂ ਨੇ ਵੀ ਜਿਹੜਾ ਆਪਣੇ ਪ੍ਰੋਸੈਸ ਦੇ ਵਿੱਚ ਤਬਦੀਲੀ ਲਿਆਂਦੀ। ਹੁਣ ਜਿਹੜੇ ਵਰਕਰਸ ਨੇ ਇਹ ਬਾਰਡਰ 'ਤੇ ਜਾ ਕੇ ਆਪਣਾ ਜਿਹੜਾ ਪਰਮਿਟ ਉਹਨੂੰ ਤਬਦੀਲ ਕਰ ਸਕਦੇ ਨੇ, ਜਿਹੜੇ ਫਾਰਮ ਵਰਕਰਸ ਨੇ। ਨਾਓ ਦੂਸਰੀ ਜਿਹੜੀ ਸਮੱਸਿਆ ਸੀ ਆਊਟਸਾਈਡ ਕੈਨੇਡਾ, ਸਰਕਾਰ ਦੇ ਜਿਹੜੇ ਸਟੈਟਸ ਨੇ ਉਹਦੇ 'ਚ ਜਿਹੜੇ ਮੈਜੋਰਿਟੀ ਆਫ ਵਰਕਰਸ ਆਏ ਨੇ ਪਿਛਲੇ ਸਾਲਾਂ ਦੇ ਵਿੱਚ, ਉਹ ਹਿੰਦੁਸਤਾਨ ਉਹਦੇ 'ਚ ਇੱਕ ਲੀਡਿੰਗ ਪਲੇਅਰ ਆਈ। ਨਾਓ ਹਿੰਦੁਸਤਾਨ ਦੇ ਵਿੱਚ ਲਾਕਡਾਊਨ ਹੋਣ ਕਰਕੇ ਬਹੁਤ ਬੜੀ ਇੱਕ ਪ੍ਰੋਬਲਮ ਆਈ ਵੀ ਜਿੱਥੇ ਵਰਕਰਸ ਐਪਲੀਕੇਸ਼ਨ ਕਰ ਹੀ ਨਹੀਂ ਪਾਏ ਬਿਕੋਜ਼ ਉਹ ਘਰਾਂ ਤੋਂ ਨਹੀਂ ਨਿਕਲ ਪਾਏ। ਕੁਝ ਜ਼ਰੂਰੀ ਕਾਗਜ਼ਾਤ ਚਾਹੀਦੇ ਨੇ, ਜਦੋਂ ਤੁਸੀਂ ਥਰਡ ਪਾਰਟੀ ਨੂੰ ਇਨਵੋਲਵ ਹੋਣਾ, ਬੈਂਕ ਦੇ ਕੋਲੋਂ ਤੁਹਾਨੂੰ ਪੇਪਰ ਚਾਹੀਦੇ ਹੁੰਦੇ ਨੇ। ਸੋ ਇਸੇ ਤਰ੍ਹਾਂ ਤੁਸੀਂ ਕੋਈ ਪੇਪਰ ਇਕੱਠਾ ਨਹੀਂ ਕਰ ਪਾਉਂਦੇ ਸੀ ਤੇ ਐਪਲੀਕੇਸ਼ਨ ਨਹੀਂ ਫਾਈਲ ਕਰ ਸਕਦੇ ਸੀ। ਸੈਕਿੰਡ, ਜਿਹੜੇ ਵਰਕਰਸ ਜ਼ਿਆਦਾ ਆਏ ਸੀ ਉਹ ਚਾਈਨਾ ਤੋਂ ਆਏ ਸੀ, ਉੱਥੇ ਵੀ ਸਿਮਿਲਰ ਕਾਈਂਡ ਆਫ ਰਿਸਟ੍ਰਿਕਸ਼ਨ ਸੀਗੀਆਂ। ਸੋ ਨਾਓ ਹੁਣ ਜਿਹੜੀ ਪ੍ਰੋਬਲਮ ਆਈ ਹੈਗੀ ਹੈ ਫਾਰਮਰਸ ਲਈ, ਇਹ ਬਹੁਤ ਇੱਕ ਸੀਰੀਅਸ ਪ੍ਰੋਬਲਮ ਹੈਗੀ ਹੈ। ਕਾਫੀ ਫਾਰਮਰਸ ਜਿਹੜੇ ਨੇ ਉਹ, ਕਿਉਂਕਿ ਮੈਕਸੀਕਨ ਵਰਕਰ ਜਿਹੜਾ ਹੈਗਾ ਉਹ ਵੀਜ਼ਾ ਐਗਜ਼ੈਂਪਟ ਹੈ, ਮਤਲਬ ਉਹ ਫਲਾਈਟ ਲੈ ਕੇ ਸਿੱਧਾ ਕੈਨੇਡਾ ਦੇ ਵਿੱਚ ਦਾਖਲ ਹੁੰਦਾ। ਤਾਂ ਵੀਜ਼ਾ ਐਗਜ਼ੈਂਪਟ ਹੋਣ ਕਰਕੇ ਉਹ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਤਾਂ ਫਿਰ ਉਹ ਕੰਮ ਕਰ ਸਕਦਾ। ਬਟ ਉਹਦੀਆਂ ਰਿਸਟ੍ਰਿਕਸ਼ਨਸ ਵੀ ਸਰਕਾਰ ਨੇ ਇੰਪੋਜ਼ ਕੀਤੀਆਂ ਹੋਈਆਂ ਨੇ। ਜੋ ਵਿਜ਼ਿਟਰ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਉਹ ਦਾਖਲੀ ਨਹੀਂ ਲੈ ਸਕਦੇ, ਐਂਟਰ ਨਹੀਂ ਕਰ ਸਕਦੇ। ਨਾ ਕਈ ਵਰਕਰਸ ਆਲਰੇਡੀ ਕੈਨੇਡਾ ਦੇ ਵਿੱਚ ਮੌਜੂਦ ਸੀ ਜਦੋਂ ਰਿਸਟ੍ਰਿਕਸ਼ਨਸ ਲੱਗੀਆਂ ਨੇ। ਨਾ ਉਹਨਾਂ ਲਈ ਬਿਨਾਂ ਸਟੇਟਸ ਤੋਂ ਜੇ ਤੁਸੀਂ ਅਨਡਾਕੂਮੈਂਟਡ ਵਰਕਰ ਹਾਇਰ ਕਰਦੇ ਹੋ, ਉਹ ਵੀ ਇੱਕ ਬੜਾ ਇੱਕ ਸੀਰੀਅਸ ਅਫੈਂਸ ਮੰਨਿਆ ਜਾਂਦਾ। ਸੋ ਇਹ ਬਹੁਤ ਕੇਅਰਫੁਲ ਹੋਣ ਦੀ ਜ਼ਰੂਰਤ ਹੈ ਜਦੋਂ ਤੁਸੀਂ ਕਿਸੇ ਵਰਕਰ ਨੂੰ ਹਾਇਰ ਕਰਦੇ ਹੋ ਜੋ ਅਨਡਾਕੂਮੈਂਟਡ ਹੈ, ਸਪੈਸ਼ਲੀ ਨਾਓ ਵਿਦ ਕੋਵਿਡ, ਕਿਉਂਕਿ ਉਹਨਾਂ ਦੀ ਟ੍ਰੇਸਿੰਗ ਬਹੁਤ ਦੂਰ ਤੱਕ ਜਾਂਦੀ ਹੈ। ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਹੈ ਤਾਂ ਫਿਰ ਉਹਦੀ ਟ੍ਰੇਸਿੰਗ ਵੀ ਹੁੰਦੀ ਹੈ, ਕਿਸ ਤਰ੍ਹਾਂ ਜਿਹੜਾ ਇੰਡੀਵਿਜੂਅਲ ਕੰਮ ਕਰ ਰਿਹਾ ਸੀ, ਕਿਸ ਸਟੇਟਸ 'ਤੇ ਕੰਮ ਕਰ ਰਿਹਾ ਸੀ। ਇਹ ਸਾਰੇ ਜਿਹੜੇ ਸਵਾਲਾਤ ਨੇ ਪੁੱਛੇ ਜਾ ਸਕਦੇ ਨੇ। ਸੋ ਪਲੀਜ਼ ਅਨਡਾਕੂਮੈਂਟਡ ਵਰਕਰਸ ਜਿਹੜੇ ਹਾਇਰ ਨਾ ਕਰੋ, ਔਰ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਉਹਦੀ ਰਿਸਪੌਂਸਿਬਿਲਿਟੀ ਤੁਹਾਡੇ ਉੱਤੇ ਆਉਂਦੀ ਹੈ। ਤੇ ਵਰਕਰਸ ਜਿਹੜੇ ਕੈਨੇਡਾ ਦੇ ਵਿੱਚ ਨੇ, ਸਰਕਾਰ ਨੇ ਕੱਲ੍ਹ ਹੀ ਅਨਾਊਂਸਮੈਂਟ ਕੀਤਾ ਵੀ ਜਿਹੜੀ ਐਪਲੀਕੇਸ਼ਨਸ ਨੇ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਉਹ ਐਪਲੀਕੇਸ਼ਨ ਪ੍ਰੋਸੈਸ ਕਰਾਵਾਂਗੇ ਆਊਟਸਾਈਡ ਜਿਹੜੀਆਂ ਵੀਜ਼ਾ ਪੋਸਟ ਦੇ ਉੱਤੇ ਨੇ। ਔਰ ਖਾਸ ਕਰਕੇ ਵੀਅਤਨਾਮ ਦੇ ਵਿੱਚ ਕਾਫੀ ਅਸੀਂ ਐਪਲੀਕੇਸ਼ਨ ਲਾਈਆਂ ਸੀ, ਉੱਥੋਂ ਜਿਹੜੇ ਰਿਜ਼ਲਟਸ ਨੇ ਉਹ ਸਿਰਫ ਵਿਦਿਨ 3 to 4 ਡੇਜ਼ ਮਿਲ ਰਹੇ ਨੇ, ਵਿਚ ਇਜ਼ ਵੈਰੀ ਵੈਰੀ ਫਾਸਟ। ਵੀ ਤੁਸੀਂ ਐਪਲੀਕੇਸ਼ਨ ਜਮ੍ਹਾਂ ਕਰਾਓ ਤੇ ਤੁਹਾਡੇ 3 ਜਾਂ 4 ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਰਿਜ਼ਲਟ ਹੈ ਸਰਕਾਰ ਦੇ ਰਹੀ ਹੈ। ਸੋ ਆਪਣੇ ਵੱਲੋਂ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਬਟ ਕਿਉਂਕਿ ਇਹਦੇ 'ਚ ਡਿਫਰੈਂਟ ਆਫਿਸਿਸ ਇਨਵੋਲਵ ਨੇ, ਡਿਫਰੈਂਟ ਡਿਵੀਜ਼ਨਸ ਇਨਵੋਲਵ ਨੇ, ਜਿਹਦੇ ਕਰਕੇ ਦਿੱਕਤ ਜਿਹੜੀ ਹੈਗੀ ਹੈ ਆਈ ਹੈ। ਔਰ ਜਦੋਂ ਆਪਾਂ ਆਊਟਸਾਈਡ ਕੈਨੇਡਾ ਸੋਰਸ ਕੰਟਰੀਜ਼ ਦੀ ਗੱਲ ਕਰਦੇ ਹਾਂ ਤਾਂ ਵਰਕਰ ਸਿਰਫ ਕੈਨੇਡਾ ਨਹੀਂ ਆਉਂਦੇ, ਵਰਕਰਸ ਜਿਹੜੇ ਨੇ ਯੂਰਪ ਦੇ ਵਿੱਚ ਬਹੁਤ ਵੱਡੀ ਡਿਮਾਂਡ ਦੇ ਵਿੱਚ ਨੇ ਜਿੱਥੇ ਉਹ ਜਾਂਦੇ ਨੇ। ਇਸ ਤੋਂ ਇਲਾਵਾ US ਦੇ ਵਿੱਚ ਇੱਕ ਮੇਜਰ ਸੋਰਸ ਕੰਟਰੀ ਹੈ ਜਿੱਥੇ ਉਹ ਵਰਕਰਸ ਜਿਹੜੇ ਨੇ ਜਾਂਦੇ ਨੇ, ਜਿਹੜੇ ਔਨ ਵਰਕ ਪਰਮਿਟਸ। ਸੋ ਕੈਨੇਡਾ ਇੱਕ ਬਹੁਤ ਲਿਮਿਟਡ ਸੋਰਸ ਕੰਟਰੀ ਹੈ ਜਿੱਥੇ ਕਿ 60 ਤੋਂ 70 ਹਜ਼ਾਰ ਜਿਹੜਾ ਫਾਰਮ ਵਰਕਰ ਹੈ ਹਰ ਸਾਲ ਜਿਹੜਾ ਐਂਟਰ ਕਰਦਾ ਹੀ। ਜਿਹੜਾ ਜੀ ਬਹੁਤ ਸਵਾਲ COVID-19 ਕਰਕੇ ਬੰਦ ਪਏ ਦਫ਼ਤਰਾਂ ਕਰਕੇ ਨੇ, ਜਿਵੇਂ ਪਹਿਲਾਂ ਇੱਕ ਵਿਜ਼ਿਟ ਵੀਜ਼ੇ ਦੀ ਗੱਲ, ਜ਼ਿਆਦਾ ਸਵਾਲ ਲੋਕ ਭੇਜ ਰਹੇ ਨੇ, ਜਾਂ PR ਦੀ ਐਪਲੀਕੇਸ਼ਨ ਜਿਹੜੀ ਆ ਉਹ, ਜਾਂ ਫਿਰ LMIA ਜਦ ਇਨ ਪਰਸਨ ਨਹੀਂ ਦੇਣਾ, ਆਨਲਾਈਨ ਵਰਕ ਪਰਮਿਟ ਲਈ। ਇਹ ਬੜੇ ਸਵਾਲ ਨੇ ਜੀ। ਮਤਲਬ ਜੇ ਦਫ਼ਤਰ ਬੰਦ ਨੇ ਉਹਦਾ ਕੀ ਮਤਲਬ ਆ ਜੇ ਤੁਸੀਂ ਨਹੀਂ ਕਿਤੇ ਕੰਟੈਕਟ ਕਰ ਸਕਦੇ? ਜੀ ਬਿਲਕੁਲ, ਜਿਹੜੀ ਪ੍ਰੋਸੈਸ ਰਹਿ ਗਿਆ ਉਹ ਆਨਲਾਈਨ ਰਹਿ ਗਿਆ। ਸਰਕਾਰ ਨੇ ਸਿਰਫ ਇੱਕੋ ਐਗਜ਼ੈਂਪਸ਼ਨ ਦਿੱਤੀ ਹੈ ਵੀ ਤੁਸੀਂ ਸਟੈਪ ਅਸਾਈਡ ਕਰ ਸਕਦੇ ਹੋ ਆਨਲਾਈਨ ਪ੍ਰੋਵੀਜ਼ਨ ਨੂੰ, ਜੇ ਤੁਸੀਂ ਇਹ ਸਾਬਤ ਕਰ ਪਾਓ ਵੀ ਜਿਸ ਕੰਟਰੀ ਦੇ ਵਿੱਚੋਂ ਤੁਸੀਂ ਅਪਲਾਈ ਕਰ ਰਹੇ ਹੋ ਉੱਥੇ ਇੰਟਰਨੈਟ ਫੈਸਿਲਿਟੀ ਨਹੀਂ ਹੈ, ਤਾਂ ਫਿਰ ਤੁਸੀਂ, ਜਿਹੜਾ ਕਿ ਪੋਸੀਬਲ ਨਹੀਂ ਹੈ ਹਰ ਕੰਟਰੀ ਦੇ ਵਿੱਚ ਅੱਜ ਕੱਲ੍ਹ ਜਿਹੜੀ ਇੰਟਰਨੈਟ ਫੈਸਿਲਿਟੀ ਹੈ। ਤੋ ਅਦਰਵਾਈਜ਼ ਹਰ ਵਰਕਰ ਨੂੰ ਜਦੋਂ ਵੀ ਤੁਸੀਂ ਐਪਲੀਕੇਸ਼ਨ ਕਰਨੀ ਹੈ ਉਹ ਤੁਸੀਂ ਆਨਲਾਈਨ ਐਪਲੀਕੇਸ਼ਨ ਕਰਨੀ ਹੈ। ਔਰ ਖਾਸ ਕਰਕੇ ਜਿਹੜੇ ਵਰਕਰਸ ਕੈਨੇਡਾ ਤੋਂ ਬਾਹਰ ਨੇ ਉਹਨਾਂ ਲਈ ਕੁਝ ਰਿਆਇਤਾਂ ਜ਼ਰੂਰ ਦਿੱਤੀਆਂ ਨੇ ਸਰਕਾਰ ਨੇ, ਕੁਝ ਐਗਜ਼ੈਂਪਸ਼ਨਸ ਲਾਈਆਂ ਦਿੱਤੀਆਂ ਹੋਈਆਂ ਨੇ ਵੀ ਉਹ ਜਿਹੜੇ ਡਾਕੂਮੈਂਟੇਸ਼ਨ ਪੂਰੀ ਨਹੀਂ ਕਰ ਸਕਦੇ, ਸਿਰਫ ਉਹ ਰੀਜ਼ਨ ਦੇ ਦੇਣ ਵੀ ਕਿਸ ਵਜ੍ਹਾ ਕਰਕੇ ਨਹੀਂ ਕਰ ਸਕਦੇ, ਤਾਂ ਸਰਕਾਰ ਉਹਨੂੰ ਵੀ ਜਿਹੜਾ ਹੈਗਾ ਓਵਰਲੁੱਕ ਕਰ ਦੇਗੀ। ਨਾ ਜਿਹੜੇ ਵਰਕਰਸ ਆਲਰੇਡੀ ਕੈਨੇਡਾ ਦੇ ਵਿੱਚ ਮੌਜੂਦ ਨੇ ਜਾਂ ਵਰਕ ਕਰਨਾ ਚਾਹੁੰਦੇ ਨੇ, ਮਾਫ ਕਰਨਾ, ਔਰ ਵਿਜ਼ਿਟਰ ਆਏ ਹੋਏ ਨੇ, ਉਹ ਤਬਦੀਲ ਬਿਲਕੁਲ ਕਰ ਸਕਦੇ ਨੇ, ਉਹਦਾ ਸਟੇਟਸ ਤਬਦੀਲ ਕਰ ਸਕਦੇ ਨੇ, ਔਰ ਉਹ ਪਰਮਿਟ ਜਿਹੜੇ ਨੇ ਸਰਕਾਰ ਵੱਲੋਂ ਇਸ਼ੂ ਜਿਹੜੇ ਨੇ ਕੀਤੇ ਜਾ ਰਹੇ ਨੇ।
ਅੱਛਾ, ਨਾਲ ਇਹ ਦੱਸਿਓ ਕਿ ਆਪਣੇ ਜਿਹੜੇ ਹੁਣ ਵਰਕਰ ਆਉਣੇ ਨੇ ਬਾਹਰੋਂ, ਹੁਣ ਐਤਕੀ ਤਾਂ ਆਲਰੇਡੀ ਮੈਨੂੰ ਦਾ ਲੇਟ ਹੈ, ਉਹ ਕੁਆਰੰਟੀਨ 'ਚ ਜਾਣਾ ਪੈਣਾ ਉਹਨੂੰ? ਜੀ ਬਿਲਕੁਲ ਬਾਈ ਜੀ। ਔਰ ਜਿਹੜਾ ਵੀ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ, ਯੈਸ, ਉਹਦੇ ਵਰਕਰਸ ਤੇ ਪਾਰਟਿਕੂਲਰਲੀ ਫਾਰਮ ਵਰਕਰਸ ਤੇ ਕੰਡੀਸ਼ਨ ਸਪੈਸ਼ਲ ਲਾਈਆਂ ਹੋਈਆਂ ਨੇ ਵੀ 14 ਡੇਜ਼ ਉਹਨਾਂ ਨੇ ਕੁਆਰੰਟੀਨ ਕਰਨਾ, ਔਰ 14 ਡੇਜ਼ ਜਿਹੜੀ ਉਹਨਾਂ ਦੀ ਦੇਖਭਾਲ ਹੈ ਉਹਦੀ ਰਿਸਪੌਂਸਿਬਿਲਿਟੀ ਵੀ ਇੰਪਲੋਇਰ ਦੀ ਹੈ। ਜਿਹੜੀ ਸੈਲਰੀਜ਼ ਨੇ ਉਹ ਇੰਪਲੋਇਰ ਨੇ ਦੇਣੀਆਂ ਨੇ। ਈਵਨ ਦੋ ਸਰਕਾਰ ਨੇ $1500 ਦਾ ਜਿਹੜਾ ਬੈਨੀਫਿਟ ਹੈ ਇੰਪਲੋਇਰ ਨੂੰ ਦੇਣਾ। ਜਿਹੜੇ ਵਰਕਰਸ ਜਾਂ ਨੰਬਰ ਆਫ ਵਰਕਰਸ ਕੁਆਰੰਟੀਨ ਕਰਨਗੇ, ਭਾਵੇਂ ਉਹ ਕੈਨੇਡੀਅਨ ਨੇ ਜਾਂ ਭਾਵੇਂ ਉਹ ਫੋਰਨ ਵਰਕਰ ਨੇ, ਉਹ $1500 ਪਰ ਵਰਕਰ ਜਿਹੜਾ ਸਰਕਾਰ ਜਿਹੜਾ ਹੈਗਾ ਦੇਗੀ ਜੇ ਤੁਸੀਂ ਵਰਕਰ ਨੂੰ ਕਿਸੇ ਨੂੰ ਸਪਾਂਸਰ ਕਰਕੇ ਮੰਗਵਾਉਂਦੇ ਹੋ। ਪਰ ਉਹਨਾਂ ਨੂੰ 14 ਦਿਨ ਬਿਲਕੁਲ ਕੁਆਰੰਟੀਨ ਕਰਨਾ ਪੈਣਾ। ਉਹ ਇਮੀਡੀਏਟਲੀ ਆਉਂਦੇ ਸਾਰੀ ਕੰਮ ਜਿਹੜਾ ਨਹੀਂ ਲੱਗ ਸਕਦੀ। ਅੱਛਾ ਜੀ, ਸੋ ਇਹ ਮਤਲਬ ਹੁਣ ਇਹਦਾ ਐਕਸਕਿਊਜ਼ ਨਹੀਂ ਆਪਾਂ ਕਰ ਸਕਦੇ COVID-19 ਦੀਆਂ ਰਿਸਟ੍ਰਿਕਸ਼ਨ ਦਾ। ਕਾਗਜ਼ ਪੱਤਰ ਕਿਵੇਂ ਨਾ ਕਿਵੇਂ ਸੰਬੰਧਿਤ ਦਫ਼ਤਰ 'ਚ ਪਹੁੰਚਣਾ ਚਾਹੀਦਾ ਹੈ। ਘੇਸਲ ਨਹੀਂ ਮਾਰ ਸਕਦੇ ਵੀ ਹੁਣ ਸਭ ਕੁਝ ਬੰਦ ਆ ਤੇ ਸਾਡੇ ਜੇ ਸਟੇਟਸ ਜਿਹੜਾ ਐਕਸਪਾਇਰ ਹੋ ਗਿਆ ਉਹਦੇ ਬਾਅਦ ਵੀ ਤੁਸੀਂ ਬਿਨਾਂ ਕਾਗਜ਼ਾਂ ਪੱਤਰਾਂ ਤੋਂ ਬੈਠੋ। ਇਹ ਨਹੀਂ ਮਤਲਬ ਕੁਛ ਨਾ ਕੁਛ ਉਹਨਾਂ ਨੂੰ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਸੰਬੰਧਿਤ ਡਿਪਾਰਟਮੈਂਟ ਨੂੰ। ਠੀਕ ਹੈ ਨਾ ਜੀ ਇਹ ਗੱਲ? ਬਿਲਕੁਲ ਜੀ, ਔਰ ਬਿਲਕੁਲ ਆਪਣਾ ਸਟੇਟਸ ਜਿਹੜਾ ਵਾਚ ਕਰਨਾ ਚਾਹੀਦਾ। ਔਰ ਉਹਦਾ ਕੋਈ ਐਕਸਕਿਊਜ਼ ਨਹੀਂ ਹੋਏਗਾ ਵੀ ਤੁਸੀਂ ਜੇ ਰੀਜ਼ਨ ਦਿੰਦੇ ਹੋ ਵੀ ਕੋਵਿਡ ਕਰਕੇ ਮੈਂ ਬੰਦ ਸੀ, ਤਾਂ ਉਹ ਰਿਸਟ੍ਰਿਕਸ਼ਨ ਜਾਂ ਉਹੋ ਜਿਹੀ ਜਿਹੜਾ ਐਕਸਕਿਊਜ਼ ਆ ਤੁਸੀਂ ਯੂਜ਼ ਨਹੀਂ ਕਰ ਸਕਦੇ। ਸਰਕਾਰ ਨੇ 90 ਦਿਨ ਦਾ ਤੁਹਾਨੂੰ ਫਿਰ ਵੀ ਪ੍ਰੋਵੀਜ਼ਨ ਇੱਕ ਹੈਗਾ ਵੀ 90 ਦਿਨਾਂ ਦੇ ਸਟੇਟਸ ਐਕਸਪਾਇਰ ਹੋਣ ਤੋਂ ਬਾਅਦ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਐਕਸਪਾਇਰ ਹੋ ਵੀ ਗਿਆ ਸਟਿਲ ਹਾਲੇ ਕੋਈ ਤੁਸੀਂ ਆਪਣਾ ਸਟੇਟਸ ਜਿਹੜਾ ਰਿਸਟੋਰ ਕਰ ਸਕਦੇ ਹੋ, ਦੁਬਾਰਾ ਲੈ ਸਕਦੇ ਹੋ। ਠੀਕ ਹੈ ਜੀ। ਅੱਛਾ, ਇੱਕ ਹੋਰ ਮੈਂ ਇਹਦੇ ਨਾਲ ਹੀ ਅਨਸਰਟਨਟੀ ਖਹਿਰਾ ਸਾਹਿਬ ਦੱਸੋ, ਹੁਣ ਜਵਾਕ ਅੱਜ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਨੂੰ 2 ਸਾਲ ਦਾ ਪਰਮਿਟ ਮਿਲ ਗਿਆ। 2 ਸਾਲ ਉਹ ਕੰਮ ਕਰ ਰਹੇ ਨੇ। 2 ਸਾਲਾਂ ਦੇ ਵਿੱਚ ਜਿਹਦੇ ਲਈ ਉਹਨਾਂ ਨੇ ਜਿਸ ਦੇ ਬਾਅਦ ਜਦ PR ਦੀ ਉਹਨਾਂ ਨੇ ਫਾਈਲ ਲਾਉਣ ਦੀ ਕੋਸ਼ਿਸ਼ ਕਰਨੀ ਹੈ, 2 ਸਾਲਾਂ ਨੂੰ ਕੈਨੇਡਾ ਦੇ ਹਾਲਾਤ ਬਦਲ ਜਾਣ, ਉਹ ਕਹਿਣ ਵੀ ਨਾ ਜੀ ਅਸੀਂ ਤਾਂ ਇਮੀਗ੍ਰੇਸ਼ਨ ਨੇ ਦੇਣੀ ਨਹੀਂ, ਸਾਡੇ ਕੋਲ ਤਾਂ ਆਪਣੇ ਬੇਰੁਜ਼ਗਾਰ ਫਿਰਦੇ ਨੇ, ਕੀ ਹੋਏਗਾ? ਜੀ ਬਿਲਕੁਲ ਬਾਈ ਜੀ, ਜਿਹੜੇ ਪ੍ਰੋਗਰਾਮਸ ਨੇ, ਜਿਹੜੇ ਸਟੂਡੈਂਟ ਜ਼ਿਆਦਾ ਜਿਹਦੇ ਥਰੂ ਅਪਲਾਈ ਕਰਦੇ ਨੇ, ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ। ਜਿਸ ਤੋਂ ਭਾਵ ਹੈ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ 1 ਸਾਲ ਦਾ ਜਦੋਂ ਐਕਸਪੀਰੀਅੰਸ ਹਾਸਲ ਕਰ ਲੈਂਦੇ ਹੋ ਤਾਂ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਐਲੀਜੀਬਲ ਹੋ ਜਾਂਦੇ ਹੋ। ਬਟ ਉਹਦੀ ਪ੍ਰੋਬਲਮ ਇਹ ਹੈਗੀ ਉਹ ਇੱਕ ਕੰਪੈਟੀਟਿਵ ਪ੍ਰੋਗਰਾਮ ਹੈ, ਮੀਨਿੰਗ ਜਿਹੜੀ ਨੰਬਰ ਆਫ ਐਪਲੀਕੇਸ਼ਨਸ ਜਿਹੜੇ ਇੰਡੀਵਿਜੂਅਲਸ ਕੁਆਲੀਫਾਈ ਕਰਦੇ ਨੇ ਉਹ ਜ਼ਿਆਦਾ ਨੇ, ਤਾਂ ਸਰਕਾਰ ਦਾ ਜਿਹੜਾ ਟਾਰਗੇਟ ਹੈ ਉਹ ਘੱਟ ਹੈ। ਉਸ ਚੀਜ਼ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਪੂਲ ਕ੍ਰੀਏਟ ਕੀਤਾ ਹੋਇਆ ਹੈ, ਜਿਹਨੂੰ ਐਕਸਪ੍ਰੈਸ ਐਂਟਰੀ ਪੂਲ ਕਿਹਾ ਜਾਂਦਾ। ਸੋ ਜਦੋਂ ਤੁਸੀਂ ਐਪਲੀਕੇਸ਼ਨ ਉਹਦੇ ਵਿੱਚ ਦਾਇਰ ਕਰ ਦਿੰਦੇ ਹੋ ਤਾਂ ਪੂਲ ਦੇ ਵਿੱਚ ਜਿੰਨੇ ਵੀ ਤੁਹਾਡੇ ਕੰਪੈਟੀਟਿਵ ਹੋਰ ਇੰਡੀਵਿਜੂਅਲਸ ਬੈਠੇ ਨੇ, ਤਾਂ ਸਰਕਾਰ ਫਿਰ ਹਰ ਮਹੀਨੇ ਡਰਾਅ ਕੱਢਦੀ ਹੈ, ਜਾਂ ਮਹੀਨੇ ਦੇ ਵਿੱਚ 2 ਵਾਰ ਜਾਂ 3 ਵਾਰ ਵੀ ਡਰਾਅ ਨਿਕਲ ਜਾਂਦਾ। ਸੋ ਜਦੋਂ ਡਰਾਅ ਨਿਕਲਦਾ ਤਾਂ ਉਦੋਂ ਤੁਹਾਡਾ ਜਿਹੜਾ ਸਕੋਰ ਹੈ ਉਹ ਜਿਹੜਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਕਿਹਾ ਜਾਂਦਾ CRS, ਉਹ ਸਕੋਰ ਜੇ ਤੁਹਾਡਾ ਘੱਟ ਹੈ ਤਾਂ ਤੁਹਾਡੀ ਐਪਲੀਕੇਸ਼ਨ ਪੂਲ ਦੇ ਵਿੱਚ ਹੀ ਰਹਿੰਦੀ ਹੈ। ਜੇ ਤੁਹਾਡਾ ਸਕੋਰ ਉਨਾ ਹੈ ਜਾਂ ਉਹ ਤੋਂ ਜ਼ਿਆਦਾ ਤਾਂ ਫਿਰ ਤੁਹਾਨੂੰ ਲੈਟਰ ਆਫ ਇਨਵੀਟੇਸ਼ਨ ਆ ਜਾਂਦੀ ਹੈ ਵੀ ਤੁਸੀਂ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਹੁਣ ਸਬਮਿਟ ਕਰ ਸਕਦੇ ਹੋ ਫਾਰਮਲ। ਨਾ ਇਸ ਦੇ ਵਿੱਚ ਜਿਹੜੇ ਕਾਫੀ ਇੰਡੀਵਿਜੂਅਲਸ ਉਹ ਪੂਲ ਦੇ ਵਿੱਚ ਰਹਿੰਦੇ ਨੇ ਬਿਕੋਜ਼ ਕੰਪੀਟੀਸ਼ਨ ਡੇ ਬਾਏ ਡੇ ਵੱਧਦਾ ਜਾ ਰਿਹਾ ਹੈ। ਹੁਣ ਜਿਹੜਾ ਸਟੂਡੈਂਟ ਕੋਈ 12ਵੀਂ ਤੋਂ ਬਾਅਦ ਆ ਕੇ ਕੈਨੇਡਾ ਦੇ ਵਿੱਚ ਪੜ੍ਹਦਾ ਹੈ, ਸਪੈਸ਼ਲੀ ਡਿਪਲੋਮਾ ਪੜ੍ਹਦਾ ਜਾਂ 1 ਸਾਲ ਦਾ ਕੋਈ ਪ੍ਰੋਗਰਾਮ ਲੈਂਦਾ, ਉਹਨੂੰ ਇਮੀਗ੍ਰੇਸ਼ਨ ਲੈਣਾ ਬਹੁਤ ਹੀ ਡਿਫਿਕਲਟ ਹੈ, ਮੈਂ ਕਹੂੰਗਾ ਇੰਪੋਸੀਬਲ ਹੈ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਉਹਨੇ ਪੁਆਇੰਟਸ ਉਹ ਅਚੀਵ ਨਹੀਂ ਕਰ ਪਾਊਗਾ ਜਦੋਂ ਉਹ ਆਪਣੀ ਐਪਲੀਕੇਸ਼ਨ ਪਰਮਾਨੈਂਟ ਰੈਜ਼ੀਡੈਂਸੀ ਦੀ ਫਾਈਲ ਕਰੂਗਾ। ਬਟ ਇਸ ਚੀਜ਼ ਦੇ ਨਾਲ ਸਰਕਾਰ ਨੇ ਜਿਵੇਂ ਆਪਸ਼ਨਸ ਜਿਹੜੀਆਂ ਨੇ ਬਾਈ ਜੀ, ਉਹ ਇੱਕ ਆਪਸ਼ਨ ਨਹੀਂ ਹੁੰਦੀ। ਟੋਟਲ ਜੇ ਆਪਾਂ ਪ੍ਰੋਗਰਾਮ ਦੇਖੀਏ ਤਾਂ ਤਕਰੀਬਨ 80 ਪ੍ਰੋਗਰਾਮਸ ਨੇ ਕੈਨੇਡਾ ਦੇ ਵਿੱਚ। ਕਾਫੀ ਇਹੋ ਜਿਹੇ ਪ੍ਰੋਗਰਾਮਸ ਨੇ ਜਿਹੜੇ ਸਰਕਾਰ ਨੇ ਚਲਾਏ ਹੋਏ ਨੇ ਜਿੱਥੇ ਤੁਸੀਂ ਘੱਟ ਪੜ੍ਹੇ ਲਿਖੇ ਹੋ ਜਾਂ ਤੁਹਾਡਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਘੱਟੋ ਘੱਟ 6 ਮਹੀਨੇ ਦਾ ਹੋ ਗਿਆ, ਤਾਂ ਫਿਰ ਤੁਸੀਂ ਉਹ ਪ੍ਰੋਗਰਾਮਾਂ ਦੇ ਵਿੱਚ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ, ਪ੍ਰੋਵਾਈਡਡ ਤੁਹਾਨੂੰ ਇੰਟੈਂਸ਼ਨ ਔਰ ਤੁਹਾਨੂੰ ਕਮਿਟਮੈਂਟ ਦੇਣੀ ਪੈਂਦੀ ਹੈ ਵੀ ਤੁਸੀਂ ਉਸ ਜਗ੍ਹਾ ਤੇ ਜਾ ਕੇ ਰਹੋਗੇ।
ਸੋ ਜਿਹੜਾ ਬੰਦਾ ਇਹ ਡਿਜ਼ਾਇਰ ਕਰਦਾ ਵੀ ਮੈਂ ਸਰੀ ਦੇ ਵਿੱਚ ਰਹਾਂ ਜਾਂ ਮੈਂ ਐਬਸਫੋਰਡ ਦੇ ਵਿੱਚ ਰਹਾਂ ਕਿਉਂਕਿ ਮੇਰੇ ਰਿਸ਼ਤੇਦਾਰ ਇੱਥੇ ਨੇ, ਤਾਂ ਉਹਨੂੰ ਉਹ ਕੰਪੀਟੀਸ਼ਨ ਥਰੂ ਜਾਣਾ ਪਏਗਾ, ਬਿਕਾਜ਼ ਸਰਕਾਰ ਨਹੀਂ ਇਹ ਚਾਹੁੰਦੀ ਵੀ ਜਿਹੜੀ ਇੱਕ ਜਗ੍ਹਾ ਤੇ ਜਿਹੜੀ ਪੋਪੂਲੇਸ਼ਨ ਜਿਹੜੀ ਆ ਉਹ ਕਨਸੈਂਟਰੇਟ ਹੋਵੇ ਔਰ ਬਾਕੀ ਜਗ੍ਹਾਵਾਂ ਤੋਂ ਜਿਹੜੀ ਪੋਪੂਲੇਸ਼ਨ ਹੈ ਉੱਥੇ ਨਾ, ਜਾਂ ਨੈਗੇਟਿਵ ਜਿਹੜੀ ਗਰੋਥ ਹੈ ਉਹਨੂੰ ਓਵਰਕਮ ਕਰਨ ਦੇ ਲਈ, ਆਫਸੈਟ ਕਰਨ ਦੇ ਲਈ ਸਰਕਾਰ ਕੁਝ ਇਹੋ ਜਿਹੇ ਪ੍ਰੋਗਰਾਮ ਦਿੰਦੀ ਹੈ ਜਿੱਥੇ ਜਾ ਕੇ ਤੁਸੀਂ ਜੇ ਰਹਿੰਦੇ ਹੋ ਤਾਂ ਤੁਹਾਨੂੰ ਇਮੀਗ੍ਰੇਸ਼ਨ ਘੱਟ ਪੜ੍ਹੇ ਲਿਖਿਆਂ ਨੂੰ ਜਾਂ ਬਿਨਾਂ ਕੰਪੀਟੀਸ਼ਨ ਤੋਂ ਤੁਸੀਂ ਇਮੀਗ੍ਰੇਸ਼ਨ ਹਾਸਲ ਕਰ ਸਕਦੇ ਹੋ। ਹੁਣੇ ਸਰਕਾਰ ਨੇ ਪਿੱਛੇ ਅਨਾਊਂਸਮੈਂਟ ਕੀਤੀ ਸੀ ਜਿਹੜਾ ਰੂਰਲ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਸੀ, ਜਿੱਥੇ ਰੂਰਲ ਏਰੀਆ ਸਿਲੈਕਟ ਕੀਤੇ ਹੋਏ ਨੇ, ਜਿਵੇਂ ਵਰਨਨ ਹੈ BC ਦੇ ਵਿੱਚ, ਤਾਂ ਉੱਥੇ ਜਾ ਕੇ ਜੇ ਕੋਈ ਇੰਡੀਵਿਜੂਅਲ ਰਹਿੰਦਾ 1 ਸਾਲ ਉੱਥੇ ਕੰਮ ਕਰਦਾ ਤਾਂ ਫਿਰ ਉਹ ਆਪਣੀ ਇਮੀਗ੍ਰੇਸ਼ਨ ਜਿਹੜਾ 12ਵੀਂ ਪੜ੍ਹਿਆ ਲੈ ਸਕਦਾ। ਇਸੇ ਤਰ੍ਹਾਂ ਕਈ ਪ੍ਰੋਵਿੰਸਿਸ ਨੇ, ਜਿਵੇਂ ਪ੍ਰਿੰਸ ਐਡਵਰਡ ਆਈਲੈਂਡ ਹੈ ਫੋਰ ਐਗਜ਼ਾਮਪਲ, ਉੱਥੇ ਕੋਈ 6 ਮਹੀਨੇ ਕੰਮ ਕਰ ਲੈਂਦਾ, ਫਾਰਮ ਵਰਕਰ ਦਾ ਹੀ ਕੰਮ ਕਰ ਲੈਂਦਾ, ਤਾਂ 12ਵੀਂ ਪੜ੍ਹਿਆ 4 ਬੈਂਡ ਇੰਗਲਿਸ਼ 'ਚ ਲੈ ਕੇ ਆਪਣੇ ਪੂਰੇ ਪਰਿਵਾਰ ਦੇ ਸਮੇਤ ਇਮੀਗ੍ਰੇਸ਼ਨ ਹਾਸਲ ਕਰ ਸਕਦਾ। ਸੋ ਪ੍ਰੋਗਰਾਮ ਐਗਜ਼ਿਸਟ ਕਰਦੇ ਨੇ। ਜੇ ਤੁਸੀਂ ਘੱਟ ਪੜ੍ਹੇ ਲਿਖੇ ਹੋ ਜਾਂ ਤੁਹਾਡਾ ਇਹਦੇ ਵਿੱਚ ਸਕੋਰ ਨਹੀਂ ਆ ਰਿਹਾ ਤਾਂ ਬਿਲਕੁਲ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ ਔਰ ਪਤਾ ਕਰ ਸਕਦੇ ਹੋ ਕਿਹੜੀਆਂ ਪ੍ਰੋਵਿੰਸਿਸ 'ਚ ਕਿਹੜੀਆਂ ਆਪਸ਼ਨਸ ਅਵੇਲੇਬਲ ਨੇ, ਫਿਰ ਤੁਸੀਂ ਉਹਨਾਂ 'ਤੇ ਵਰਕ ਕਰ ਸਕਦੇ ਹੋ। ਔਰ ਕੋਸ਼ਿਸ਼ ਕਰੋ ਜੇ ਘੱਟ ਪੜ੍ਹੇ ਲਿਖੇ ਹੋ ਤਾਂ ਤੁਹਾਨੂੰ ਸਰੀ ਜਾਂ ਐਬਸਫੋਰਡ ਜਾਂ ਇਹਨਾਂ ਵੱਡੇ ਸ਼ਹਿਰਾਂ 'ਚੋਂ ਤੁਹਾਨੂੰ ਮੂਵ ਆਊਟ ਕਰਨ ਲਈ ਤੁਸੀਂ ਤਿਆਰ ਹੋਵੋ। ਇਹ ਕੰਡੀਸ਼ਨ ਤਾਂ ਰਹੇਗੀ। ਜੇ ਤੁਸੀਂ ਤਿਆਰ ਹੋ ਫਿਰ ਇਮੀਗ੍ਰੇਸ਼ਨ ਆਪਸ਼ਨਸ ਵੀ ਤੁਹਾਡੇ ਲਈ ਹੈਗੀਆਂ, ਅਦਰਵਾਈਜ਼ ਤੁਹਾਨੂੰ ਇਮੀਗ੍ਰੇਸ਼ਨ ਜਿਹੜੀ ਹੈ ਇਹਨਾਂ ਸ਼ਹਿਰਾਂ ਦੇ ਵਿੱਚ ਨਹੀਂ ਮਿਲਣੀ। ਧੰਨਵਾਦ ਜੀ, ਬਹੁਤ ਬਹੁਤ। ਸਮਾਂ ਉੱਪਰ ਚੱਲ ਗਿਆ 2 ਮਿੰਟ। ਅਮਨ ਖਹਿਰਾ ਜੀ, ਧੰਨਵਾਦ। ਥੈਂਕ ਯੂ ਭਾਈ ਜੀ, ਥੈਂਕ ਯੂ ਸੋ ਮਚ। ਫਾਰਮ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਹੈ ਨਹੀਂ, ਬੇਰੀ ਸਾਰੀ ਖਰਾਬ ਹੋ ਰਹੀ ਹੈ, ਬੇਰੀ ਤੋੜਨ ਵਾਲੇ ਹੈ ਨਹੀਂ, ਬਜ਼ੁਰਗ ਪੰਜਾਬ ਤੋਂ ਆਏ ਨਹੀਂ, ਹਰ ਇੱਕ ਬੇਰੀ ਤੋੜਦਾ ਨਹੀਂ, ਤੇ ਓਪਨ ਵਰਕ ਪਰਮਿਟ ਹੈ ਨਹੀਂ, ਫਾਰਮਾਂ 'ਚ ਲੋਕ ਕੰਮ ਕਰਨ ਨੂੰ ਜਾਂਦੇ ਹੈ ਨਹੀਂ। ਇਹਦਾ ਸੋਲਿਊਸ਼ਨ ਕੀ ਹੈ? ਸਰਕਾਰ ਕਹਿ ਰਹੀ ਹੈ ਕਿ ਅਸੀਂ ਕੰਮ ਬਹੁਤ ਕਰ ਰਹੇ ਹਾਂ, ਤੇ ਫਿਰ ਕਿਵੇਂ ਇਹ ਜਿਹੜਾ ਆਰਜੀ ਜਿਹੜੇ ਕੰਮ ਇਹਨੇ ਸੱਦੇ ਜਾਂਦੇ ਆ ਉਹਨਾਂ ਦਾ ਇਹਦੇ ਨਾਲ ਕੀ ਜਿਹੜੀ ਹੈ ਇਹ ਫਾਇਦਾ ਹੋ ਸਕਦਾ? ਇਹ ਬਹੁਤ ਵੱਡੀ ਇਸ ਵਾਰ ਮੁਸ਼ਕਲ ਹੈ ਕਿ ਖੈਰ ਫਸਲ ਜਿਹੜੀ ਔਰਚਰਡ ਹੈ, ਜੇ ਤੁਸੀਂ ਕਿਤੇ ਫੋਟੋਆਂ ਮੰਗਾਓ ਚੈਰੀ ਦੀਆਂ, ਬਹੁਤ ਬੁਰਾ ਹਾਲ ਉਹਨੇ ਓਕਨਾਗਨ 'ਚ ਇਸ ਵਾਰ ਮੀਂਹ ਨੇ ਕੀਤਾ, ਪਾੜ ਦਿੱਤੀ ਚੈਰੀ, ਪੂਰੀ ਰਾਈਪ ਹੋਈ, ਰਸ ਨਾਲ ਭਰੀ ਹੋਈ, ਐਡਾ ਤੇਜ਼ ਮੀਂਹ ਵਰਿਆ ਤੇ ਉਹ ਫਟ ਗਈ ਵਿੱਚੋਂ। ਪਿਛਲੇ ਸਾਲ ਵੀ, ਇਸ ਵਾਰ ਵੀ 80% ਦੇ ਕਰੀਬ ਜਿਹੜੀ ਚੈਰੀ ਖਰਾਬ ਹੋ ਗਈ। ਕਿਵੇਂ ਸਰਵਾਈਵ ਕਰੇਗਾ ਫਾਰਮਰ? ਜਿਹੜੀ ਜ਼ਮੀਨ ਭੋਰਾ ਮਹਿੰਗੀ ਹੋ ਗਈ ਉਹੀ ਉਹਨਾਂ ਦੀ ਆ, ਅਦਰਵਾਈਜ਼ ਤਾਂ ਬਹੁਤ ਮੰਦਾ ਹਾਲ ਹੈ। ਤੇ ਹੁਣ ਪੱਟ ਕੇ ਚੈਰੀ ਨਵਾਂ ਕੁਛ ਲਾਉਣਾ ਬਹੁਤ ਔਖਾ ਹੈ, ਕਿਤੇ ਸੌਖਾ ਹੈ? ਇਹ ਬਹੁਤ ਵੱਡਾ ਕੰਮ ਹੈ। ਤੇ ਵਰਕ ਪਰਮਿਟ ਦੇ ਵਿੱਚ ਜਿਹੜੇ ਬੰਦੇ ਬੈਠੇ ਆ, ਆਏ ਹੋਏ ਆ, ਉਹ ਵੀ ਔਖੇ ਆ। ਕੰਮ ਜਿੱਥੇ ਉਹਨਾਂ ਨੂੰ ਮਿਲਦਾ, ਹੁਣ ਬਹੁਤ ਫੋਨ ਜੀ ਸਾਨੂੰ ਜਿਹੜੇ ਇੰਪਲਾਇਰ ਕੋਲ, ਸਾਨੂੰ ਇੰਪਲਾਇਰ ਦੇ ਕੋਲ ਵਰਕ ਪਰਮਿਟ ਹੈ, ਉਹਦੇ ਕੋਲ ਕੰਮ ਹੈ ਨਹੀਂ, ਉਹ ਕਹਿੰਦਾ ਕੰਮ ਸਾਨੂੰ ਹੈ ਨਹੀਂ, ਕੰਮ ਹੈ ਨਹੀਂ, ਟੈਕਸ ਨਹੀਂ ਕਟਾ ਹੋਣਾ, ਕੱਲ ਨੂੰ PR ਲਈ ਅਪਲਾਈ ਕਿਵੇਂ ਕਰੋਗੇ? ਮੈਨੂੰ ਤਾਂ ਵੈਸੇ ਹੀ ਲੱਗਦਾ 2 ਸਾਲਾਂ ਨੂੰ ਜਦ ਬੱਚੇ ਐਲੀਜੀਬਲ ਹੋਣਗੇ ਕਿਹੜੀ ਕੈਟੇਗਰੀ 'ਚ ਜਾਣਗੇ? ਕੀ ਇਹਨਾਂ ਦੀ ਇਮੀਗ੍ਰੇਸ਼ਨ ਹੋ ਜੂ ਕਦੇ? ਹਾਂ, ਵਿਆਹ ਸ਼ਾਦੀ ਕੋਈ ਹੋ ਜਾਵੇ ਇੱਥੇ, ਇੱਕ ਦੂਜੇ ਨਾਲ ਕੋਈ ਜਿਹੜਾ PR ਹੋਵੇ ਤਾਂ ਕੁਝ ਹੋ ਸਕਦਾ, ਅਦਰਵਾਈਜ਼ ਤਾਂ ਇਸ ਵਾਰ ਬੱਚੇ ਨੇ ਜੇ ਕਿਸੇ ਨੇ ਗ੍ਰੈਜੂਏਸ਼ਨ ਕਰਨੀ ਹੈ ਹੁਣ ਸਮਰ 'ਚ ਆਹ ਦਿਨਾਂ 'ਚ ਹੁਣ ਹੋ ਗਈ ਤਾਂ ਉਹਨੂੰ ਪਰਮਿਟ ਜੇ ਮਿਲ ਵੀ ਗਿਆ 2 ਸਾਲਾਂ ਦਾ, 2 ਸਾਲਾਂ ਬਾਅਦ ਇੱਥੇ ਕੈਨੇਡਾ 'ਚ 2022 'ਚ ਕਿਹੜੇ ਰਾਜੇ ਦੀ ਪਰਜਾ ਹੋਣੀ ਹੈ ਕੀ ਪਤਾ? ਇੱਥੇ ਕੀ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਰਹਿਣਗੀਆਂ ਜਾਂ ਨਹੀਂ ਰਹਿਣਗੀਆਂ, ਤੇ ਜਾਂ ਫਿਰ ਉਹ ਫੈਡਰਲ ਸਕਿਲਡ ਵਰਕਰ ਕੈਟੇਗਰੀ 'ਚ ਜਾਵੇ, ਉਹਦੇ 'ਚ ਉਹਦੇ ਪੁਆਇੰਟ ਬਣਨਗੇ ਸਟਾਰਟ ਜਾਂ ਨਹੀਂ? ਇਹ ਠੀਕ ਹੈ, ਇਹ ਜਿਹੜਾ ਵਰਕ ਪਰਮਿਟ ਵਗੈਰਾ ਆਰਜੀ ਬੰਦੇ ਆ ਕੇ ਕਰਨ ਤਾਂ ਲੱਗ ਗਿਆ, ਪਰ ਇਹ ਦੇਸ਼ ਨੂੰ 3 ਲੱਖ ਬੰਦਾ ਤਾਂ ਹਰ ਸਾਲ PR ਚਾਹੀਦਾ, ਇਸ ਦੇਸ਼ 'ਚ ਆਵੇ ਤਾਂ ਹੀ ਹੈ। ਜੇ 2 ਜਾਂ 3% ਪਾਪੂਲੇਸ਼ਨ ਦੇ ਲੋਕ 3% 2.5% ਆਉਣ ਤਾਂ ਬੱਚੇ ਤਾਂ 7-8 ਸਾਲਾਂ ਤੱਕ ਬਹੁਤ ਰਿਟਾਇਰਮੈਂਟ ਹੋਣੀ ਹੈ। ਜਿਹੜੇ ਹੁਣ 50-52 ਦੇ 53 ਦੇ ਨੇ, ਉਹਨਾਂ 10 ਸਾਲਾਂ ਨੂੰ ਰਿਟਾਇਰ ਹੋਣਾ, ਬੰਦੇ ਕਿੱਥੋਂ ਲਿਆਉਣਗੇ? ਹੁਣ 3 ਲੱਖ 3.5 ਲੱਖ ਆਉਂਦਾ, 1% ਆਉਂਦਾ। 2 ਤੋਂ 3% ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ। ਜਿਹੜੇ ਇੱਥੇ ਦੇ ਕੈਨੇਡੀਅਨ ਲੋਕ ਨੇ ਉਹਨਾਂ ਦੇ ਪਹਿਲਾਂ ਵਿਆਹ ਹੈ ਨਹੀਂ,
ਵਿਆਹ ਤੋਂ ਬਾਅਦ ਜਵਾਕ ਜੱਲਾ ਹੈ ਨਹੀਂ, ਵਿਆਹ ਨਹੀਂ ਕਰਾਉਂਦੇ, ਵਿਆਹ ਤੋਂ ਬਾਅਦ ਫਿਰ ਬੱਚੇ ਹੈ ਨਹੀਂ, ਕੰਮ ਕਿਹਨੇ ਕਰਨਾ? ਹੁਣ ਇਹ ਜਿਹੜੇ ਨੇ ਆਰਥਿਕਤਾ ਉਧਰ ਡਾਮਾਡੋਲ ਹੋ ਜਾਣੀ ਹੈ। ਹੁਣ ਇੱਥੇ ਵੀ ਬੜਾ ਜਿਹੜਾ ਦੱਸ ਕੇ ਗਏ ਨੇ, ਉਹ ਜਵਾਕ ਜਿਨ੍ਹਾਂ ਨੂੰ ਜਿਹੜੇ ਕਾਲਜ ਪੜ੍ਹਦੇ ਆ ਜਿਹਦਾ ਵਰਕ ਪਰਮਿਟ ਨਹੀਂ ਮਿਲਦਾ, ਉਹੀ ਨਹੀਂ ਦੱਸਦੇ ਬਹੁਤ। ਚੋਪੜ ਤੇ ਸਿੰਘ ਉਹਨਾਂ ਨੇ। ਦੂਸਰਾ ਜਿਹੜੇ ਜਿਨ੍ਹਾਂ ਨੂੰ ਵਰਕ ਪਰਮਿਟ ਨਹੀਂ, ਸਾਲ ਪ੍ਰੀ ਰੈਕ ਦੇ ਵਿੱਚ ਲਾਈ ਜਾਂਦੇ ਨੇ, ਜਿੰਨੀਆਂ ਉਹਨਾਂ ਦੀਆਂ ਰਿਕੁਆਇਰਮੈਂਟਸ ਪਹਿਲੀਆਂ ਨੇ, ਇੱਕ ਸਾਲ ਤਾਂ ਉਹਦੇ 'ਚ ਪੜ੍ਹਾਈ ਜਾਂਦੇ ਨੇ। ਜਿਨ੍ਹਾਂ ਦੇ 70% ਤੋਂ ਘੱਟ ਨੰਬਰ ਆ, ਕਿਸੇ ਨੂੰ ਪਤਾ ਹੈ ਉੱਥੇ ਪੰਜਾਬ ਬੈਠੇ ਨੂੰ? ਨਾ, ਕਿਸੇ ਨੂੰ ਨਹੀਂ ਪਤਾ। ਸਾਨੂੰ ਨਹੀਂ ਪਤਾ ਇੱਥੇ ਬਈ ਆਉਂਦੇ ਆ ਸਾਰ ਜਿਹਦੇ 80% ਤੋਂ ਨੰਬਰ ਘੱਟ ਆ, ਉਹਨੂੰ ਡਿਪਲੋਮੇ ਜਿਹਦੇ 'ਚ ਜਾਣਾ ਉਹਨੇ, ਉਹਦੇ 'ਚ ਐਡਮਿਸ਼ਨ ਨਹੀਂ ਮਿਲਦੀ ਉਹਨਾਂ ਨੂੰ। ਉਹ ਕਹਿੰਦੇ ਪਹਿਲਾਂ ਆਹ ਗ੍ਰੇਡ 12 ਦੇ ਬਰਾਬਰ ਦੇ ਆਹ ਨੰਬਰ ਕਰੋ, ਤੁਹਾਡੇ ਨੰਬਰ ਘੱਟ ਨੇ। ਇੱਕ ਸਾਲ ਉਹ ਲੈ ਲੈਂਦੇ ਨੇ $20-25,000। ਜਿਵੇਂ SFU ਦੇ ਵਿੱਚ ਬਾਹਰਲੇ ਬੰਨੇ ਇੱਕ ਕਾਲਜ ਆ, ਇੱਕ ਸਾਲ ਉਹਦੇ 'ਚ ਲਵਾਉਂਦੇ ਆ, ਫਿਰ SFU ਜਾਣ ਦਿੰਦੇ ਤੇ ਸਾਰੇ ਉੱਥੇ ਬੈਠੇ ਆ। ਇਹ ਖੋਲਿਆ ਤਾਂ ਸੀ, ਪਰ ਇਹਦੇ ਵਿੱਚ ਜਿਹੜੀ ਲੁੱਟ ਹੋਈ ਹੈ ਜਵਾਕਾਂ ਦੀ ਦੁਨੀਆ ਦੇ ਵਿੱਚੋਂ, ਖਾਸ ਤੌਰ ਤੇ ਪੰਜਾਬ ਦਿਆਂ ਦੀ, ਉਹ ਬਹੁਤ ਔਖੀ ਹੈ। ਮਾਪੇ ਲਾਈ ਬੈਠਿਆ ਸਾਰਾ ਕੁਛ, 50-50, 40-40, 50-50 ਲੱਖ ਰੁਪਈਆ ਭੇਜਤਾ, ਉੱਥੇ ਕੀ ਰਹਿ ਗਿਆ? ਪਿੱਛੇ ਕੁਛ ਵੀ ਨਹੀਂ ਹੈ। ਉੱਥੇ ਬੇਰੁਜ਼ਗਾਰੀ ਤੇ ਮਾੜੇ ਹਾਲ ਨੇ, ਉਹਦੇ ਕਰਕੇ ਵੇਚ ਵੱਟ ਕੇ ਇੱਧਰ ਨੂੰ ਘਲਤੇ। ਇੱਧਰ ਹੁਣ ਕੀ ਹੋਣਾ? ਠੀਕ ਹੈ, ਇਹਨਾਂ ਨੂੰ ਕੋਈ ਨਹੀਂ ਭੇਜਦਾ, ਇੱਥੋਂ ਵਾਪਸ ਰਹਿਣਗੇ, ਪਰ ਇਲੀਗਲ ਕਿੰਨਾ ਚਿਰ ਰਹਿਣਗੇ? ਕਿੰਨੀ ਕਮਾਈ ਇਲੀਗਲ ਕਰਨਗੇ? ਉਹ ਕੀ ਕਰਨਗੇ ਇਹ ਜਵਾਕ? ਕਦੇ ਭਾਈਚਾਰਾ ਇਸ ਗੱਲ ਤੇ ਸੋਚਿਆ ਵੀ ਕੱਲ ਨੂੰ, ਅੱਜ ਤੋਂ 2-4 ਸਾਲਾਂ ਨੂੰ ਜਦ 3-3.5-4 ਲੱਖ ਹੈ, ਇਹ ਕਿਵੇਂ ਸੈਟਲ ਹੋਣਗੇ ਬੱਚੇ? ਪੜ੍ਹਾਈ ਕਿੱਥੇ ਹੋਣੀ ਹੈ? ਮਸਾਂ ਉਹ ਪਹਿਲੇ ਵਰਕ ਪਰਮਿਟ ਤੱਕ ਪੜ੍ਹਦੇ ਆ, ਮਸਾਂ ਉਹ ਪਹਿਲਾ ਵਰਕ ਪਰਮਿਟ ਮਿਲ ਗਿਆ, ਉਹਦੇ ਬਾਅਦ ਫੇਰ ਕਿਹਨੇ ਕਾਲਜ ਬਣਨਾ? ਇਹ ਬਸ ਜਿਉਂ ਇਹ ਲਿਬਰਲ ਦਾ ਤੋਰਿਆ ਕੰਮ ਨੋਮੀਨੀ ਪ੍ਰੋਗਰਾਮ ਦਾ ਥੱਲੇ, ਅਸਲ ਤਾਂ ਜਿਹੜਾ ਵੀ ਜਵਾਕ ਐਡਮਿਸ਼ਨ ਕਰਾਉਂਦਾ ਉਹਦੀ ਕਹਾਣੀ ਤਾਂ PR ਲੈਣ ਦੀ ਹੋਈ ਹੈ। ਮੈਨੂੰ ਪਤਾ ਹੈ, ਜਿਵੇਂ ਯਾਦ ਕਰਾਂ 8-8, 10-10 ਸਾਲ ਪੜ੍ਹ ਕੇ ਇੱਥੇ, ਉਸ ਤੋਂ ਬਾਅਦ PR ਮਤਲਬ ਸਕਿਲਡ ਵਰਕਰ ਕੈਟੇਗਰੀ ਦੇ ਵਿੱਚ ਪੁਆਇੰਟ ਬਣਾ ਕੇ ਬੰਦਾ ਇਹਦੇ, ਜੇ ਉਹਦੇ 'ਚ ਸੈੱਟ ਆਉਂਦਾ ਤਾਂ ਹੁੰਦੇ, ਅਦਰਵਾਈਜ਼ ਤਾਂ ਮਾਸਟਰਜ਼ PhD ਕੀਤੇ ਹੋਏ ਬੰਦੇ ਨੂੰ ਵਾਪਸ ਭੇਜੀ ਜਾਂਦੇ ਸੀ ਅੱਜ ਤੋਂ 10 ਸਾਲ 15 ਸਾਲ ਪਹਿਲਾਂ। ਅੱਜ ਤਾਂ ਹੁਣ ਸਮਾਂ ਅਲੱਗ ਹੋ ਗਿਆ। ਐਡਮਿਸ਼ਨ ਕਿੱਥੇ ਮਿਲਦੀ ਸੀ? ਸਟੂਡੈਂਟ ਕਿਹੜਾ ਆਉਂਦਾ ਸੀ ਇੱਥੇ? ਮਾਸਟਰਜ਼ ਕਰਨ ਦੀ ਐਡਮਿਸ਼ਨ ਨਹੀਂ ਸੀ ਮਿਲਦੀ। ਉਹ ਵੀ ਜਿਹੜੇ ਡਿਸਟਿੰਕਸ਼ਨ ਨਾਲ 80% ਪਲੱਸ ਤੇ ਜਿਨ੍ਹਾਂ ਦੇ ਨੰਬਰ ਸੀ, ਉਹਨਾਂ ਨੂੰ ਐਡਮਿਸ਼ਨ ਨਹੀਂ ਸੀ ਇਹ ਯੂਨੀਵਰਸਿਟੀਆਂ ਦਿੰਦੀ। ਤੇ ਹੁਣ ਹਰੇਕ ਹੀ ਗ੍ਰੇਡ 12 18 ਸਾਲ ਦਾ ਉਮਰ, ਚੱਕੋ ਫਾਈਲ ਲੱਗੀ ਆ, ਵਿਚਾਰੇ ਬੈਗ ਉੱਥੋਂ ਲੈ ਆਉਂਦੇ ਆ, ਕੱਪੜੇ ਉੱਥੋਂ ਲੈਂਦੇ। ਹਾਲ ਜਵਾਕਾਂ ਦਾ ਵੇਖਿਆ ਸੜਕ ਤੇ ਤੁਰੇ ਜਾਂਦੇ ਦਾ, ਦੇਖ ਕੇ ਧਾਰ ਨਿਕਲਦੀ ਹੈ ਜਵਾਕੜੀਆਂ ਨੂੰ ਜਦ ਤੁਰੀਆਂ ਫਿਰਦੀਆਂ ਕੰਮ ਕਰਦੀਆਂ। ਕਿਤੇ ਸੌਖਾ ਇਹਨਾਂ ਨੂੰ ਵਿਚਾਰੀਆਂ ਨੂੰ? ਕੱਲ ਦੀ ਹਲੇ ਦੁੱਧ ਦੇ ਦੰਦ ਨਹੀਂ ਟੁੱਟੇ, ਕੋਈ 17 ਸਾਲ ਦੀ, ਕੋਈ 18 ਸਾਲ ਦੀ ਹੈ, ਤੇ ਸਾਰਾ ਦਿਨ ਉਹ ਵਿਚਾਰੀਆਂ ਤੁਰੀਆਂ ਫਿਰਦੀਆਂ। ਹੱਥ 'ਚ ਪੀਲੇ ਲਿਫਾਫੇ ਹੁੰਦੇ ਨੇ, 4 ਗੰਢੇ 2 ਆਲੂ ਤੇ ਹੱਥ 'ਚ ਜਿਹੜਾ ਬੋਰਾ ਲਈ ਜਾਂਦੀ ਹੈ। ਕਾਰਨ ਕੀ ਹੋਇਆ ਵੀ ਅਸੀਂ ਉੱਥੋਂ, ਬਰਬਾਦੀ ਸਾਡੀ ਉੱਥੋਂ ਹੋਈ। ਜਿਹੜੇ ਭੱਜਿਆ ਜਿਹੜੇ ਰਹਿੰਦੇ ਨੇ, ਆ ਫੜੀ ਜਾਂਦਾ। ਹੁਣ ਪਜਾਮੀ ਪਾ ਕੇ ਤੇ ਲਾ ਕੇ ਦਾੜੀ ਤੇ ਜਾਲੀ ਬਹਿ ਜਾਂਦਾ ਰਾਜਾ, ਫੜ ਲਓ। ਇਹ ਆਹ ਕਰਦੇ ਨੇ, ਆਹ ਕਰਦੇ ਨੇ, ਦੂਜਿਆਂ ਨੇ, ਪਹਿਲਿਆਂ ਨੇ। ਇਹ ਢਿੱਲੀ ਬੰਦਾ, ਇਹ ਟਾਈਟ ਵਾਲੀ ਬੰਦਾ ਸੀ, ਉਹਨੇ ਰਾਹ ਨਾ ਦਿੱਤਾ। ਕਦੇ ਕਿਤੇ ਬੇਅਦਬੀ ਹੋ ਗਈ, ਕਿਤੇ ਬੇਅਦਬੀ ਹੋ ਗਈ। ਹੁਣ ਇਹ ਸਾਰਾ ਕੁਛ ਪੰਜਾਬ ਵਿੱਚ ਨੂੰ ਫਿਰਦੇ ਆ। ਥਰਮਲ ਵੇਚ, ਉਹਨਾਂ ਨੇ ਪਹਿਲਾਂ ਰਿਜ਼ੋਰਟ ਵੇਚਦੇ ਸੀ, ਨਹਿਰਾਂ ਵਾਲੇ ਤੇ ਇੱਧਰ ਤੇ ਉੱਧਰ। ਮਤਲਬ ਕਰੋਗੇ ਕੀ? ਗੱਲ ਤਾਂ ਇਹ ਵੀ ਪਰਦੇਸੀ ਹੋਣਾ ਜਿਹੜਾ ਸੰਤਾਪ ਆ, ਮੈਂ ਤਾਂ ਇਸ ਗੱਲ ਤੇ ਖੜਾ ਵੀ ਜਿੱਦਣ ਤੁਸੀਂ ਪਰਦੇਸੀ ਹੋਣਾ, ਕਿਸਮਤ ਲੋਕਾਂ ਨੇ ਜਾਗਦੇ, ਕਿਸਮਤ ਫੁੱਟਦੀ ਆ ਉਸ ਦਿਨ ਤੁਹਾਡੀ, ਜਦ ਘਰੋਂ ਬੇਘਰ ਹੋਣ। ਠੀਕ ਹੈ, ਇੱਥੇ ਜ਼ਿੰਦਗੀ ਬਹੁਤ ਚੰਗੀ ਆ, 4 ਪੈਸੇ ਨੇ, ਸੇਫਟੀ ਆ, ਗੱਡੀਆਂ ਖੜੀਆਂ ਨੇ, ਖਾਣ ਪੀਣ ਵਾਲਿਆਂ ਨੂੰ ਖਾਣ ਪੀਣ ਨੂੰ ਮਿਲ ਜਾਂਦਾ, ਤੇ ਪਰ ਉਹਦੀ ਕੀਮਤ ਵੇਖੀ ਆ ਕਦੇ? ਜ਼ਿੰਦਗੀ ਆਪਣੀ ਆਪ ਕਦੇ ਲਿਖਿਆ ਪੇਪਰ ਤੇ ਵੀ ਮੈਂ ਜ਼ਿੰਦਗੀ 'ਚ ਕਰ ਕੀ ਰਿਹਾ? ਮਸ਼ੀਨ ਵਾਂਗੂ ਆਪਾਂ ਤੁਰੇ ਫਿਰਦੇ ਹਾਂ, ਮਸ਼ੀਨ ਵਾਂਗੂ। ਰਾਤਾਂ ਨੂੰ ਨੀਂਦਾਂ ਨਹੀਂ ਲੋਕਾਂ ਨੂੰ ਆਉਂਦੀਆਂ, 11 ਵਜੇ 12 ਵਜੇ ਤੱਕ ਬੈਠੀ ਜਾਂਦੇ ਨੇ, ਖੁਲਝੀ ਜਾਂਦੇ ਨੇ। ਕੋਈ ਗੋਲੀ ਖਾਂਦਾ, ਕੋਈ ਕੁਛ ਖਾਂਦਾ, ਕੋਈ ਸ਼ਰਾਬ ਪੀਂਦਾ, ਕੋਈ ਕੁਛ ਕਰਦਾ, ਤਾਂ ਕਿਤੇ 4 ਮਿੰਟ ਲੋਕਾਂ ਦੀ ਅੱਖ ਲੱਗਦੀ, ਸਵੇਰ ਨੂੰ ਭੱਜ ਲਾ ਫੇਰ ਹੁੰਦੀ। ਤੇ ਇਹ ਜਵਾਕ ਕਰਨਗੇ ਕੀ? ਇਹ ਤਾਂ ਹੁਣ ਕੋਈ ਸੋਚ ਇਸ ਗੱਲ ਤੇ ਤਾਂ ਸੋਚ ਨਹੀਂ ਰਿਹਾ। ਭਾਈਚਾਰਾ ਕੀ ਕਰ ਸਕਦਾ? ਭਾਈਚਾਰਾ ਨਾ ਰੋਕਣ ਵਾਲਾ ਚਲਾ ਲਿਆਉਣ ਵਾਲਿਆਂ 'ਚ, ਪਰ ਜਿਹੜੀਆਂ ਸਰਕਾਰਾਂ ਲਿਆਉਂਦੀਆਂ ਨੇ ਉਹਨਾਂ ਨੇ ਇਹਨਾਂ ਦਾ ਹੀ
ਸੈਟਲ ਕਰਨ ਲਈ, ਇਹਨਾਂ ਨੂੰ ਸੈੱਟ ਕਰਨ ਲਈ ਕੀ ਕੀਤਾ ਹੋਇਆ ਉਹ ਨਹੀਂ ਸਮਝ ਲੱਗੀ। ਪਹਿਲਾਂ ਤੁਸੀਂ ਬੰਦ ਕਰ ਦਿੱਤੀਆਂ ਯੂਨੀਵਰਸਿਟੀ ਨੇ ਗ੍ਰਾਂਟਸ, ਇਹਨਾਂ ਤੋਂ ਤੁਸੀਂ ਬੈਂਕਾਂ ਭਰਤੀਆਂ ਉਹਨਾਂ ਦੀਆਂ, ਤੇ ਹੁੱਬ ਕੇ ਇਮੀਗ੍ਰੇਸ਼ਨ ਮਿਨਿਸਟਰ ਕਹਿੰਦਾ ਤਾਂ ਲੰਬਰ ਇੰਡਸਟਰੀ ਤੋਂ ਵੱਧ ਪੈਸੇ ਬਣਦੇ ਨੇ। ਬੁੱਕਸ ਤੁਸੀਂ ਫਾਈਨ ਜਿਹੜੀ ਲੈਵਲ ਕਰਕੇ ਲੋਕਾਂ ਨੂੰ ਦਿਖਾ ਕੇ ਘਾਟੇ ਦਾ ਬਜਟ ਹੈ ਨਹੀਂ, ਵਾਧੇ ਦਾ ਬਜਟ ਆ, ਵੋਟਾਂ ਪਵਾ ਲਿਆ, ਪਰ ਇਹ ਜਿਹੜੇ ਲਿਆਂਦੇ ਨੇ 5-4 ਲੱਖ ਇਹ ਜਾਣਗੇ ਕਿ ਕੈਟੇਗਰੀ ਜਿਹੜੀ ਕਹੀ ਜਾਂਦੇ ਆ ਨਾ, ਸੌਰੀ ਸਕਿਲਡ ਵਰਕਰ ਕੈਟੇਗਰੀ ਜਾਂ PNP ਦੇ ਵਿੱਚ ਇੰਨੀਆਂ ਸੌਖੀਆਂ ਫਾਈਲਾਂ ਨਹੀਂ ਲੱਗਣੀਆਂ ਇਹ ਜਿਵੇਂ ਲੱਗ ਰਿਹਾ ਲੋਕਾਂ ਨੂੰ। 67 ਨੰਬਰ 68 ਨੰਬਰ ਬਣਦੇ ਜਾਨ ਨਿਕਲ ਜਾਂਦੀ ਹੈ ਸਕਿਲਡ ਵਰਕਰ ਕੈਟੇਗਰੀ 'ਚ। ਜਾਂ ਤੁਹਾਡਾ ਬਣਾਉਂਦੇ ਨੇ ਡਿਗਰੀ ਆਹ ਚਾਹੀਦੀ ਆ, ਉਹਦੇ ਬਾਅਦ ਨੰਬਰ, ਉਹਦੇ ਬਾਅਦ ਅੰਗਰੇਜ਼ੀ, ਉਹਦੇ ਬਾਅਦ ਉਮਰ। ਸਭ ਤੋਂ ਵੱਧ ਉਮਰ ਦੇ ਨੰਬਰ ਸੀ, ਮੈਨੂੰ ਯਾਦ ਆ 20 ਵਰੇ ਪਹਿਲਾਂ ਜਦ ਮੈਂ ਅਪਲਾਈ ਕੀਤਾ, ਜਦ ਜ਼ਿਆਦਾ ਆਏ ਲੋਕ 97 'ਚ ਖੁੱਲਿਆ ਹੀ, ਤੇ ਮਤਲਬ 5-5 ਮਹੀਨੇ 'ਚ ਲੋਕ ਆ ਗਏ। ਤੇ ਹੁਣ ਇਹ ਬੱਚੇ ਲੈ ਤਾਂ ਆਂਦੇ, ਕੱਲ ਨੂੰ ਜਦ ਰੁਲਣਗੇ। ਮੈਨੂੰ ਕੱਲ ਇੱਕ ਦਖਿਆਰੀ ਮਾਂ ਦਾ ਰਾਤ ਫੋਨ ਆਇਆ ਰਾਏਕੋਟ ਕੋਲ, ਪਰ ਉਹਦੇ ਮੈਨੂੰ ਪਰਿਵਾਰ ਤੋਂ ਪੁੱਛਿਆ, ਰੋਵੇ ਲੇਰਾ ਮਾਰੇ। 2017 ਦਾ ਮੁੰਡਾ ਆਇਆ ਹੋਇਆ, ਕੱਖ ਨਹੀਂ ਬਣਿਆ। ਉਹ ਕਾਲਜ 'ਚ ਐਡਮਿਸ਼ਨ ਲੈ ਲਈ ਜਿਹਦੇ 'ਚ ਪਰਮਿਟ ਹੈ ਨਹੀਂ, ਉਹਦੇ 'ਚ ਵਰਕ ਪਰਮਿਟ ਨਹੀਂ ਮਿਲਣਾ। ਨਸ਼ੇ ਤੇ ਲੱਗ ਗਿਆ, ਨਸ਼ੇ ਤੇ ਲੱਗਣ ਤੋਂ ਬਾਅਦ ਤੁਰਦਾ ਫਿਰਦਾ ਰਿਹਾ ਉਸ ਤਰ੍ਹਾਂ ਹੀ। ਉਹਦੇ ਬਾਅਦ ਵਰਕ ਪਰਮਿਟ ਖਰੀਦ ਲਿਆ $30,000 ਦਾ, ਵਰਕ ਪਰਮਿਟ ਖਰੀਦ ਲਿਆ, ਨਸ਼ਾ ਨਹੀਂ ਛੱਡਿਆ, ਤੇ ਹੁਣ ਰੀਹੈਬ ਵਾਲਿਆਂ ਦੇ ਪਿਆ। ਉਧਰੋਂ ਮਾਪੇ ਉਹਨਾਂ ਨੇ ਪੈਸੇ ਭੇਜਣੇ ਸੀ, ਉਹਨਾਂ ਨੇ ਗਾਂਹ ਵੀ ਆ ਕੇ ਵਿਆਹਾਂਗੇ, ਹੁਣ ਸਾਡੇ ਨੂੰ PR ਆਪਣੇ ਵਰਕ ਪਰਮਿਟ ਮਿਲ ਗਿਆ, ਉਹਨਾਂ ਨੇ 25 ਲੱਖ 'ਚ ਗਾਹਾਂ ਵਾਲੇ ਠੋਕ ਲਏ। 25 ਲੱਖ ਉਹਨਾਂ ਤੋਂ ਲੈ ਲਿਆ ਵੀ ਲਿਆਓ ਫੜਾਓ ਹੁਣੇ ਹੀ ਦੇ ਦਿਓ, ਇਹਦੇ ਨਾਲ ਪੱਕਾ ਆਊ, ਫਿਰ ਤੁਹਾਡੀ ਕੁੜੀ ਨੂੰ ਲੈ ਜੀ। ਮਤਲਬ ਸਾਰੀ ਇਹਦੀ ਜੜ ਤਾਂ ਕਿਤੇ ਇਹ ਪਈ ਹੈ ਨਾ ਵੀ ਬੇਰੁਜ਼ਗਾਰੀ, ਗਰੀਬੀ ਹੈ। ਹੋਰ ਕਾਹਦੇ ਲਈ ਪਰਦੇਸੀ ਹੋਏ? ਜੇ ਅਸੀਂ ਕਹੀਏ 30 ਸਾਲ ਪਹਿਲਾਂ, 40 ਸਾਲ ਪਹਿਲਾਂ ਕੋਈ ਪਰਦੇਸੀ ਹੋਇਆ, ਕਿਹੜੇ ਕਾਰਨ ਹੋਇਆ ਪਰਦੇਸੀ? ਬਰਬਾਦੀ ਜਦ ਉਸ ਜਗ੍ਹਾ ਤੇ ਹੋ ਰਹੀ ਹੈ ਤੇ ਕੌਣ ਉਹਦੀ ਖੈਰ ਹੈ? ਕਿਸੇ ਨੂੰ ਕੋਈ ਨਹੀਂ ਕਰਦਾ। ਆਹ ਦਲ ਬਣਾ ਲਓ ਜੀ, ਉਹ ਦਲ ਬਣਾ ਲਓ ਜੀ, ਮੈਂ ਕਰ ਦੂੰ, ਉਹ ਕਰ ਦੂੰ। 18 ਪਾਰਟੀਆਂ ਫਿਰਦੀਆਂ ਉੱਥੇ, ਭਲਾ ਕਿਸੇ ਤੋਂ ਨਹੀਂ ਹੋਣਾ। ਮਤਲਬ ਇਹਦੀ ਭਲਾ ਜਿਹਨੇ ਕਰਨਾ ਉਹ ਤਾਂ ਦਿੱਲੀ ਬੈਠਿਆ ਸਾਹ ਨਹੀਂ ਲੈਣ ਦਿੰਦੇ। ਉਹ ਅਗਲੇ ਸਰਸਵਤੀ ਪੱਟੀ ਜਾਂਦੇ ਆ ਹਰਿਆਣੇ ਦੇ ਉੱਪਰ ਦੀ, ਤੇ ਉੱਪਰੋਂ ਹੀ ਉਹਨਾਂ ਨੇ ਜੋੜ ਕੇ ਹਿਮਾਚਲ ਤੋਂ ਲੈ ਜਾਣਾ ਪਾਣੀ। ਪਹਿਲਾਂ ਸਰਸਵਤੀ ਉਹ ਪਰਲੇ ਬੰਨੇ ਸੀ ਹਰਿਦੁਆਰ ਦੇ, ਹੁਣ ਇਹਨਾਂ ਨੇ ਇੱਧਰੋਂ ਸਰਸਵਤੀ ਪੱਟ ਲਈ। ਜਿਹੜਾ ਥੋੜਾ ਬਹੁਤਾ ਰਹਿੰਦਾ ਪਹਿਲਾਂ ਹੀ SYL ਤਾਂ ਲੈ ਗਏ ਭਾਖੜੇ 'ਚ ਪਾ ਗਏ, ਉਹ 2-2 ਫੁੱਟ ਉਹਨਾਂ ਨੇ ਬੰਦੀ ਉੱਚੀ ਕਰਕੇ ਉੱਥੇ ਲੈ ਗਏ ਪਾਣੀ ਉਹ। ਤੇ ਉਹਦੇ ਬਾਅਦ ਜਿਹੜਾ ਰਹਿੰਦਾ ਲੈ ਜਾਣਗੇ ਉੱਪਰੋਂ, ਕਿਉਂਕਿ ਤੁਹਾਡੇ ਆਪਣੇ ਨੰਗਲ ਤੋਂ ਉੱਪਰ ਉਹਨਾਂ ਦਾ ਕੰਟਰੋਲ ਹੈ। ਹਿਮਾਚਲ ਤੋਂ ਪਹਿਲਾਂ ਬਿਆਸ ਲਿਆ ਕੇ ਉਹਨਾਂ ਨੇ ਪੰਡੋਹ ਤੋਂ ਸਾਰਾ ਸਲਾਪੜ ਦੀ ਜਗ੍ਹਾ ਤੇ ਆ ਕੇ ਪਾ ਲਿਆ ਉਹਨਾਂ ਨੇ, ਸਤਲੁਜ ਦੇ ਵਿੱਚ ਸਾਰਾ ਗੋਬਿੰਦ ਸਾਗਰ 'ਚ ਸੁੰਦਰ ਨਗਰ ਓਪਨ ਚੈਨਲ ਕਰ, ਇਹ ਕਰ, ਉਹ ਕਰ, ਪਾਣੀ ਸਾਰਾ ਬਿਆਸ ਦਾ ਡਾਇਵਰਟ ਕਰਕੇ ਲੈ ਆਂਦਾ। ਤੇ ਸਤਲੁਜ ਦੇ ਵਿੱਚੋਂ ਹੁਣ ਲਾ ਕੇ ਪਾੜ ਉਹ ਹਿਮਾਚਲ ਦੇ ਉੱਪਰਲੇ ਪਾਸੇ ਦੀ ਕਿਤੇ ਸਰਸਵਤੀ 'ਚ ਪਾ ਦੇਣਗੇ। ਕਿਹਨੇ ਪੁੱਛਣਾ ਉੱਥੇ? ਕਿਸੇ ਨੇ ਨਹੀਂ ਪੁੱਛਣਾ। ਫਿਰ ਉਹ ਤਾਂ ਬੰਜਰ ਤੁਹਾਡੀ ਸਾਹਮਣੇ ਹੋਈ ਪਈ ਹੈ। ਅੱਜ ਹੋ ਜੇ 10 ਸਾਲਾਂ ਨੂੰ ਹੋ ਜਾਵੇ, 15 ਨੂੰ ਹੋ ਜਾਵੇ, ਇਜ਼ਰਾਈਲ ਵਾਲਾ ਹਾਲ ਹੋਊ। ਇੱਕ ਵਾਰ ਉਜੜੋਗੇ, ਫਿਰ 100 ਸਾਲਾਂ ਬਾਅਦ, 150 ਸਾਲਾਂ ਬਾਅਦ ਕਦੇ ਵਸ ਜਾਓ ਤਾਂ ਰੱਬ ਜਾਣਦਾ, ਪਰ ਅਜਾੜਾ ਸਾਹਮਣੇ ਦਿਖਦਾ। ਕੰਧ ਤੇ ਲਿਖਿਆ ਮਤਾ ਕਿਸੇ ਦੇ ਮਨ 'ਚ ਹੋਵੇ, ਮੇਰੇ 100 ਕਿੱਲੇ ਆ, ਮੇਰਾ 150 ਕਿੱਲਾ ਪੈਲੀ, ਸਾਡੇ ਤਾਂ ਉੱਥੇ ਘੂਕਰਾਂ ਪੈਂਦੀਆਂ, ਘੋੜੇ ਹਿਣਕਦੇ ਨੇ, ਸਾਲ 10 ਹੀ ਆ, ਤੁਹਾਡੇ ਸਾਹਮਣੇ ਦੇਖੋ ਬਣਦਾ ਕੀ ਆ। ਹੁਣ ਇਹ ਆ ਨਾ ਉਧਰ ਦਾ ਇੱਧਰ, ਇਹਦਾ ਦੇਸ਼ਾਂ ਨੇ ਦੇ ਵਿੱਚ ਇਹਨਾਂ ਦੀ ਆਰਥਿਕਤਾ ਹਿੱਲ ਗਈ। ਇਹ ਪੱਕੇ ਕਿਵੇਂ ਕਰਨਗੇ? ਮੈਨੂੰ ਇਹ ਨਹੀਂ ਸਮਝ ਆਉਂਦੀ। ਕੋਵਿਡ ਨੇ ਇਹਨਾਂ ਦਾ ਇਹਨਾਂ ਦੇ ਧਰਨ ਪਾਈ ਪਈ ਹੈ। ਇੱਥੇ ਵਪਾਰਕ ਸੰਦੇਸ਼ ਆ ਕੇ 4 ਕਾਲਰ ਨੇ, ਵੇਟ ਕਰਦਾ ਜੀ। ਸੰਖੇਪ ਰੱਖਿਆ ਕਰੋ ਤੇ ਟੂ ਦੀ ਪੁਆਇੰਟ ਪਲੀਜ਼ ਗੱਲ ਕਰਿਆ ਕਰੋ। 1844 247 1550। ਬਲਦੇਵ ਸਿੰਘ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕਰਤਾ ਆਲਰੇਡੀ ਪੰਜਾਬ ਦੀ ਪ੍ਰੋਬਲਮ ਦਾ। ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੈ, ਤੁਸੀਂ ਇੰਨਾ ਖਿਆਲ ਰੱਖਦੇ ਹੋ ਪੰਜਾਬ ਦਾ। ਇਹ ਸਾਰੀਆਂ ਚੀਜ਼ਾਂ ਦਾ ਹਾਲੇ ਕੋਈ ਹੈਗਾ ਵੀਰ ਜੀ? ਹੁਣ ਤੁਹਾਨੂੰ ਪਤਾ ਹੀ ਹੈ ਰੈਫਰੈਂਡਮ 2020 ਚੱਲ ਰਿਹਾ। ਪੰਨੂ ਸਾਹਿਬ ਨੇ ਆਲਰੇਡੀ ਕੈਪਟਨ ਦੀ ਪਜਾਮੀ ਢਿੱਲੀ ਕੀਤੀ ਹੋਈ ਹੈ, ਉਹ ਤੁਹਾਡੇ ਸਾਹਮਣੇ ਡਰਿਆ ਪਿਆ ਇਹਨਾਂ, ਤੇ ਇੰਡੀਆ ਗੌਰਮੈਂਟ ਕਿੰਨੀ ਡਰੀ ਹੋਈ ਉਹਦੇ ਮਗਰ। ਸੋ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ। 2020 ਦੀ ਵੋਟਾਂ ਬਣਾਓ ਤੇ ਵੋਟਾਂ ਪਾਓ। ਥੈਂਕਸ ਸਰ। ਜਗਸੀਰ ਸਿੰਘ ਲਾਈਨ ਨੰਬਰ 2 ਤੁਸੀਂ ਹੋ। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ। ਹੋਰ ਸੁਣਾਓ ਜੀ, ਠੀਕ ਠਾਕ? ਹਾਂ ਗੁਰੂ ਕਿਰਪਾ, ਤੁਸੀਂ ਸੁਣਾਓ? ਬਸ ਚੜ੍ਹਦੀ ਕਲਾ ਜੀ। ਗਿੱਲ ਸਾਹਿਬ ਦੱਬੀ ਚੱਲੋ, ਸ਼ਾਇਦ ਇਹਨਾਂ ਦੀ ਕੋਈ ਜ਼ਮੀਰ ਹੀ ਜਾਗ ਪਏ ਸੁਣ ਕੇ ਜੀ। ਹਾਂਜੀ
ਓਕੇ ਬਾਈ ਜੀ। ਜਿਹੜਾ ਬੱਚਿਆਂ ਦਾ ਸਾਡੇ ਜਵਾਕ ਜਿਹੜੇ ਇੱਥੇ ਆਉਂਦੇ ਉਹਨਾਂ ਦਾ ਭਵਿੱਖ ਕੀ ਹੈ? ਹੁਣ ਤੁਸੀਂ ਇਸ ਇੰਡਸਟਰੀ 'ਚ ਕੰਮ ਕਰਦੇ ਹੋ, ਕਿੰਨੇ ਮੁੰਡੇ ਕੰਮ ਕਰਦੇ ਇਸ ਇੰਡਸਟਰੀ 'ਚ, ਕਦ ਪੱਕੇ ਹੋਣਗੇ? ਇਹੀ ਸਵਾਲ ਹੈ। ਕੰਮ ਕਰ ਰਹੇ ਜਵਾਕ ਕਿਵੇਂ ਤੁਸੀਂ ਜਿਹੜੇ ਬੰਦੇ ਇੱਥੇ PR ਨੇ, ਲੀਗਲ ਨੇ, ਸਾਡੀਆਂ 5 ਨਹੀਂ ਪੂਰੇ ਹੁੰਦੇ, ਬੰਦਿਆਂ ਦੇ ਕਮਾਨ ਬਣੇ ਪਏ ਨੇ, ਇੰਨੀ ਮਹਿੰਗਾਈ ਆ। ਇਹ ਜਵਾਕ ਹੁਣ ਆ 2 ਬੱਚੇ ਕੱਲ ਐਕਸੀਡੈਂਟ ਦੇ ਵਿੱਚ ਮਰ ਗਏ। ਅੱਗੇ ਜਾ ਕੇ ਗੱਲ ਕਰਦੇ ਆ ਇਹਨਾਂ ਦੇ ਲਾਇਸੈਂਸ ਦੇ ਬਾਰੇ ਵੀ। ਇਹ ਬਹੁਤ ਵੱਡੀ ਖੋਟ ਹੈ ਸਰਕਾਰ ਦੀ, ਇਹ ਠੀਕ ਕਰਨਾ ਚਾਹੀਦਾ। ਇਹ ਜਵਾਕਾਂ ਨੂੰ ਸਿਖਾਉਣਾ ਚਾਹੀਦਾ ਕੁਛ ਇਹਨਾਂ ਦਾ। ਹੁਣ ਕਿਸੇ ਦਾ ਮਰ ਗਿਆ, ਕੱਲ ਨੂੰ GoFundMe ਪੈਸੇ ਕਰ ਲਓ ਇਕੱਠੇ, ਬੋਡੀ ਭੇਜਣੀ ਹੈ, ਤੇ ਬਸ ਇਹਨਾਂ ਦਾ ਕੀ ਹੈ? ਨਾ ਔਠ ਵਾਲਿਆਂ ਨੂੰ ਦੁੱਖ ਹੈ, ਨਾ ਵਿਕਟੋਰੀਆ ਵਾਲਿਆਂ ਨੂੰ ਦੁੱਖ ਹੈ। ਇਹਨਾਂ ਦਾ ਕੀ ਦੁੱਖ ਹੈ? ਉੱਥੋਂ ਲਿਆ ਕੇ ਬਣਾਉਂਦਾ ਜਿੱਦਣ ਪਰਚੀ ਤੇ ਦਿਖਾਉਂਦਾ ਕਿ ਅਸੀਂ ਆਹ ਦੇਖੋ ਜੀ ਉੱਥੇ ਚਲਾਉਂਦੇ ਪਏ। ਚੱਕ ਜਿੰਨਾ ਚਿਰ ਰਹਿਣਾ, ਚੱਕ ਪਰਮਿਟ, ਕੋਈ ਟੈਸਟ ਨਹੀਂ ਦੇਣਾ, ਕੋਈ ਤਾਂ ਕੁਛ ਨਹੀਂ ਦੇਣਾ। ਪੀਲ ਫਾਈਨੈਂਸ਼ੀਅਲ 604 503 69 69 6045036969। ਕੋਈ ਵੀ ਤੁਸੀਂ ਟਰੱਕ, ਟ੍ਰੇਲਰ, ਡੰਪ ਟਰੱਕ ਲੈਣਾ, ਕੋਈ ਪੇਵਿੰਗ ਦਾ ਕੰਮ, ਕੋਈ ਕੰਸਟਰਕਸ਼ਨ ਦਾ ਕੰਮ, 604 503 69 69 ਮਸ਼ੀਨਰੀ ਚਾਹੀਦੀ ਆ। ਪੀਲ ਫਾਈਨੈਂਸ਼ੀਅਲ, ਕੁਲਦੀਪ ਸਿੰਘ ਗਿੱਲ ਰੂਮੀ, ਗੁਰਜੋਤ ਸਿੰਘ ਗਿੱਲ ਰੂਮੀ। ਸਰ ਜਗਮੇਲ ਸਿੰਘ ਲਾਈਨ ਨੰਬਰ 4। ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਬੜਾ ਅਫਸੋਸ ਹੈ ਜਿਹੜੇ ਬੱਚੇ ਸਾਡੇ ਤੋਂ ਵਿਛੜ ਗਏ। ਕਾਰਨ ਪਤਾ ਨਹੀਂ ਕੀ ਹੋਇਆ, ਜਾਂ ਲਾਪਰਵਾਹੀ ਜਾਂ ਕੁਝ ਵੀ ਪਤਾ ਨਹੀਂ, ਰੱਬ ਜਾਣੇ। ਇਹ ਤਾਂ ਕੀ ਕਹਿ ਸਕਦੇ ਆ। ਇਹ ਤਾਂ ਹੁਣ ਇਹਨਾਂ ਨੂੰ ਜਿੰਨੀ ਸਿੱਖਿਆ ਤੁਸੀਂ ਦਿੰਦੇ ਹੋ ਤੇ ਤੁਹਾਡੇ ਬੜੇ ਧੰਨਵਾਦੀ ਆ ਅਸੀਂ। ਘੱਟੋ ਘੱਟ ਤੁਸੀਂ ਕੌਮ ਦੀ ਸੇਵਾ ਕਰ ਰਹੇ ਹੋ, ਤੇ ਜੇ ਆਪਣੇ ਕੰਨਾਂ ਨਾਲ ਸੁਣ ਕੇ ਦਿਲ ਦਿਮਾਗ ਨਾਲ ਫੈਸਲਾ ਕਰ ਲੈਣ ਤਾਂ ਬਚਾਅ ਹੋ ਜਾਊਗਾ, ਤੇ ਇਹ ਜ਼ਿੰਦਗੀ ਆਪਣੀ ਮੰਨਣਗੇ ਤੇ ਇੱਥੇ ਤਰੱਕੀਆਂ ਕਰਨਗੇ। ਇਹਨਾਂ ਨੂੰ ਇੱਕ ਇੱਕ ਪੈਸਾ ਬਚਾਉਣਾ ਵੀ ਚਾਹੀਦਾ ਹੈ। ਕੁਛ ਤਾਂ ਵੱਡੇ ਘਰਾਂ ਦੇ ਜਿਹੜੇ ਕਾਕੇ ਆਏ ਉਹ ਖਰਾਬ ਕਰ ਰਹੇ ਨੇ, ਬਹੁਤ ਗਲਤ ਕਰ ਰਹੇ ਹੋ, ਤੇ ਉਹਨਾਂ ਨੂੰ ਵਰਜਿਆ ਜਾਵੇ। ਜੇ ਆਖੇ ਲੱਗਣਗੇ ਕਿ ਨਹੀਂ ਲੱਗਣਗੇ ਇਹ ਨਹੀਂ ਪਤਾ, ਤੇ ਮੇਰਾ ਖਿਆਲ ਹੈ ਵੀ 90% ਤਾਂ ਆਖੇ ਨਹੀਂ ਲੱਗਣਗੇ, 10% ਲੱਗ ਜਾਣਗੇ। ਤੁਹਾਡੀ ਜਿਹੜੀ ਮਿਹਨਤ ਹੈ ਉਹ ਬਾਹਰ ਆਊਗੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉੱਥੇ ਪੰਜਾਬ ਦੇ ਵਿੱਚ ਉਹ ਕੈਪਟਨ ਸਾਰਾ ਕੁਝ ਵੇਚੀ ਜਾਂਦਾ, ਪਹਿਲੇ ਬਾਦਲਾਂ ਨੇ ਵੇਚਤਾ, ਤੇ ਉਹ ਮੋਦੀ ਨੇ ਸਾਰਾ ਇੰਡੀਆ ਹੀ ਸੇਲ ਤੇ ਲਾਇਆ ਹੋਇਆ। ਉਹ ਹੁਣ ਉੱਥੇ ਤੇ ਦੌੜ ਲੱਗੀ ਹੈ, ਉੱਥੇ ਆਬਾਦੀ ਵਧੀ ਜਾਂਦੀ ਹੈ, ਤੇ ਰਿਪੋਰਟ ਜਿਹੜੀ ਹੈ ਖਤਰਨਾਕ ਵੀ ਸੰਨ 30 ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਨਹੀਂ ਹੋਊਗਾ। ਤੁਹਾਡਾ ਕਹਿਣਾ ਬਿਲਕੁਲ ਬਜਾ। ਔਰ ਉਹ ਕਹਿੰਦੇ ਵੀ ਉੱਥੇ ਉੱਲੂ ਬੋਲਣਗੇ, ਉੱਲੂ ਨੂੰ ਵੀ ਪਾਣੀ ਦੀ ਲੋੜ ਹੈ, ਉੱਥੇ ਉੱਲੂ ਵੀ ਨਹੀਂ ਬੋਲਣਾ। ਤੇ ਗਲਤੀ ਕਰ ਰਹੇ ਨੇ, ਝੋਨਾ ਪੈਦਾ ਕਰਕੇ ਆਪਦੀ ਖੂਹ ਖਾਤਾ ਅਸੀਂ ਪੱਟ ਰਹੇ ਹਾਂ। ਆਪਦੇ ਪੈਰਾਂ ਤੇ ਕੁਹਾੜਾ ਨਹੀਂ, ਪੈਰ ਕੁਹਾੜੇ ਤੇ ਮਾਰ ਰਹੇ ਹੈ, ਤੇ ਆਉਣ ਵਾਲੀ ਔਲਾਦ ਵਾਸਤੇ ਤਾਂ ਕੋਈ ਛੱਡਣਾ ਹੀ ਨਹੀਂ ਇਹਨਾਂ ਨੇ। ਤੇ ਇਹ ਬੜੀ ਖਤਰਨਾਕ ਗੱਲ ਹੋ ਰਹੀ ਹੈ। ਇਹ ਰੁਝਾਨ ਬਹੁਤ ਗਲਤ ਹੈ। ਸ਼ਾਇਦ ਜਿਹੜੇ ਹਕੂਮਤ ਕਰਨ ਵਾਲੇ ਲੋਕ ਆ ਉਹ ਕੁਰਸੀਆਂ ਦੇ ਚਾਹਵਾਨ ਹੈ, ਉਹਨਾਂ ਨੂੰ ਹੋਰ ਕੋਈ ਮਤਲਬ ਨਹੀਂ, ਤੇ ਉਹ ਦੇਖਣ ਵਾਲੀ ਗੱਲ ਹੈ। ਬਾਕੀ ਅਕਾਲੀ ਦਲ ਦਾ ਇਤਿਹਾਸ ਤਾਂ ਹੈਗਾ ਸੂਰਜ ਵਾਂਗੂ ਚਮਕਦਾ, ਤੇ ਹੁਣ ਉਨੀ ਸਿੱਖ ਕੌਮ ਦੀ ਗਿਣਤੀ ਕਿੰਨੀ ਕੁ, ਤੇ ਅਕਾਲੀ ਦਲ ਕਿੰਨੇ ਬਣ ਗਏ, ਇਹ ਦੇਖ ਲਓ ਵੀ ਕੌਮ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਆ। ਬਹੁਤ ਤੁਹਾਡਾ ਧੰਨਵਾਦ ਟਾਈਮ ਦੇਣ ਦਾ। ਧੰਨਵਾਦ ਜੀ ਖਾਲਸਾ ਜੀ। ਭਾਰਤ ਸੰਦੇਸ਼ਾਂ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਕੰਟੇਨਰ ਟਰੱਕਰਸ ਜਿੰਨੇ ਨੇ ਸਾਡੇ, ਯੂਨੀਅਨ, ਨਾਨ ਯੂਨੀਅਨ ਤੇ ਕੰਪਨੀਆਂ, ਇੱਕ ਦੂਜੇ ਨੂੰ ਆਪਾਂ ਕਹਿ ਰਹੇ ਹਾਂ, ਮੁੰਡੇ ਕਹਿ ਰਹੇ ਨੇ ਜਿਹੜੇ ਨਾਨ ਯੂਨੀਅਨ ਨੇ ਕਿ ਸਾਨੂੰ ਕੰਮ ਨਹੀਂ ਮਿਲਦਾ, ਗੱਡੀਆਂ ਨੂੰ ਮਿਲਦਾ ਹੈ, ਕੰਪਨੀ ਵਾਲੇ ਟਰੱਕਾਂ ਨੂੰ ਮਿਲਦਾ ਹੈ। ਬਾਕੀ ਕੰਪਨੀ ਵਾਲੇ ਵੀ ਦੱਸਣ ਵੀ ਉਹਨਾਂ ਨੂੰ ਕਿੰਨਾ ਕੁ ਮਿਲਦਾ ਹੈ। ਆਫ ਡਾਕ ਜਿਹੜਾ ਲੀਗਲ ਜਾਂ ਇਲੀਗਲ ਟਰੱਕਿੰਗ ਦਾ ਮਤਲਬ ਕੀ ਹੈ? ਅੰਦਰੋਂ ਟੈਗ ਵਾਲਾ ਚੱਕ ਲਿਆਉਂਦਾ ਹੈ ਤੇ 2 ਕਿਲੋਮੀਟਰ ਉਰਲੇ ਬੰਨੇ ਲਾ ਕੇ ਕੈਨ ਜੇ ਕਿਸੇ ਨੂੰ ਫੜਾ ਦੇਵੇ ਤੇ ਉਹਦਾ ਕੋਈ ਕਾਗਜ਼ ਪੱਤਰ ਦੇਖਣ ਵਾਲਾ ਹੈ ਜਾਂ ਨਹੀਂ? ਉਹ ਜਿਹੜਾ ਆਫ ਡਾਕ ਕੰਮ ਹੈ ਉਹ ਕੀ ਉਹ ਲੀਗਲ ਹੈ ਕਿ ਬਿਨਾਂ ਟੈਗ ਵਾਲੇ ਟਰੱਕ ਕਰ ਸਕਦੇ ਨੇ? ਕਿਉਂਕਿ ਪੋਰਟ ਤੋਂ ਬਾਹਰ ਆ ਕੇ ਉਹਨੂੰ ਕੌਣ ਕਰ ਸਕਦਾ?
ਕੀ ਸਿਰਫ ਤੇ ਸਿਰਫ ਟੈਗ ਵਾਲੇ ਕਰ ਸਕਦੇ ਨੇ ਜਾਂ ਕੋਈ ਪਰਸਨਲ ਟਰੱਕ ਵੀ ਕਰ ਸਕਦਾ? ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਤੁਸੀਂ ਡਾਇਰੈਕਟ ਦਿਓ, ਫੋਨ ਕਰਕੇ ਸੰਖੇਪ ਰੱਖਿਓ ਤੇ ਆਪਣਾ ਪੁਆਇੰਟ ਅੱਜ ਰੱਖਿਓ ਕਿ ਸਰਕਾਰ ਕਹਿੰਦੀ ਹੈ, MLA ਆਪਣੇ ਪੰਜਾਬੀ ਕਹਿੰਦੇ ਸਾਡੀ ਤਾਂ ਬੱਸ ਹੋ ਗਈ ਇਹਨਾਂ ਦੀ ਕੰਮ ਕਰਦਿਆਂ ਨੂੰ, ਸਾਡੀ ਤਾਂ ਅਸੀਂ ਤਾਂ ਬਹੁਤ ਕੰਮ ਕੀਤਾ। ਤੁਸੀਂ ਕਹਿੰਦੇ ਹੋ ਇਹਨਾਂ ਦਾ ਸਾਡਾ ਹੋਇਆ ਕੱਖ ਨਹੀਂ, ਕਮਿਸ਼ਨਰ ਸਾਡੀ ਬਾਤ ਨਹੀਂ ਪੁੱਛਦਾ, ਸਾਡੇ ਸਿਰ ਤੇ ਬਿਠਾ ਦਿੱਤਾ। 1844 247 1550 ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੀਆਂ ਕਾਲਸ ਲੈਣਾ। ਦੱਸੋ ਆਪ ਫੋਨ ਕਰਕੇ, ਗਗਨ ਸਿੰਘ ਹੋਣੀ ਦੱਸ ਜਾਂਦੇ ਨੇ ਜਾਂ ਹੋਰ ਆ ਕੇ ਰਾਜਨੀਤਿਕ ਬੰਦੇ ਦੱਸ ਜਾਂਦੇ ਨੇ। ਤੁਸੀਂ ਆਪ ਟਰੱਕਰਸ ਦੱਸੋ ਅੱਜ ਮੁਸ਼ਕਲ ਕਿੱਥੇ ਹੈ। ਵੱਧ ਤੋਂ ਵੱਧ ਫੋਨ ਕਰੋ ਤੇ ਐਟਲੀਸਟ ਪਤਾ ਲੱਗੇ ਆਪਾਂ ਨੂੰ ਕਿ ਵਾਕਈ ਮੁਸ਼ਕਲ ਹੈ। ਜਦ ਤੁਸੀਂ ਫੋਨ ਨਹੀਂ ਕਰਦੇ, ਜਿਹੜਾ ਇਹਨਾਂ ਦਾ ਮਹਿਕਮਾ ਬੈਠਾ ਹੈ ਤਰਜਮਾ ਕਰਕੇ, ਜਿਹੜਾ ਇਹਨਾਂ ਦੇ ਦਫ਼ਤਰ 'ਚ ਭੇਜਦਾ, ਉਹ ਕਹਿੰਦੇ ਨਾ ਨਾ ਉੱਥੇ ਤਾਂ ਸਭ ਠੀਕ ਨੇ। ਸੋ ਜੇ ਤੁਸੀਂ ਆ ਕੇ ਨਹੀਂ ਦੱਸਦੇ ਇਸ ਪਲੇਟਫਾਰਮ ਤੋਂ ਫਿਰ ਔਖਾ ਹੈ, ਸਾਡੇ ਲਈ ਵੀ ਔਖਾ ਹੈ। 1844247155 ਚੱਲਦੇ ਟਰੱਕਰ ਦੇ ਇਸ਼ੂ ਕੀ ਨੇ? ਹੁਣ ਨਵੇਂ ਉਹਨਾਂ ਨੇ ਟੈਗ ਦੇਣ ਦੇ ਲਈ ਐਪਲੀਕੇਸ਼ਨਾਂ ਪਾ ਦਿੱਤੀਆਂ। ਪਹਿਲੇ ਕਹਿੰਦੇ ਸਾਡੇ ਕੋਲ ਕੰਮ ਹੈ ਨਹੀਂ, ਕੰਪਨੀ ਜਿਹਦੇ 'ਚ ਓਨਰ ਆਪਰੇਟਰ ਅਸੀਂ ਆ ਤੇ ਉਹ ਕੰਪਨੀ ਜਿਹੜਾ ਉਹ ਕੰਮ ਕਰੀ ਜਾ ਰਹੀ ਹੈ, ਕੰਪਨੀ ਦੇ ਟਰੱਕ ਕੰਮ ਕਰ ਰਹੇ ਨੇ, ਸਾਡੇ ਕੋਲ ਕੰਮ ਹੈ ਨਹੀਂ। ਯੂਨੀਅਨ ਵਾਲਿਆਂ ਕੋਲ ਕੰਮ ਹੈ, ਉਹ ਦੱਸਣ ਆ ਕੇ। ਜਿਸ ਤਰ੍ਹਾਂ CN ਇੱਕ ਕੰਪਨੀ ਹੈ, ਉਹਦੇ ਨਾਲ ਟਰੱਕ ਮੁੰਡੇ ਜਿਹੜੇ ਉਹ 'ਚ ਕੰਮ ਕਰਦੇ ਆ, ਉਹਨਾਂ ਨੂੰ ਵਧੀਆ ਕੰਮ ਮਿਲਦਾ। ਉਹ ਇਹ ਰੌਲੇ 'ਚ ਹੀ ਨਹੀਂ ਆਉਂਦੇ, ਨਾ ਕਹਿੰਦੇ ਮੈਂ ਉੱਧਰ ਨਾ ਅਸੀਂ ਉੱਧਰ, ਸਾਡਾ ਕੰਮ ਠੀਕ ਹੈ। ਚਲੋ ਜਿਹਦਾ ਵੀ ਠੀਕ ਚੱਲਦਾ ਉਹ 'ਚ ਖੁਸ਼ੀ ਹੈ, ਇਹ 'ਚ ਕੋਈ ਮਾੜੀ ਗੱਲ ਨਹੀਂ ਹੈ। ਮੈਂ ਇਸ ਗੱਲ ਨੂੰ ਸੋਚਦਾ ਨਾ ਵੀ ਚਲੋ 100 ਦੇ ਵਿੱਚੋਂ 1000 ਦੇ ਵਿੱਚੋਂ 300 ਵਧੀਆ ਰੋਟੀ ਖਾਂਦੇ ਆ, ਉਹ ਤਾਂ ਖਾਣ, ਬਾਕੀ 700 ਦਾ ਹੀਲਾ ਵੀ ਕਰਦੇ ਆ। ਪਰ ਹੁਣ ਇਹਦੇ ਵਿੱਚ ਸਾਰੇ ਪਾਸੇ ਇੱਕ ਦੂਜੇ ਤੇ ਉਂਗਲ ਹੋ ਰਹੀ ਹੈ। ਸਰਕਾਰ ਕਹਿੰਦੀ ਅਸੀਂ ਕੰਮ ਕਰ ਦਿੱਤਾ, ਟਰੱਕਰਸ ਕਹਿੰਦੇ ਨੇ ਸਾਡਾ ਕੋਈ ਹੀਲਾ ਨਹੀਂ, ਸਾਡੇ ਕੋਲ ਕੁਛ ਵੀ ਹੋ ਨਹੀਂ ਰਿਹਾ, ਸਾਨੂੰ ਅਸੀਂ ਹਫ਼ਤੇ 'ਚ 2 ਦਿਨ ਕੰਮ ਤੇ ਜਾਂਦੇ ਹਾਂ, ਤਿਆਰ ਹੋ ਕੇ ਸਾਰਾ ਦਿਨ ਬੈਠੇ ਰਹਿੰਦੇ ਹਾਂ। ਕਈ ਕਹਿੰਦੇ ਅਸੀਂ ਉਬਰ ਲਈ ਕਾਰਾਂ ਲੈ ਲਈਆਂ, ਉਬਰ ਦਾ ਕੰਮ ਨਹੀਂ ਚੱਲਦਾ। ਕੀ ਹੋਏਗਾ? ਵਾਕਈ ਇਹ ਮੁਸ਼ਕਲ ਹੈ ਜਾਂ ਕਿੱਥੇ ਗੱਲ ਖੜੀ ਹੈ? ਹਰਕਮਲ ਸਿੰਘ, ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਐਕਚੁਅਲੀ ਇੱਕ ਸਟੂਡੈਂਟ ਆਇਆ ਸੀਗਾ ਜੀ, ਤੇ ਹੁਣ ਚਲੋ ਵਧੀਆ ਪਰਮਾਤਮਾ ਦੀ ਕਿਰਪਾ ਵਧੀਆ ਕੰਮ ਕਰੀ ਜਾਂਦੇ ਆ। ਪਰ ਮੈਂ ਦੇਖਦਾ ਵੀ ਜਿਹੜੇ ਹੁਣ ਨਵੀਂ ਹੁਣ ਆ ਰਹੇ ਨੇ ਜਿਹੜੇ ਬੱਚੇ, ਮੈਨੂੰ ਲੱਗਦਾ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਆ ਵੀ ਉਹ ਬਸ 1.5-2 ਸਾਲ ਵਾਲਾ ਡਿਪਲੋਮਾ ਕਰਕੇ ਹੀ ਪੈਰ ਨਾ ਛੱਡ ਜਾਣ, ਉਹ ਪੜ੍ਹਾਈ ਪੂਰੀ ਕਰਨ। ਜੇ ਉਹ ਪੜ੍ਹਾਈ ਜ਼ਿਆਦਾ ਕਰਨਗੇ ਥੋੜ੍ਹੀ ਜਿਹੀ ਤਾਂ ਕੋਈ ਕਿਸੇ IT ਕੰਪਨੀ 'ਚ ਕਰੂ ਕੰਮ, ਕੋਈ ਕਿਤੇ ਕਰੂਗਾ। ਹੁਣ ਜਦੋਂ ਤੁਸੀਂ ਉਹ 2 ਸਾਲ ਦਾ ਡਿਪਲੋਮਾ ਕਰਕੇ ਆ ਜਾਂਦੇ ਨੇ, ਤੇ ਜਿੱਦਾਂ ਹੁਣ ਸਾਡੇ ਮੇਰੇ ਕੋਲ ਗੈਸ ਸਟੇਸ਼ਨ ਨੇ, ਆਪਾਂ ਮੁੰਡੇ ਪੱਕੇ ਵੀ ਬਹੁਤ ਕਰਾਏ ਨੇ, ਹੋ ਜਾਂਦੇ ਨੇ। ਉਦੋਂ ਬਾਅਦ ਉਹਨਾਂ ਕੋਲ ਇੱਕੋ ਹੀ ਹੀਲਾ ਰਹਿ ਜਾਂਦਾ, ਜਾਂ ਟਰੱਕਿੰਗ 'ਚ ਚੱਲ ਜਾਣਗੇ ਜੀ, ਜਾਂ ਕਿਤੇ ਹੋਰ ਟੈਕਸੀ ਚਲਾ ਲਾਂਗੇ। ਪਰ ਹੁਣ ਕਿੰਨੇ ਕੁ ਹੋਰ ਟਰੱਕ ਪਾ ਲਓਗੇ, ਕਿੰਨੀਆਂ ਟੈਕਸੀਆਂ ਚਲਾ ਲਓਗੇ, ਉਹਦੇ ਨਾਲ ਹੀ ਫਿਰ ਨਿਗਾਰ ਆ ਜਾਂਦਾ। ਮੇਰਾ ਇਹ ਪਰਸਪੈਕਟਿਵ ਆ। ਤੇ ਇੱਕ ਚੀਜ਼ ਹੋਰ ਜੀ, ਜਿਹੜੇ ਆ ਹੁਣ ਮੁੰਡੇ ਵਿਚਾਰੇ, ਉਹਨਾਂ ਦੀ ਡੈਥ ਹੋ ਗਈ ਕੱਲ, ਅੱਜ ਮੈਂ ਖਬਰ ਸੁਣਦਾ ਸੀਗਾ। ਇਹਦੇ 'ਚ ਮੇਰਾ ਇੱਕ ਥੋੜਾ ਜਿਹਾ ਡਿਫਰੈਂਟ ਐਂਗਲ ਆ। ਜਿੱਦਾਂ ਆਪਾਂ ਕਹਿ ਤਾਂ ਦਿੰਦੇ ਆ, ਮੈਂ ਰੋਜ਼ ਦੇਖਦਾ ਰੇਡੀਓ ਤੇ ਲੋਕ ਰੌਲਾ ਪਾਉਣ ਲੱਗੇ ਹੁੰਦੇ ਆ ਵੀ ਜੇ ਨਵੇਂ ਮੁੰਡੇ ਆ ਗਏ, ਇਹਨਾਂ ਨੇ ਗੱਡੀਆਂ ਵੱਡੀਆਂ ਲੈ ਲਈਆਂ, ਐਂ ਕਰਦੇ ਨੇ, ਉਹ ਕਰਦੇ ਨੇ। ਤੇ ਜ਼ਰੂਰ ਮੈਨੂੰ ਪਤਾ ਵੀ ਉਹਨਾਂ ਚੋਂ ਸ਼ਾਇਦ 10-15% ਜਿਹੜੇ ਨੇ ਉਹ ਵੀ ਵਧੀਆ ਘਰਾਂ 'ਚ ਨੇ, ਜਿਹੜੇ ਆਪ ਸ਼ਾਇਦ ਅਫੋਰਡ ਕਰਦੇ ਨੇ। ਪਰ ਮੋਸਟਲੀ ਉਹ 3-3, 4-4 ਜਣੇ ਰਲ ਕੇ ਲੈ ਲੈਂਦੇ ਨੇ। ਪਰ ਇਹਦੇ 'ਚ ਹੁਣ ਇੱਕ ਹੋਰ ਚੀਜ਼ ਵੀ ਆ। ਪਿਛਲੇ ਸਾਲ ਤੋਂ ਮੈਂ ਐਡ ਸੁਣ ਰਿਹਾ, ਜਿਹੜੇ ਤੁਹਾਡੇ ਇੱਥੇ ਮੋਹਤਵਰ ਬੰਦੇ ਨੇ ਨਾ, ਜਿਨ੍ਹਾਂ ਦੀ ਵੱਡੀਆਂ ਵੱਡੀਆਂ ਗੱਡੀਆਂ ਦੀਆਂ ਏਜੰਸੀਆਂ, ਐਡ ਸ਼ੁਰੂ ਹੀ ਇੱਥੋਂ ਹੁੰਦੀ ਆ ਕਿ ਤੁਸੀਂ ਇੰਡੀਆ ਤੋਂ ਨਵੇਂ ਆਏ ਹੋ ਜਾਂ ਸਟੂਡੈਂਟ ਹੋ, ਤੁਹਾਡੇ ਕੋਲ ਕ੍ਰੈਡਿਟ ਹੈ ਨਹੀਂ। ਉਹ 18% ਤੇ 20% ਦੇ ਮੁੰਡਿਆਂ ਨੂੰ ਗੱਡੀਆਂ ਦਿੰਦੇ ਨੇ। ਹੁਣ 19 ਸਾਲ ਦੇ ਨੂੰ ਕੀ ਪਤਾ ਵੀ ਅੱਗੇ ਉਹਦੀ ਰੀਪਰਕਸ਼ਨ ਕੀ ਆ। ਮੁੜ ਕੇ ਉਹਨਾਂ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ, ਫਿਰ ਇੰਨੀਆਂ ਮਹਿੰਗੀਆਂ ਗੱਡੀਆਂ ਦਿੰਨੇ ਕਿਉਂ ਆਪਾਂ? ਇਹ ਸਾਰਾ ਕਸੂਰ ਤਾਂ ਆਪਣਾ ਹੀ ਆ ਜੇ ਦੇਖਿਆ ਜਾਵੇ। ਅਗਲੇ ਘੰਟੇ 'ਚ ਹਰਕਮਲ ਮੈਂ ਗੱਲ ਕਰ ਰਹੀ ਹਾਂ, ਪਲੀਜ਼ ਮੈਨੂੰ ਜੁਆਇਨ ਕਰਿਓ, ਜਾਂ ਮੈਂ ਫੋਨ ਦੁਬਾਰਾ ਗੱਲ ਤੋਰੂ, ਪਲੀਜ਼ ਜੁਆਇਨ ਕਰਿਓ। ਮੈਂ ਟਰਾਈ ਕਰੂੰਗਾ ਜੀ। ਓਕੇ ਜੀ, ਥੈਂਕ ਯੂ ਹਰਕਮਲ, ਤੁਸੀਂ ਫੋਨ ਕੀਤਾ, ਧੰਨਵਾਦ ਬਹੁਤ। ਤੇ ਮੈਂ ਮਾਣ ਬਹੁਤ ਹੋਇਆ ਵੀ ਤੁਸੀਂ ਸੈਟਲ ਹੋ ਗਏ ਆ ਕੇ ਪੜ੍ਹ ਕੇ ਇੱਥੇ ਤੇ ਗੈਸ ਸਟੇਸ਼ਨ ਔਨ ਕਰਦੇ ਹੋ, ਬਹੁਤ ਖੁਸ਼ੀ ਦੀ ਗੱਲ ਹੈ। ਕਰਨ ਸਿੰਘ ਜੀ, ਲਾਈਨ ਨੰਬਰ 3, ਆਪਾਂ ਆਪਣੇ ਮੁੱਦੇ ਜੀ ਦੱਸੋ ਫਿਰ ਹੁਣ ਵੀ ਕੀ ਮੁਸ਼ਕਲ ਆ ਤੇ ਮੁਸ਼ਕਲ ਕਿਵੇਂ ਹੱਲ ਹੋਏਗੀ? ਆਪਾਂ ਵੱਧ ਤੋਂ ਵੱਧ ਕਾਲਰਾਂ ਨਾਲ ਗੱਲ ਕਰਨੀ ਹੈ, ਸੰਖੇਪ ਰੱਖਿਓ। ਗਿੱਲ ਸਾਹਿਬ, ਧੰਨਵਾਦ ਤੁਹਾਡਾ ਪਹਿਲਾਂ ਤਾਂ, ਤੇ ਹਮੇਸ਼ਾ ਤੁਸੀਂ ਸਾਡੀ ਸਹਾਇਤਾ ਕਰਦੇ ਹਨ। ਗਿੱਲ ਸਾਹਿਬ ਦੇਖੋ,
ਕਾਲਰ ਜਿਨੇ ਮਰਜ਼ੀ ਲੈ ਲਓ, ਜਾਂ ਤਾਂ ਮੈਨੂੰ ਥੋੜਾ ਜਿਹਾ 2 ਮਿੰਟ ਚਾਹੀਦੇ ਆ ਪਲੀਜ਼। ਮੈਂ ਦੇਖੋ ਤੁਸੀਂ ਦੱਸਿਆ ਕਿ ਸੀਐਨ ਵਾਲੇ ਕਹਿ ਰਹੇ ਹੈਗੇ ਕਿ ਅਸੀਂ ਠੀਕ ਆ। ਗਿੱਲ ਸਾਹਿਬ ਕੰਮ ਬਹੁਤ ਵਧੀਆ ਸੀਗਾ, ਬਹੁਤ ਵਧੀਆ ਆ, ਸਾਰਿਆਂ ਜੋਗਾ। ਜੇ ਇੱਕ ਕੰਪਨੀ ਨੂੰ 4 ਟਰੱਕ ਚਾਹੀਦੇ ਆ ਤਾਂ ਉਹਨੇ 4 ਟਰੱਕ ਹਾਇਰ ਕਰ ਲਏ। ਚੌਹਾਂ ਜੋਗਾ ਤਾਂ ਕੰਮ ਹੈਗਾ ਆ। ਉੱਥੇ ਕੋਈ ਲਗਾਮ ਵੀ ਚਾਹੀਦੀ ਆ ਨਾ, ਕਿ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ। ਹੁਣ ਇਹਦੇ ਵਿੱਚ ਪੋਲੀਟੀਸ਼ੀਅਨ ਦੀ ਗੱਲ ਕਰ ਲਈਏ, ਆਪਣੇ ਸਾਡੇ ਮੇਅਰ ਦੀ ਗੱਲ ਕਰ ਲਈਏ, ਸੌਰੀ ਕਮਿਸ਼ਨਰ ਦੀ ਗੱਲ ਕਰ ਲਈਏ, ਕਿਸੇ ਦੀ ਵੀ ਗੱਲ ਕਰ ਲਈਏ, ਜਦੋਂ ਕੋਈ ਵੀ ਬੇਪਰਵਾਹ ਹੋ ਕੇ ਤੁਹਾਡੇ ਜਿਹੜੇ ਹੱਕ ਹਕੂਕ ਨੇ ਉਹਨੂੰ ਬਿਠਾ ਲਿਆ ਹੋਇਆ, ਉਹਨਾਂ ਤੇ ਰਾਖੀ ਨਹੀਂ ਦਿੰਦਾ ਹੈਗਾ, ਕੰਮ ਉੱਥੋਂ ਆ ਕੇ ਵਿਗੜਦਾ ਹੈਗਾ। ਇੱਕ ਕੰਪਨੀ ਕੋਲ 50 ਟਰੱਕਾਂ ਦਾ ਕੰਮ ਆ। ਸਭ ਤੋਂ ਵੱਡਾ ਤਾਂ ਹੁਣ ਇਹਦੇ ਵਿੱਚ ਗਿੱਲ ਸਾਹਿਬ ਸਭ ਤੋਂ ਵੱਡਾ ਫੈਕਟਰ ਆ, ਹੁਣੇ ਹਰਕਮਲ ਵੀ ਦੱਸ ਕੇ ਗਿਆ ਹੈਗਾ, ਲੜਕੇ ਨੂੰ ਮੈਂ ਸੁਣ ਰਿਹਾ ਸੀਗਾ, ਅੱਗੇ ਵੀ ਸੁਣਦਾ ਤੁਹਾਡੇ ਪ੍ਰੋਗਰਾਮ 'ਚ ਆਉਂਦਾ ਹੁੰਦਾ ਹੈਗਾ। ਇੱਥੇ ਜਿਹੜੀਆਂ LMI ਆ, ਵਰਕ ਪਰਮਿਟ, ਇੱਕ ਕੰਪਨੀ ਆ ਜਿਹੜੀ ਉਹ ਵਰਕ ਪਰਮਿਟ ਪਹਿਲਾਂ ਤਾਂ ਵੇਚਦੀ ਆ, ਟਰੱਕ ਡਰਾਈਵਰ ਹਾਇਰ ਕਰਦੀ ਆ, ਇੱਥੋਂ ਵਿਗਾੜ ਸ਼ੁਰੂ ਹੁੰਦਾ। ਔਰ ਉਹਨੂੰ ਉਹ ਆਪਣਾ ਗੁਲਾਮ ਬਣਾ ਕੇ ਕੰਮ ਕਰਵਾਉਂਦੀ ਆ, ਔਰ ਉਹਨਾਂ ਤੋਂ ਪੈਸੇ ਵੀ ਲੈਂਦੀ ਆ। ਸੋ ਫਿਰ ਜਿਸ ਵੇਲੇ ਚੀਪ ਇੱਕ ਹਿਊਮਨ ਨੇਚਰ ਆ ਗਿੱਲ ਸਾਹਿਬ, ਇਹ ਹਿਊਮਨ ਨੇਚਰ ਆ ਇਹ, ਕਿ ਜਦੋਂ ਉਹਨੂੰ ਇੱਕ ਚੀਪ ਜਿਹੜਾ ਹੈਗਾ ਆ, ਸਸਤਾ ਇੱਕ ਉਹਦਾ ਗੁਲਾਮ ਉਹਨੂੰ ਇੱਕ ਮਿਲ ਗਿਆ, ਤੇ ਉਹਨੂੰ ਇੱਕ ਜਿਹੜਾ ਹੈਗਾ ਆ ਉਹਦੀ ਜਗ੍ਹਾ ਦੇ ਉੱਤੇ ਮਤਲਬ ਉਹ ਦੱਸੋ ਤੁਸੀਂ, ਉਹ ਸਾਨੂੰ ਪ੍ਰੈਫਰੈਂਸ ਦੇਣਗੇ ਕਿ ਉਹਨਾਂ ਨੂੰ ਪ੍ਰੈਫਰੈਂਸ ਦੇਣਗੇ। ਇਹਦੇ ਵਿਗਾੜ ਬਹੁਤ ਜ਼ਿਆਦਾ ਹੈਗੇ ਇਹਦੇ ਵਿੱਚ। ਕੰਪਨੀਆਂ ਜੇ ਇਮਾਨਦਾਰੀ ਨਾਲ ਕੰਮ ਕਰਵਾਉਣ, ਜਿੰਨੇ ਓਨਰ ਆਪਰੇਟਰ ਸੀਗੇ, ਜਿੰਨਾ ਵੀ ਉਹਨਾਂ ਉੱਤੇ ਉਸ ਵੇਲੇ ਸੀਗਾ ਕਿ ਜਿੰਨੇ ਟਰੱਕ ਚਾਹੀਦੇ ਆ ਤੁਸੀਂ ਉਹਨਾਂ ਨੂੰ ਕੰਮ ਦਿਓ। ਹੁਣ ਇਹ ਥੋੜ੍ਹਾ ਮਤਲਬ ਕਿ ਇੱਕ ਕੰਪਨੀ ਆ ਜਿਹੜੀ ਆ, ਗਗਨ ਹੁਣੀ ਦੱਸਿਆ ਸੀ ਕਿ ਉਹਦੇ ਕੋਲ 52 ਟਰੱਕ ਤੇ ਹੈਗੇ ਆ ਜਿਹੜੇ ਪੋਰਟ ਉੱਤੇ ਰਜਿਸਟਰਡ ਆ, 55 ਟਰੱਕ ਆ ਜਿਹੜੇ ਆਫ ਡੌਕ ਆ। ਉਹਨਾਂ ਦਾ ਉੱਥੇ ਕੀ ਕੰਮ ਆ? ਕਿਉਂਕਿ ਉਹ ਜਿਹੜੇ ਹੈਗੇ ਆ, ਜਿਹੜੀ ਕੰਪਨੀ ਦੇ ਮਾਲਕ ਆ, ਉਹ ਉਹਨਾਂ ਨੂੰ ਬਹੁਤ ਜ਼ਿਆਦਾ ਤਕਰੀਬਨ ਜੋ ਉਹਨਾਂ ਦਾ ਮਾਰਜਨ ਹੈਗਾ ਆ ਉਹਦੇ ਨਾਲੋਂ ਵੀ 100% ਹੋਰ ਮਾਰਜਨ ਉਹਨਾਂ ਦੀ ਜੇਬ ਵਿੱਚ ਪਾਉਂਦੇ ਹੈਗੇ ਆ। ਸੋ ਜਿਹੜੇ ਟੈਗ ਵਾਲੇ ਆ ਉਹਨਾਂ ਨੂੰ ਤਾਂ ਉਹ ਸਿਰਫ ਪੋਰਟ ਲਈ ਵਰਤਣਗੇ ਜੇ ਉਹਨਾਂ ਦੀ ਮਜਬੂਰੀ ਆ। ਤੋ ਗੱਲ ਤਾਂ ਇਹਦੇ ਵਿਗਾੜ ਬਹੁਤ ਜ਼ਿਆਦਾ ਹੈਗੇ ਆ। ਬਾਕੀ ਸਾਡੇ 'ਚ ਕਮੀ ਇਹ ਹੈਗੀ ਆ ਕਿ ਅਸੀਂ ਸਾਡੇ ਜਿੰਨੇ ਵੀ ਟਰੱਕਰ ਭਰਾ ਹੈਗੇ ਆ, ਕੱਲੇ ਨੂੰ ਇਹ ਹੁਣ ਹੋ ਗਿਆ ਗੱਲ ਕਿ ਤੋੜ ਲਓ ਇਹਨਾਂ ਨੂੰ, 5-10 ਉੱਧਰ 5-10 ਉੱਧਰ 5-10 ਉੱਧਰ। ਕੁਛ ਜਿਹੜੇ ਸਾਡੇ ਸੀਨੀਅਰ ਵੀਰ ਆ ਉਹ ਜਿਹੜੇ ਬਾਅਦ 'ਚ ਆਉਂਦੇ ਆ, ਕੋਈ ਮੇਰੇ ਵਰਗਾ ਅੱਜ ਗਿਆ ਕਿਸੇ ਕੰਪਨੀ ਦੇ ਵਿੱਚ, ਕਿੰਨੇ ਰੁਲਦੇ ਫਿਰਦੇ ਬੰਦੇ ਆ, ਉਹ ਉਹਨਾਂ ਨੂੰ ਦੇਖਣ ਲੱਗ ਪੈਂਦੇ ਇਸ ਤਰ੍ਹਾਂ ਕਿ ਕਿਤੇ ਤੀਜੇ ਦਰਜੇ ਦਾ ਸ਼ਹਿਰੀ ਆ ਗਿਆ ਸਾਡੇ ਵਿੱਚ। ਜਦੋਂ ਚਿਰ ਸਾਡਾ ਕੋਈ ਮੈਜੋਰਟੀ ਨਹੀਂ ਬਣੂਗੀ, ਕੋਈ ਏਕਾ ਨਹੀਂ ਹੋਊਗਾ ਔਰ ਆਪਣੇ ਹੱਕ ਲਈ ਨਹੀਂ ਲੜਾਂਗੇ, ਉਹਨਾਂ ਚਿਰ ਵੀ ਕੁਛ ਨਹੀਂ ਹੋਣਾ। ਦੂਸਰੀ ਗੱਲ ਰਹੀ ਕਮਿਸ਼ਨਰ ਸਾਹਿਬ ਦੀ, ਮੈਂ ਬੇਨਤੀ ਕਰੂੰਗਾ ਸਾਡੇ ਪੋਲੀਟੀਸ਼ੀਅਨਾਂ ਨੂੰ ਜਾਂ ਗਵਰਨਮੈਂਟ ਨੂੰ, ਈਵਨ ਦੋ ਕਿ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਇੱਥੇ, ਜੱਜ ਵੀ ਹੈਗੇ ਆ, ਵਕੀਲ ਵੀ ਹੈਗੇ ਆ, ਕਮਿਸ਼ਨਰ ਸਾਹਿਬ ਨੂੰ ਲਾਇਆ ਤਾਂ ਗਿਆ ਹੈਗਾ ਸਾਡੇ ਲਈ ਕਿ ਤੁਸੀਂ ਰੈਗੂਲੇਟਰੀ ਅਥਾਰਟੀ ਆ ਜਿਹੜੀ, ਤੇ ਉਹ ਆਪਣੀਆਂ ਮਨਮਰਜ਼ੀਆਂ ਜਿਸ ਤਰ੍ਹਾਂ ਕਰ ਰਹੇ ਹੈਗੇ। ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਇਹ ਬੰਦੇ ਨੂੰ ਕੋਈ ਪਰਵਾਹ ਹੀ ਨਹੀਂ ਕਿਸੇ ਦੀ, ਇਹਦੇ ਉੱਤੇ ਕੋਈ ਰੂਲ ਐਂਡ ਰੈਗੂਲੇਸ਼ਨ ਲਾਗੂ ਹੀ ਨਹੀਂ ਹੋ ਰਿਹਾ ਹੈਗਾ। ਉਹ ਕਿ ਜਿਹੜੇ ਬੰਦੇ ਆਲਰੇਡੀ ਜਿਹਨਾਂ ਕੋਲ ਟੈਗ ਆ ਉਹ ਮੁੰਡੇ ਵਿਚਾਰੇ ਲੱਭ ਰਹੇ ਹੈਗੇ ਆ, ਕੋਈ ਉਹਨਾਂ ਨੂੰ ਸਪਾਂਸਰ ਕਰਨ ਵਾਲੀ ਕੰਪਨੀ ਮਿਲੇ, ਤੇ 3-3 4-4 ਜਿਹੜੇ ਟੈਗ ਹੈਗਾ ਆ ਉਹ ਐਵਰੀਡੇ ਦੇ ਰਿਹਾ ਹੈਗਾ ਉਹਨਾਂ ਕੰਪਨੀਆਂ ਨੂੰ, ਜਿਹੜੇ ਕਿ ਉਹ ਆਫ ਟਾਕ ਟਰੱਕਰ ਸੀਗੇ ਜਿਹੜੇ। ਮਤਲਬ ਮੈਂ ਗਿੱਲ ਸਾਹਿਬ ਹੈਰਾਨ ਇਸ ਗੱਲ ਤੋਂ ਹੀ ਆ ਕਿ ਅਸੀਂ ਦੇਖੋ, ਅਸੀਂ ਮੈਂ ਮਾੜਾ ਨਹੀਂ ਕਹਿੰਦਾ ਕਿ ਸਾਡੇ ਪੋਲੀਟੀਸ਼ੀਅਨਾਂ ਨੂੰ, ਉਹਨਾਂ ਦਾ ਜਿੰਨਾ ਜ਼ੋਰ ਸੀਗਾ ਲਾ ਰਹੇ ਹੈਗੇ ਆ ਉਹ, ਬਟ ਬੇਨਤੀ ਇਹੀ ਆ ਕਿ ਜਿੰਨਾ ਕੁ ਤੁਸੀਂ ਦਿਖਾ ਰਹੇ ਹੈਗੇ ਉਹਨਾਂ ਤੁਸੀਂ ਲਾਇਆ ਨਹੀਂ ਹੈਗਾ। ਜਿੰਨਾ ਦਿਖਾ ਰਹੇ ਹੈਗੇ ਉਹਨਾਂ ਕੁ ਵੀ ਜ਼ੋਰ ਲਾਵੋ ਨਾ ਤੁਸੀਂ। ਜੇ ਤੁਹਾਡੀ ਸਰਕਾਰੇ ਦੁਆਰੇ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਗਿੱਲ ਸਾਹਿਬ, ਹੁਣ ਸਿਰੇ ਦੀ ਗੱਲ ਇਹ ਆ, ਸਾਡੇ ਪਾਰਟੀ ਜਿਹੜੀ ਫੈਡਰਲ ਪਾਰਟੀ NDP ਆ ਉਹਦੇ ਲੀਡਰ ਸਾਹਿਬ ਆ, ਸਾਡੇ ਬਰਨਬੀ ਤੋਂ ਉਹ ਨੁਮਾਇੰਦਗੀ ਕਰਦੇ ਆ, ਸਾਊਥ ਬਰਨਬੀ ਦੀ, ਇੱਥੇ ਆ ਕੇ ਟਰੱਕਾਂ ਵਾਲੇ ਇਕੱਠੇ ਹੋ ਕੇ ਮੀਡੀਆ ਇਕੱਠਾ ਕਰੀਏ ਉੱਥੇ, ਸਾਰਾ ਜਿੰਨਾ ਵੀ ਹੈਗਾ ਕੈਨੇਡਾ ਦਾ, ਚਿੱਟਾ ਕਾਲਾ ਨੀਲਾ ਪੀਲਾ ਜਿਹੜਾ ਵੀ ਹੈਗਾ, ਸਾਰਿਆਂ ਨੂੰ ਉੱਥੇ ਇਕੱਠੇ ਕਰਕੇ ਉਸ ਕਮਿਸ਼ਨਰ ਸਾਹਿਬ ਦੀਆਂ ਉਹਨਾਂ ਨੂੰ ਦੱਸੀਏ ਤਾਂ ਸਹੀ ਕਿ ਇਹ ਆਹ ਕੁਛ ਕਰ ਰਹੇ ਹੈਗੇ ਆ, ਅਸੀਂ ਆਹ ਕੁਛ ਕਰ ਰਹੇ ਹੈਗੇ ਆ। ਔਰ ਉਹਨਾਂ ਨੂੰ ਪਾਰਲੀਮੈਂਟ ਵਿੱਚ ਵੀ ਇਹ ਆਵਾਜ਼ ਉਠਾਉਣੀ ਚਾਹੀਦੀ ਹੈਗੀ, ਤਾਂ ਕਿਤੇ ਜਾ ਕੇ ਗੱਲ ਬਣਨੀ ਹੈਗੀ ਆ। ਔਰ ਸਾਡੇ ਜਿਹੜੇ MLA ਹੈਗੇ ਇਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਆਪਣੇ ਪ੍ਰੀਮੀਅਰ ਨੂੰ ਕਹਿਣ, ਉਹਨੂੰ ਸੱਦਣ, ਇੱਥੇ ਪ੍ਰੈਸ ਕਾਨਫਰੰਸ ਕਰਵਾਉਣ, ਉਹਦੇ ਨਾਲ ਮੀਟਿੰਗ ਕਰਵਾਉਣ ਸਾਡੀ। ਠੀਕ ਹੈ, ਇਹ ਮੋਰੇ ਅੱਗੇ ਮਤਲਬ ਇਹਨਾਂ ਦਾ ਕੀ ਕੰਮ ਹੈਗਾ ਕਿ ਜੇ ਟਰੂਡੋ ਆ ਗਿਆ ਇੱਥੇ ਤੇ ਉਹ ਜਿਹੜੇ ਕਹਿੰਦੇ ਸੀ ਜੇ ਤੁਸੀਂ ਮਿਲਣਾ ਟਰੂਡੋ ਨੂੰ ਸਾਡੇ ਥਰੂ ਹੀ ਮਿਲੋ, ਇਹ ਤਾਂ ਉਹੀ ਰੀਤ ਚੱਲੀ ਆ ਰਹੀ ਹੈਗੀ ਆ। ਸੋ ਗੱਲਾਂ ਦੇ ਨਾਲ ਤਾਂ ਗੱਲ ਨਹੀਂ ਬਣਨੀ ਹੈਗੀ, ਤੁਕ ਨਾਲ ਤਾਂ ਬੜੇ ਪਕਣੇ ਨਹੀਂ ਹੈਗੇ, ਤੇਲ ਤਾਂ ਪਾਉਣਾ ਪੈਣਾ ਕੜਾਹੀ ਦੇ ਵਿੱਚ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਮੈਂ ਕਹਿਣੇ ਨੂੰ ਬਹੁਤ ਕੁਝ ਕਹਿ ਸਕਦਾ ਹੈਗਾ ਬਟ ਦੈਟਸ ਇਨਫ। ਥੈਂਕ ਯੂ। ਇੱਕ ਮੈਂ ਹੋਰ ਗੱਲ ਕਰਾਂ, ਸਮਝੋ ਇਹ ਮੈਂ ਆਪ ਵੇਖਿਆ, ਇਹ ਠੀਕ ਹੈ ਪਾਰਟੀ ਇੱਕ ਹੈ ਪ੍ਰੋਵਿੰਸ਼ੀਅਲ ਤੇ ਫੈਡਰਲ, ਪਰ ਇਹ 2 ਟੀਅਰ ਹੀ ਹੈ, 1 ਕੰਪਨੀ 2 ਸਿਸਟਮ ਹੈ। BCA ਵਾਲੇ BC NDP ਲਿਖਦੇ ਆ, ਤੁਸੀਂ ਸਮਝੋ, ਇਹ ਅਲਬਰਟਾ ਵਾਲੇ ਅਲਬਰਟਾ ਦੀ NDP ਲਿਖਦੇ,
ਪਾਰਟੀ ਇੱਕ ਹੈ। ਜੇ ਕਹੋ ਵੀ ਜਗਮੀਤ ਸਿੰਘ ਉਹਨਾਂ ਦੀ ਸੂਬੇ 'ਚ ਚੱਲ ਜੂ, ਇਹ ਪੋਸੀਬਲ ਨਹੀਂ ਹੈ। ਇਹ ਕਲੀਅਰ ਹੈ ਗੱਲ। ਮੈਂ ਵੇਖਿਆ ਇਹਨਾਂ ਦਾ, ਜੇ ਕਿਤੇ ਉਹਨਾਂ ਦੀ ਚਲਦੀ ਹੋਵੇ ਤਾਂ ਰਿਜ਼ਲਟ ਸਰੀ ਦੇ ਹੋਰ ਹੋਣ। ਇਹ ਮੰਨ ਲਓ ਗੱਲ ਤੁਸੀਂ। ਇਹ ਨਹੀਂ ਹੈ, ਇਹਨਾਂ ਨੇ ਤਾਂ ਆਪਣਾ ਦੇਖਣਾ ਥਲੜਿਆਂ ਨੇ ਵੀ ਸਾਡੀ ਕਿੱਥੇ ਸੱਟ ਬਹਿੰਦੀ ਹੈ ਕੁੰਡੀ। ਪਾਰਟੀ ਇੱਕ ਨਹੀਂ ਤਾਂ ਪਾਰਟੀ ਦੇ ਬੰਦੇ ਤੇ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਸੇਮ ਪਾਰਟੀ ਦੇ ਬੰਦੇ ਭੁਗਤ ਜਾਣੇ, ਹੋ ਸਕਦਾ ਇਹ ਨਹੀਂ ਪੋਸੀਬਲ ਹੈ। ਪਰ ਇਹ ਵਨ ਪਾਰਟੀ 2 ਟੀਅਰ ਪ੍ਰੋਗਰਾਮ ਹੈ। ਪ੍ਰੋਵਿੰਸ਼ੀਅਲ ਆਪਣੇ ਤੌਰ ਤੇ ਕੰਮ ਕਰਦੇ। ਜਵਾਹਰ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਬਾਈ ਜੀ ਮੈਂ ਇਸ ਕਰਕੇ ਫੋਨ ਕੀਤਾ ਜੀ ਕਿ ਅਸੀਂ ਇੱਥੇ ਲੋਕਲ ਜਿੱਦਾਂ ਪੋਰਟਾਂ ਤੇ ਕੰਮ ਕਰਦੇ ਆ ਤੇ ਸਾਡੇ ਕੋਲ ਟੈਗ ਵੀ ਹੈਗੇ ਆ ਤੇ ਪਰ ਕੰਮ ਨਹੀਂ ਸਾਨੂੰ ਮਿਲ ਰਿਹਾ ਜੀ। ਓਕੇ, ਉਹਦਾ ਕਾਰਨ ਕੀ ਹੈ ਰਾਏ ਸਾਹਿਬ? ਕੀ ਕਾਰਨ ਹੈ? ਕਾਰਨ ਪਹਿਲਾਂ ਤਾਂ ਯਾਨੀ ਕਿ ਕੰਮ ਜਿਹੜਾ ਕਰੋਨਾ ਦਾ ਕਰਕੇ ਸਟਕ ਹੋ ਗਿਆ ਸੀਗਾ, ਨਹੀਂ ਚੱਲਦਾ। ਹੁਣ ਚੱਲਦਾ ਹੈਗਾ ਥੋੜਾ ਬਹੁਤਾ, ਪਰ ਸਾਡੇ ਤੱਕ ਨਹੀਂ ਪਹੁੰਚਦਾ ਜੀ। ਤੇ ਕਿੱਥੇ ਚਲੇ ਜਾਂਦਾ? ਬਾਕੀਆਂ ਦੇ ਵਿੱਚ ਵੰਡਿਆ ਜਾਂਦਾ, ਸਾਡੇ ਤੱਕ ਪਹੁੰਚਦਾ ਨਹੀਂ ਹੈਗਾ। ਜੇ ਅਸੀਂ ਕਿਸੇ ਕੰਪਨੀ ਕੋਲ ਜਾਂਦੇ ਆ ਵੀ ਸਾਨੂੰ ਹਾਇਰ ਕਰ ਲਓ, ਉਹ ਕਹਿੰਦੇ ਸਾਡੇ ਕੋਲ ਟੈਗ ਹੈ ਨਹੀਂ। ਕਈ ਕੰਪਨੀ ਕੋਲ ਕੰਮ ਹੈਗਾ ਤਾਂ ਉਹਨਾਂ ਕੋਲ ਟੈਗ ਹੈ ਨਹੀਂ ਗੇ। ਸਾਡੀ ਕੰਪਨੀ ਕੋਲ ਇੰਨਾ ਕੰਮ ਨਹੀਂ ਹੈਗਾ ਤੇ ਹੁਣ ਅਸੀਂ ਘਰੇ ਬੈਠੇ ਆ ਤੇ ਘਰੇ ਫਿਰ ਖਰਚੇ ਸਾਰੇ ਹੈਗੇ। ਉਹਦਾ ਕੋਈ ਹੱਲ ਹੋਣਾ ਚਾਹੀਦਾ ਵੀ ਸਾਡੇ ਲਈ ਕਿਸੇ ਨਾ ਕਿਸੇ ਪਾਸੇ ਜਿੱਥੋਂ ਸਾਨੂੰ ਕੰਮ ਮਿਲ ਸਕੇ। ਕਰੋਨਾ ਤੋਂ ਪਹਿਲਾਂ ਤੇ ਅੱਜ ਕਿੰਨਾ ਫਰਕ ਹੈ ਜੀ? ਜੇ ਮੰਥਲੀ ਆਪਾਂ ਕਰੀਏ ਤੁਹਾਡੇ ਪੇ ਚੈੱਕ ਦਾ ਕਿੰਨੇ ਦਾ ਫਰਕ ਹੈ? 25% ਰਹਿ ਗਿਆ ਜੀ। ਹੁਣ 25% ਤੋਂ ਵੀ ਥੋੜਾ ਹੀ ਆ ਕਹਿ ਲਓ, ਜਿਹਦੇ ਨਾਲ ਸਾਡੇ 10,000 ਜਿਹਨੂੰ ਬਣਦਾ ਸੀ ਉਹਨੂੰ 2500 ਬਣਦਾ। ਹਾਂਜੀ, 2500 ਤੋਂ ਵੀ ਘੱਟ ਜਾਂਦਾ ਕਈ ਵਾਰੀ। ਜਿੱਦਾਂ ਹੁਣ ਜਿਹੜੇ ਆਪਣਾ ਇੰਸ਼ੋਰੈਂਸ ਹੈ ਟਰੱਕ ਦਾ ਤੇ ਪਾਰਕ ਆ, ਉਹਦਾ ਵੀ ਕਈ ਵਾਰੀ ਫਿਕਰ ਪਿਆ ਹੁੰਦਾ ਵੀ ਕਿਵੇਂ ਉਹਨੂੰ ਸਰਵਾਈਵ ਕਰਨਾ। ਕਮਾਲ ਹੋ ਗਈ। ਧੰਨਵਾਦ। ਸ਼ਾਹ ਹਰਦੀਪ ਸਿੰਘ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਜੀ, ਮੈਂ ਕੱਲ ਵੀ ਫੋਨ ਕੀਤਾ ਸੀਗਾ। ਜਿੱਦਾਂ ਭਾਜੀ ਹੁਣੀ ਦੱਸ ਕੇ ਗਏ ਸੀ, ਮੇਰੀ ਕੰਪਨੀ 'ਚ ਹੈ ਜੀ ਇਹ ਸਾਰੇ ਮੁੰਡਿਆਂ ਦੇ 8-10 ਮੁੰਡਿਆਂ ਦੇ $50,000 ਦੇ ਟਰੱਕ ਆਏ ਜੀ। 20,000 ਹਰੇਕ ਮੁੰਡੇ ਦਾ ਪਿੱਛੇ ਲੱਗਿਆ ਜੀ ਡੈਪ ਸਿਸਟਮ ਕਰਕੇ। $70,000 ਸਪੈਂਡ ਕਰ ਦਿੱਤਾ ਜੀ। ਐਸ ਪਿਛਲੇ ਮਹੀਨੇ ਦੇ ਵਿੱਚ 20 ਕੈਨ ਲੱਗੇ ਆ ਜੀ। 20 ਕੈਨਾਂ ਦੇ ਵਿੱਚੋਂ $800 ਇੰਸ਼ੋਰੈਂਸ ਆ ਗਈ, 500-600 ਦਾ ਤੇਲ ਲੱਗ ਗਿਆ ਜੀ, ਬਾਕੀ ਜਾੜ ਦਾ ਖਰਚਾ। ਤਾਂ ਆਪਾਂ ਜਦੋਂ ਕਿਸੇ ਕੋਲ ਜਾਂਦੇ ਆ ਵੀ ਸਾਨੂੰ ਕੰਮ ਨਹੀਂ ਮਿਲਦਾ, ਕੰਪਨੀ ਕੋਲ ਕੰਮ ਹੈਗਾ ਦੋਵਾਂ ਕੋਲ, ਉਹ ਕਹਿੰਦੇ ਟੈਗ ਨਹੀਂ ਮੂਵ, ਦੂਜੇ ਮੂਵ ਹੁੰਦੇ। ਇੱਥੇ ਸਾਨੂੰ ਕੰਮ ਨਹੀਂ ਮਿਲਦਾ। ਤੁਸੀਂ ਦੱਸੋ ਕੀ ਹੋ ਸਕਦਾ ਸਾਡਾ ਹੁਣ? ਕਮਾਲ ਹੋ ਗਈ। ਰੋਜ਼ੇ ਜੀ 4-5 ਬੰਦੇ ਗੱਡੀ ਭਰ ਕੇ ਮੈਂ ਲੈ ਕੇ ਜਾਣਾ ਪਿਆ। ਇਸ ਕੰਪਨੀ ਕੋਲ ਜਾਂਦੇ ਆ ਆਪਾਂ, ਜਾਣਾ ਚਾਹੁੰਦੇ ਆ, ਚਲੋ ਠੀਕ ਹੈ, ਸੀਨੀਅਰ ਬੰਦੇ ਕੰਮ ਕਰੀ ਜਾਂਦੇ, ਉਹਨਾਂ ਲਈ ਜੇ ਘੱਟ ਆ ਨਹੀਂ ਸ਼ੇਅਰ ਕਰ ਸਕਦੇ, ਰਾਈਟ। ਹੁਣ ਕਈ ਕੰਪਨੀਆਂ ਕੋਲ ਕੰਮ ਹੈਗਾ, ਉਹਨਾਂ ਦੇ ਕੋਲ ਜਾਂਦੇ ਆਪਾਂ ਕਿ ਕੰਮ ਦੇ ਦਿਓ, ਕਿ ਸਾਡੇ ਕੋਲ ਟੈਗ ਹੈ ਨਹੀਂ, ਟੈਗ ਮੂਵ ਨਹੀਂ ਕਰਦੇ ਸਾਡੇ। ਬਿਲਕੁਲ ਠੀਕ ਹੈ ਹਰਦੀਪ, ਤੁਹਾਡੀ ਗੱਲ ਬਿਲਕੁਲ ਠੀਕ। ਮੁੰਡੇ ਸਟ੍ਰੈਸ ਵਿੱਚ ਆਏ ਹੋ ਗਿੱਲ ਸਾਹਿਬ, ਦੱਸਦੇ ਨਹੀਂ ਜੀ। ਰੇਡੂਏ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ। ਮੁੰਡੇ ਵਿਚਾਰੇ ਫੋਨ ਕਰਕੇ ਕਦੀ ਬੇਦਗਰੀ ਪਾਰਕ ਇਕੱਠੇ ਹੁੰਦੇ ਆ, ਕਦੀ ਕਿਤੇ ਇਕੱਠੇ ਹੁੰਦੇ ਆ। ਕੋਈ ਨਾ, ਕੋਈ ਗੱਲ ਨਹੀਂ, ਹਰ ਇੱਕ ਚੀਜ਼ ਦਾ ਸੋਲਿਊਸ਼ਨ ਹੈ, ਇਹਦਾ ਵੀ ਹੋਏਗਾ, ਫਿਕਰ ਨਾ ਕਰੋ। ਕੋਸ਼ਿਸ਼ ਕਰਦੇ ਹਾਂ ਆਪਾਂ। ਵਪਾਰਕ ਸੰਦੇਸ਼ ਆ ਕੇ ਗੱਲਬਾਤ ਕਰਦਾ ਸਿੰਘ ਜੀ। ਮਨਵੀਰ ਸਿੰਘ ਜੀ ਅੜੀਕੇ ਹੁਣੇ ਆਇਆ ਵਾਪਸ। ਮਨਦੀਪ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੋਲੀ ਚਲੋ। ਹਾਂਜੀ ਗਿੱਲ ਸਾਹਿਬ, ਮੈਂ ਬੇਨਤੀ ਕਰਨੀ, ਮਨਦੀਪ ਸਿੰਘ ਜੀ, ਲੋਕਲ ਡੰਪ ਟਰੱਕ ਚਲਾਉਣਾ। ਹਾਂਜੀ, ਆਉਂਦੀ ਹੈ ਜੀ ਆਵਾਜ਼ ਮੇਰੀ? ਆਉਂਦੀ ਹੈ ਜੀ, ਆਉਂਦੀ ਹੈ। ਮੈਂ ਬੇਨਤੀ ਕਰਨੀ ਕਿ ਜੀ ਮੈਂ ਲੋਕਲ ਡੰਪ ਟਰੱਕ ਚਲਾਉਣਾ ਜੀ। 4 ਲੱਖ ਦੀ ਮੇਰੀ ਜੂਨ ਜੀ। ਬੰਦੇ ਨੇ ਸਰੀ ਦਾ ਬੰਦਾ ਮੇਰੇ ਤੋਂ ਕੰਮ ਕਰਾ ਲਿਆ, $30,000 ਤੇ ਹੁਣ ਪੈਸੇ ਨਹੀਂ ਦਿੰਦਾ ਜੀ। ਉਧਰੋਂ ਹੁਣ ਕਰੋਨਾ ਆ ਗਿਆ ਜੀ, ਕੰਮ ਸਾਡਾ ਚੱਲਦਾ ਨਹੀਂ। 5,000 ਟਰੱਕ ਦੀ ਪੇਮੈਂਟ ਆ ਜੀ। ਤੇ ਘਰ ਦੇ ਫੋਨ ਤੇ ਫੋਨ ਕਰਦੇ ਜੀ, ਫੋਨ ਚੱਕਦਾ ਨੀ ਗਾ। ਸਰੀ ਦਾ ਬੰਦਾ ਜੀ, ਜੇ ਟੈਕਨੋ ਦਾ ਲਿਖਿਆ ਹੋਇਆ। ਹੁਣ ਅਸੀਂ ਕੀ ਕਰੀਏ ਜੀ, ਕਿੱਧਰ ਨੂੰ ਜਾਈਏ? ਵੀ ਸਾਨੂੰ ਹੁਣ ਨਾ ਕੰਮ ਮਿਲਦਾ ਜੀ ਕਿਸੇ ਪਾਸੇ। ਜੋ ਕੰਮ ਕਰਾ ਲਿਆ ਹੁਣ ਪੈਸੇ ਨਹੀਂ ਦਿੰਦਾ ਜੀ। ਬੜੀ ਮਾੜੀ ਗੱਲ ਹੈ ਯਾਰ। ਮਨਵੀਰ ਸਿੰਘ ਜੀ, ਨੰਬਰ 3। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਨਾ ਇੱਥੇ ਲੋਕਲ ਕੰਟੇਨਰਾਂ 'ਤੇ ਕੰਮ ਕਰਦਾ ਜੀ, ਤੇ ਮੈਨੂੰ ਆਲਮੋਸਟ ਸਾਲ ਹੋ ਗਿਆ ਤੇ ਜਿਹੜੀ ਮੇਰੀ ਪੇ ਚੈੱਕ ਵੀ ਆ ਤੇ ਉਹ 5000 ਤੋਂ ਉੱਤੇ ਨਹੀਂ ਗਈ ਨਾ, ਤੇ ਉਹ ਕੰਪਨੀ ਦੇ ਓਨਰ ਕੋਲ ਜਾਈਦਾ ਤੇ ਉਹ ਕੋਈ ਸਾਡੇ ਹੱਥ ਪੱਲੇ ਨਹੀਂ ਫੜਾਉਂਦਾ, ਨਾ ਉਹ ਸਾਨੂੰ ਕੰਮ ਦਿੰਦਾ। ਆਲਮੋਸਟ 1 year ਹੋ ਗਿਆ ਤੇ ਬਿਲਕੁਲ ਉਹ ਕੰਮ ਨਹੀਂ ਦਿੰਦਾ। ਹੁਣ ਜਦ ਕੰਮ ਲੈਣ ਜਾਂਦੇ ਹੋ ਕੰਮ ਵੀ ਹੈ ਨਹੀਂ ਤੇ ਸੈਲਰੀ ਵੀ ਹੈ ਨਹੀਂ। ਆਲਮੋਸਟ 1 year ਹੋ ਗਿਆ, ਕੋਵਿਡ ਤੇ ਹੁਣ ਸਟਾਰਟ ਹੋਇਆ ਸਾਨੂੰ। ਮੈਂ ਸੇਮ ਕੰਪਨੀ 'ਚ ਕੰਮ ਕਰਦਾ ਜਿਹੜੇ ਵੀਰ ਪਹਿਲਾਂ ਬੋਲ ਕੇ ਗਏ ਸੀ 2 ਜਣੇ, ਤੇ ਮੈਨੂੰ ਤੇ ਆਲਮੋਸਟ ਮੈਨੂੰ 1 ਸਾਲ ਹੋ ਗਿਆ ਉਹ ਕੰਪਨੀ ਦੇ ਵਿੱਚ। ਨਾ ਉਹ ਕੰਮ ਦਿੰਦੇ ਆ ਤੇ ਨਾ ਸਾਨੂੰ ਕਿਤੇ ਅਸੀਂ ਮੂਵ ਵੀ ਨਹੀਂ ਹੋ ਸਕਦੇ, ਕਿਤੇ ਟੈਗ ਨਹੀਂ ਮੂਵ ਕਰ ਸਕਦੇ। ਕਮਿਸ਼ਨਰ ਨੂੰ ਵੀ ਮੈਂ ਕਾਲ ਕੀਤੀ ਜਿੱਦਾਂ 3-4 ਵਾਰੀ, ਤੇ ਉੱਥੇ ਉਹ ਕੋਈ ਕਹਿੰਦੇ ਵੀ ਅਸੀਂ ਟੈਗ ਨਹੀਂ ਮੂਵ ਕਰ ਸਕਦੇ, ਕੋਈ ਆਨਸਰ ਨਹੀਂ ਦਿੰਦੇ ਸਾਨੂੰ। ਤੇ ਹੁਣ ਉਹ ਟਰੱਕ ਵੀ ਖੜਾ, ਉਹਦੀ ਇੰਸ਼ੋਰੈਂਸ ਵੀ ਜਾਂਦੀ ਹੈ ਰਾਈਟ, ਫਿਰ WC ਵੀ ਆ, ਘਰ ਦੀ ਪੇਮੈਂਟ, ਹੋਰ ਖਰਚੇ ਬਹੁਤ ਹਨ। ਕੋਈ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਕਰਦਾ। ਕੰਮ ਕਰਨ ਨੂੰ ਕੋਈ ਹੋਰ ਹੈ ਨਹੀਂ, ਕੰਮ ਕਰਨ ਨੂੰ ਕੋਈ ਹੈ ਨਹੀਂ। ਮੈਂ ਹੁਣ ਕਿਸੇ ਦੀ ਡਰਾਈਵਰੀ ਕਰਦਾ ਇੱਥੇ, ਕੋਈ ਜਿੱਦਾਂ ਕਿਸੇ ਹੋਰ ਕੰਪਨੀ ਦੀ ਡਰਾਈਵਰੀ ਕਰਦੇ ਆ ਰਾਈਟ, ਤੇ ਫਿਰ ਸਾਨੂੰ ਟਰੱਕ ਪਾਉਣ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਨਾ। ਜੇ ਆਪਾਂ ਡਰਾਈਵਰੀ ਕਰਨੀ ਸੀ ਉਹ ਤੇ ਪਹਿਲਾਂ ਵੀ ਡਰਾਈਵਰੀ ਕਰਦੇ ਸੀ, ਜਾਂ ਜੇ ਕੰਪਨੀ ਨੇ ਹਾਇਰ ਤਾਂ ਕੀਤਾ ਸੀ ਵੀ ਅਸੀਂ ਤੁਹਾਨੂੰ ਹੈਵ ਟੂ ਕੰਮ ਦੇਵਾਂਗੇ, ਤੁਸੀਂ ਸਾਡੇ ਨਾਲ ਹਾਇਰ ਹੋਵੋ। ਪਰ ਉਹ ਕੰਪਨੀ ਹੁਣ ਨਾ ਓਨਰ ਤੇ ਬਿਲਕੁਲ ਫੋਨ ਚੱਕਣੋਂ ਹੀ ਹਟ ਗਿਆ ਸਾਡਾ, ਵੀ ਫੋਨ ਉਹ ਨਹੀਂ ਚੱਕਦਾ ਈਵਨ। ਬਹੁਤ ਮਾੜੀ ਗੱਲ ਹੈ ਯਾਰ। ਸਰਦਾਰ ਕੁਲਵਿੰਦਰ ਸਿੰਘ, ਲਾਈਨ ਨੰਬਰ 4, ਤੁਸੀਂ 에ਅਰ ਤੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਮੈਂ ਤਲਵਿੰਦਰ ਸਿੰਘ ਬੋਲਦਾ ਜੀ। ਹਾਂਜੀ, 2 ਮਹੀਨਿਆਂ ਤੋਂ ਮੈਂ ਘਰ ਬੈਠਾ ਜੀ। ਹੈਲੋ, ਹਾਂਜੀ 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 ਹਾਂਜੀ, ਮੈਂ ਕੰਟੇਨਰਾਂ ਤੇ ਇੱਕ ਐਜ ਓਨਰ ਆਪਰੇਟਰ ਕੰਮ ਕਰਦਾ ਸੀ। ਮਈ 11 ਤੋਂ ਬਾਅਦ ਕੰਪਨੀ ਨੇ ਲੈਟਰ ਦਿੱਤਾ ਕੋਵਿਡ ਦਾ ਬਹਾਨਾ ਮਾਰ ਕੇ ਵੀ ਕੰਮ ਹੈ ਨਹੀਂਗਾ। ਜਦੋਂ ਕੋਵਿਡ ਸ਼ੁਰੂ ਹੋਇਆ ਸੀ ਉਦੋਂ $200 ਦਾ ਸਾਨੂੰ ਇਨਾਮ ਦਿੱਤਾ ਵੀ ਤੁਸੀਂ ਔਖੇ ਹੋ ਕੇ ਕੰਮ ਤੇ ਆਉਣੇ ਆ। ਮਹੀਨੇ ਬਾਅਦ ਹੁਣ ਮਈ 11 ਨੂੰ ਉਹਨੇ ਲੈਟਰ ਦਿੱਤਾ ਵੀ ਤੁਹਾਡੇ ਲਈ ਕੰਮ ਨਹੀਂ ਹੈਗਾ, ਵੀ ਕੰਮ ਸਲੋ ਹੋ ਗਿਆ। ਕੰਮ ਉਹ ਕੰਪਨੀ ਬਾਹਰੋਂ ਕਰਾ ਰਹੀ ਆ। ਮੈਂ ਕਮਿਸ਼ਨਰ ਹਾਊਸ ਵਿੱਚ ਬਹੁਤ ਵਾਰੀ ਫੋਨ ਕੀਤਾ, ਵੀ ਈਮੇਲਾਂ ਵੀ ਕੀਤੀਆਂ, ਵੀ ਜਿਹੜੇ ਉਹਨੇ 3 ਕੰਪਨੀਆਂ ਕਿਹਾ ਵੀ ਟੈਗ ਇੱਥੇ ਚੱਲ ਜਾਓ, ਉਹਨਾਂ ਕੋਲ ਕੰਮ ਹੈ ਨਹੀਂ। ਹੁਣ ਹੋਰ ਅਸੀਂ ਕਿੱਥੇ ਜਾ ਕੇ ਅਪਲਾਈ ਕਰੀਏ? 2 ਮਹੀਨੇ ਹੋ ਗਿਆ। ਮਈ 11 ਨੂੰ ਦਾ ਕੰਮ ਛੁੱਟਿਆ ਜੀ, ਤਾਂ ਹੁਣ ਨਾ ਟੈਗ ਮਿਲਦਾ। ਜਿੱਥੇ ਕੰਮ ਹੈਗਾ ਆ ਉੱਥੇ ਟੈਗ ਹੈ ਨਹੀਂ, ਜਿੱਥੇ ਕੰਮ ਨਹੀਂ ਹੈਗਾ ਉੱਥੇ ਟੈਗ ਵਿਹਲੇ ਪਏ ਆ। ਇਹਦਾ ਕੀ ਹੁਣ ਇਹਦੇ ਵਿੱਚ ਅਸੀਂ ਕੀ ਕਰ ਸਕਦੇ? 2 ਮਹੀਨੇ ਹੋ ਗਏ ਪੂਰੇ ਬੈਠੇ ਘਰ। ਬੜਾ ਔਖਾ ਹੋ ਗਿਆ ਵੀ ਕੰਮ। ਰਵਜੋਤਪਾਲ ਸਿੰਘ ਜੀ, ਲਾਈਨ ਨੰਬਰ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਦੇਖੋ, ਮੈਂ ਤਾਂ ਕੱਲ ਵੀ ਤੁਹਾਡਾ ਟੀਵੀ ਤੇ ਵੀ ਸ਼ੋਅ ਸੁਣਿਆ ਸੀ। ਦੇਖੋ, ਜਦੋਂ ਵੀ ਬਿਲਕੁਲ ਸਰਕਾਰਾਂ ਨੂੰ ਕੁਛ ਕਰਨਾ ਚਾਹੀਦਾ, ਪਰ ਹੁਣ ਜੇ ਆਪਾਂ ਸਾਰੀ ਗੱਲ ਸਰਕਾਰਾਂ ਤੇ ਛੱਡ ਦੇਈਏ ਤਾਂ ਗੱਲ ਨਹੀਂ ਬਣਨੀ। ਹੁਣ ਮਸਲਾ ਇਹ ਇੱਥੇ ਜਿੱਦਾਂ ਮੈਂ ਸੁਣਦਾ ਸੀ, ਇੱਕ ਦੂਜਾ ਕਿੰਨਾ ਟੈਗਾਂ ਵਾਲੇ, ਇੱਕ ਔਨਸ਼ੋਰ ਤੇ ਇੱਕ ਆਫਸ਼ੋਰ ਹੈ। ਜਿਹੜਾ ਹੁਣ ਔਨਸ਼ੋਰ ਆ ਉਹਨਾਂ ਦੇ ਤਾਂ ਕੰਟਰੋਲ ਹੋ ਸਕਦਾ, ਜਿਹੜਾ ਆਫਸ਼ੋਰ ਆ ਜਿਹੜਾ ਕੰਮ ਕਰਦੇ ਉਹ ਵੀ ਅਸੀਂ ਕਰਦੇ ਹਾਂ। ਹੁਣ ਜਿੱਦਾਂ ਵੀ ਜਿੱਥੇ ਅਸੀਂ ਏਕਾ ਕਮਿਸ਼ਨਰ ਨਾਲ ਲੜਨ ਲਈ ਦੂਜਾ ਲਾਉਂਦੇ ਹਾਂ, ਉੱਥੇ ਤਾਂ ਸਾਨੂੰ ਏਕਾ ਇੱਥੇ ਵੀ ਚਾਹੀਦਾ। ਇੱਕ ਵੈਨਕੂਵਰ, ਸਰੀ, ਐਬਸਫੋਰਡ, ਚਿਲਾਬੈਕ ਦਾ ਰੇਟ ਰੱਖ ਲਓ ਵੀ ਅਸੀਂ $65 ਤੋਂ ਘੱਟ ਘੰਟਾ ਕੰਮ ਕਰਨਾ ਹੀ ਨਹੀਂ। ਆਫਸ਼ੋਰ ਹੋਵੇ ਔਨਸ਼ੋਰ ਹੋਵੇ, ਜਿੰਨਾ ਮਰਜ਼ੀ ਸੱਦੀ ਜਾਣ, ਬਿਲਕੁਲ ਆ ਮਹੀਨਾ 2 ਮਹੀਨੇ ਹਰਟ ਕਰਾਂਗੇ, ਕੰਮ ਮਿਲੂਗਾ। ਸਾਨੂੰ ਸਟਰਾਈਕ ਕਰਨ ਦੀ ਲੋੜ ਵੀ ਨਹੀਂ, ਕੰਮ ਵੀ ਸਾਨੂੰ ਮਿਲਣਾ ਸ਼ੁਰੂ ਹੋ ਜਾਊਗਾ। ਪਰ ਅਸੀਂ ਕਿਸੇ ਸਿਸਟਮ ਦੇ ਵਿੱਚ ਆਉਂਦੇ ਨਹੀਂ। ਅਸੀਂ ਸਦਾ ਹੀ ਜਾਂ ਤਾਂ ਜਾ ਕੇ ਨਾ ਦੂਜੇ ਦੇ ਬਿਲਕੁਲ ਰੱਖ ਕੇ ਬੈਠ ਜਾਂਦੇ ਹਾਂ, ਤੇ ਜਾਂ ਫਿਰ ਅਸੀਂ ਬਿਲਕੁਲ ਸਿੱਧਾ ਸਿਰ ਅੜਾ ਲੈਂਦੇ। ਹੁਣ ਜੇ ਜੁਗਤ ਵਰਤਾਂਗੇ, ਜਿਹੜੇ ਜਾ ਕੇ ਨਾ ਗਗਨ ਸਿੰਘ ਹੁਣੀ ਆ ਬਹੁਤ ਸੋਹਣਾ ਉਹ ਉਪਰਾਲਾ ਕਰਦੇ ਹੈਗੇ, ਜਾਂ ਹੋਰ ਵੀ ਜਿਹੜੇ ਇੱਥੇ ਜਿਹੜੇ ਯੂਨੀਅਨਾਂ ਬਣੀਆਂ ਆ, ਉਹਨਾਂ ਨੂੰ ਚਾਹੀਦਾ ਇਕੱਠੇ ਹੋ ਕੇ ਬੈਠ ਕੇ ਇੱਕ ਰੇਟ ਨਿਯਤ ਕਰ ਲੈਣ ਵੀ ਅਸੀਂ ਜਿਹੜਾ ਆ ਲੋਕਲ ਕੰਮ ਕਰਨਾ ਆ, ਅਸੀਂ ਇੰਨਾ ਰੇਟ ਜਾਂ ਮਾਈਲੇਜ ਦਾ ਲੈਣਾ, ਜਾਂ ਘੰਟੇ ਦਾ ਲੈਣਾ, ਜਾਂ ਕੰਟੇਨਰ ਦਾ ਲੈਣਾ ਹੈਗਾ। ਜੇ ਇਹੋ ਆਪਾਂ ਕੰਮ ਕਰ ਲੈਂਦੇ ਆ, ਨਾ ਸਾਨੂੰ ਕਮਿਸ਼ਨਰ ਦੀ ਲੋੜ, ਨਾ ਸਾਨੂੰ ਕਿਸੇ ਹੋਰ ਦੀ ਲੋੜ, ਸਾਡੇ ਕੰਮ ਵੀ ਵਧੀਆ ਚੱਲੂਗੇ, ਸਭ ਕੁਛ ਹੋਊਗਾ। ਸੋ ਥੋੜਾ ਜਿਹਾ ਸਾਨੂੰ ਆਪਣੇ ਹੱਕਾਂ ਲਈ ਆਪ ਵੀ ਖੜਨਾ ਪੈਣਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਐਟਲਸ ਆਟੋ ਬਾਡੀ ICBC ਦੀ ਐਕਸਪ੍ਰੈਸ ਬਾਡੀ ਸ਼ਾਪ ਹੈ, 7638 ਐਨਵਲ ਵੇ, 76 ਤੇ 129A ਦਾ ਕਾਰਨਰ ਹੈ। ਸਟੇਟ ਆਫ ਆਰਟ ਫੈਸਿਲਿਟੀ ਹੈ, 3000 ਸਕੁਅਰ ਫੁੱਟ ਦੀ ਬਿਲਡਿੰਗ ਹੈ, ਤੇ ਉਹਦੇ ਵਿੱਚ ਸਿਰੇ ਦੇ ਪ੍ਰੋਫੈਸ਼ਨਲ ਬਾਡੀ ਵਰਕ ਤੇ ਪੇਂਟ ਦੀ ਜੌਬ ਕਰਨ ਵਾਲੇ ਵਰਕਰ ਨੇ।
604 594 9707 ਹਰਜਿੰਦਰ ਸਿੰਘ ਧਾਲੀਵਾਲ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਚੇਤਨ ਧਾਲੀਵਾਲ ਨਾਲ ਗੱਲਬਾਤ ਕਰ ਸਕਦੇ ਹੋ। 604 594 9707 ਐਟਲਸ ਆਟੋ ਬੋਡੀ ਐਕਸਪ੍ਰੈਸ ਬੋਡੀ ਸ਼ਾਪ ਹੈ। ਗੱਡੀ ਛੱਡਿਆ ਤੇ ਕਟਸੀ ਕਾਰ ਲੈ ਆਇਓ, ਬਾਕੀ ਕੰਮ ਇਹਨਾਂ ਤੇ ਛੱਡ ਦਿਓ, ਸਾਰਾ ਕੰਮ ਕਰ ਦੇਣਗੇ। ਗੱਡੀ ਤੁਹਾਡੀ ਐਨ ਵੰਗਰਗੀ ਬਣਾ ਦੇਣਗੇ। ਕਟਸੀ ਵਾਲੀ ਛੱਡਿਆ ਆਇਓ ਤੇ ਆਪਣੇ ਵਾਲੀ ਗੱਡੀ ਲੈ ਆਇਓ, ਬਸ ਇੰਨਾ ਹੀ ਕੰਮ ਹੈ, ਆਉਣ ਜਾਣਾ ਹੀ ਹੈ। ਰਾਜਵਿੰਦਰ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਹਰਪ੍ਰੀਤ ਸਿੰਘ ਜੀ ਤੁਸੀਂ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਕਿ ਲਾਈਕ ਮੇਰੇ ਕੋਲ ਨਾ ਮੈਂ LMI ਲਈ ਸੀ ਇੱਥੇ ਆ ਕੇ ਟਿਮ ਹੋਟਲ ਤੋਂ $45,000 ਦੀ। ਤੇ ਉਦੋਂ ਬਾਅਦ ਭਾਜੀ ਕੀ ਹੋਇਆ ਨਾ, ਹੁਣ ਜਿਹੜਾ ਮੇਰਾ ਮਤਲਬ ਜਿਹੜੇ ਏਜੰਟ ਤੋਂ ਮੈਂ ਲਈ ਸੀਗੀ ਉਹਨੇ ਉਹ ਸਟੈਪ ਬੈਕ ਕਰਤਾ ਕਿ ਸਾਡੇ ਕੋਲ ਕੰਮ ਨਹੀਂ ਹੈਗਾ। ਕਿ ਮੈਂ ਤੇਰੇ ਓਨਰ ਨਾਲ ਗੱਲ ਕੀਤੀ ਹੈ ਕਿ ਉਹ ਕਹਿੰਦੇ ਸਾਡੇ ਕੋਲ ਕੰਮ ਨਹੀਂ ਹੈਗਾ। ਤੇ ਮੈਂ ਕਿਹਾ ਵੀ ਫਿਰ ਆਪਣੀ ਗੱਲ ਹੋਈ ਸੀ ਕਿ ਉਹਨੇ ਕੀਤੇ ਸੀ ਪੂਰਾ ਪੈਸਾ ਕਿ ਆਪਾਂ PR ਤੱਕ ਕਰਨਾ ਹੈ ਕੰਮ, ਰਾਈਟ। ਤੇ ਹੁਣ ਉਹ ਮੈਨੂੰ ਕਹਿ ਰਿਹਾ ਕਿ ਤੇਰੀ PR ਤਾਂ ਨਹੀਂ ਲੱਗਣੀ ਹੈਗੀ, ਤੈਨੂੰ LMI ਨਵੀਂ ਲੈਣੀ ਪੈਣੀ ਹੈ ਤੇ ਨਵੀਂ ਮੇਰੇ ਕੋਲ ਹੈ ਨਹੀਂ ਕੋਈ। ਜੇ ਤੂੰ ਹੋਰ ਕਿਸੇ ਉਹਦੇ ਵਿੱਚ ਜਾਣਾ ਚਾਹੁੰਦਾ ਤਾਂ ਤੈਨੂੰ ਹੋਰ ਪੈਸੇ ਖਰਚਣੇ ਪੈਣਗੇ, $45,000 ਹੋਰ ਲੱਗੂਗਾ। ਠੀਕ ਆ। ਤੇ ਹੁਣ ਮੇਰਾ ਵੀਜ਼ਾ ਖਤਮ ਹੋ ਰਿਹਾ 19 ਤਰੀਕ ਨੂੰ, ਇਸ ਤਰੀਕ ਨੂੰ 19 ਤਰੀਕ ਨੂੰ ਮੇਰੇ ਕੋਲ ਵਰਕ ਪਰਮਿਟ ਮੇਰਾ ਖਤਮ ਆ, ਰਾਈਟ। ਜਿਹੜਾ ਅੱਜ ਤੋਂ 6 ਮੰਥ ਪਹਿਲਾਂ ਮੈਨੂੰ ਕਹਿ ਰਹੇ ਸੀ ਕਿ ਤੇਰਾ ਅਸੀਂ ਆਪ ਵਧਾ ਕੇ ਦੇਵਾਂਗੇ ਵੀਜ਼ਾ, ਸਾਰਾ ਕੁਝ ਕਰਕੇ ਦੇਵਾਂਗੇ। ਤੇ ਹੁਣ ਉਹਨੂੰ ਕਾਲ ਕਰਦੇ ਹਾਂ ਤੇ ਉਹ ਕਹਿ ਰਿਹਾ ਕਿ ਨਹੀਂ ਮੇਰੇ ਤੋਂ ਹੁਣ ਮੇਰੇ ਹੱਥ ਪੱਲੇ ਕੁਛ ਨਹੀਂ ਹੈਗਾ। ਜੇ ਤੁਸੀਂ ਕਿਸੇ ਹੋਰ ਜਗ੍ਹਾ ਦੀ ਫਾਰਮਿੰਗ ਦੀ ਜਾਂ ਕਿਸੇ ਹੋਰ ਦੀ LMI ਲੈਣੀ ਹੈ ਤਾਂ ਇੰਨੇ ਪੈਸੇ ਲੱਗਣਗੇ। ਭਾਈ ਮੈਨੂੰ ਸਮਝ ਨਹੀਂ ਆਇਆ ਹੈਗਾ ਇਸ ਚੀਜ਼ ਦਾ ਕਿ ਗਵਰਨਮੈਂਟ ਕੋਲ ਸਾਰਾ ਕੁਝ ਪਤਾ ਹੈ। ਜਦ ਇੱਥੇ ਵੋਟਿੰਗ ਹੋਣੀ ਸੀ, ਇਲੈਕਸ਼ਨ ਸੀਗੀਆਂ, ਉਸ ਟਾਈਮ ਦੇ ਉੱਤੇ ਗੱਲ ਕਰ ਰਹੇ ਸੀ LMI ਦਾ ਇੰਨਾ ਰੌਲਾ ਚੱਲ ਰਿਹਾ ਸੀਗਾ ਵੀ ਇੱਥੇ ਸੈੱਲ ਹੋ ਰਹੀਆਂ ਨੇ LMI ਦੇ, ਇੱਥੇ ਐਂ ਹੋ ਰਿਹਾ ਹੈ, ਇਹਨੂੰ ਅਸੀਂ ਬੰਦ ਕਰਾਂਗੇ। ਔਰ ਹਜੇ ਤੱਕ ਕੁਝ ਵੀ ਨਹੀਂ ਹੋਇਆ, ਕੁਝ ਬੰਦ ਨਹੀਂ ਹੋ ਰਿਹਾ। ਸਾਡੇ ਵਰਗੇ ਜਿਹੜੇ ਅਸੀਂ ਇੰਨਾ, ਮੈਂ ਕਹਿੰਦਾ ਮੈਂ ਇੰਨਾ ਸਫ਼ਰ ਕੀਤਾ, ਮੈਨੂੰ 2 ਇਅਰਸ ਹੋਏ ਨੇ ਤੇ ਕੈਨੇਡਾ ਆਏ ਨੂੰ। ਤੇ ਮੈਂ ਮਤਲਬ ਮੈਨੂੰ ਇੰਨਾ ਹੋ ਗਿਆ ਸੀ ਕਿ ਇਹਨੂੰ ਛੱਡ ਕੇ ਕੈਨੇਡਾ ਨੂੰ ਨਾ, ਸ਼ਾਇਦ ਮੈਂ ਇੰਡੀਆ ਬੈਸਟ ਸੀ। ਉੱਥੇ ਮੈਂ ਮੈਨੇਜਰ ਦੀ ਜੋਬ ਕਰਦਾ ਸੀਗਾ, 30-35 ਹਜ਼ਾਰ ਰੁਪਇਆ ਕਮਾਉਂਦਾ ਸੀ ਕਿ ਉੱਥੇ ਹੀ ਵਾਪਸ ਚਲੇ ਜਾਈਏ, ਉੱਥੇ ਬੈਸਟ ਸੀ ਸਾਨੂੰ। ਇੱਥੇ ਆ ਕੇ ਮੈਂ ਇੰਨਾ ਸਫ਼ਰ ਕੀਤਾ, 5 ਦਿਨ ਦਾ ਮੇਰਾ ਉਹਨਾਂ ਨੇ ਵਰਕ ਪਰਮਿਟ ਦੇ ਉੱਤੇ ਲਿਖ ਕੇ ਦਿੱਤਾ ਕਿ 5 ਦਿਨ ਕੰਮ ਕਰਨਾ 40 ਆਵਰਸ ਮਿਲਣਗੇ। ਮੈਂ 6 ਦਿਨ ਕੰਮ ਕਰਦਾ ਰਿਹਾ, 5-5 6-6 ਘੰਟੇ ਮੈਨੂੰ ਇੱਕ ਦਿਨ ਦੇ ਵਿੱਚ ਸਿਰਫ ਕੰਮ ਮਿਲਦਾ ਸੀ। ਅੱਛਾ ਹਰਪ੍ਰੀਤ ਸਿੰਘ ਜੀ ਐਂ ਦੱਸੋ, ਸੁਣੋ ਹੁਣ ਟੋਟਲ ਕਿੰਨੇ ਪੈਸੇ ਖਰਚੇ ਜਿਹੜਾ ਇਹ ਵੀਜ਼ਿਆਂ ਬੂਜ਼ਿਆਂ ਦੇ ਚੱਕਰ 'ਚ, ਕਿੰਨੇ $1,000? ਮੇਰਾ ਟੋਟਲ $45,000 ਲੱਗ ਗਿਆ ਜੀ ਹੁਣ ਤੱਕ। ਕਿੰਨੇ ਪੈਸੇ ਬਣ ਗਏ ਇੰਡੀਆ ਦੇ? ਇੰਡੀਆ ਦਾ ਤੁਸੀਂ ਦੇ ਦਿਓ ਵੀ ਇਹ 25 ਲੱਖ ਰੁਪਏ ਦੇ 25-26 ਲੱਖ ਰੁਪਇਆ ਬਣ ਗਿਆ। ਬੈਂਕਾਂ ਕਿੰਨੇ % ਤੇ ਵਿਆਜ ਦਿੰਦੀਆਂ ਨੇ ਜੇ FD ਕਰਾ ਲਈਏ? ਉਹੀ ਤਾਂ ਇੱਥੇ ਆ ਕੇ ਰਿਲਾਈਜ਼ ਹੋਇਆ ਨਾ ਇਹ ਚੀਜ਼ਾਂ। ਬਸ ਮੈਂ ਇਹੀ ਕਹਿਣਾ, ਚਲੋ ਫੇਰ ਵੀ ਹੁਣ ਕੋਸ਼ਿਸ਼ ਕਰੋ, ਜੇ ਦੇ ਦਿੱਤੇ ਜੇ ਹੁਣ ਕੋਸ਼ਿਸ਼ ਕਰੋ ਉਹਦਾ ਕੋਈ ਤੁਹਾਡਾ ਸੋਲੂਸ਼ਨ ਹੋ ਜਵੇ। ਹੁਣ ਇਹਨੂੰ ਵਿੱਚ ਵਿਚਾਲੇ ਨਾ ਛੱਡਿਓ, ਕੋਸ਼ਿਸ਼ ਕਰੋ ਇਸ ਦੇ ਬਾਰੇ। ਹਾਂਜੀ ਉਹ ਤਾਂ ਭਾਜੀ ਹੈਗਾ ਨਾ। ਮੈਂ ਵੈਸੇ ਨਾਰਮਲ ਗੱਲ ਕਰਦਾ ਸੀ ਕਿ LMI ਜਿਹੜੀਆਂ ਨਹੀਂ ਬਿਲਕੁਲ ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਆ, ਬਹੁਤ ਵੈਲਿਡ ਪੁਆਇੰਟ। ਉਹ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ ਜਦ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਏਜੰਟ ਕੋਲ ਅਸੀਂ ਜਾਂਦੇ ਹਾਂ ਹਰੇਕ ਏਜੰਟ ਅਗਲਾ ਮੂਹਰੋਂ ਇਹੀ ਕਹਿ ਰਹੇ ਨੇ, ਉਹ ਫਿਰ ਕੋਈ ਸਾਨੂੰ ਰਿਸਿਪਟ ਨਹੀਂ, ਜਾਂ ਤਾਂ $45,000 ਦੀ ਮੇਰੇ ਕੋਲ ਕੋਈ ਰਸੀਟ ਹੋਵੇ ਜਾਂ ਕੁਝ ਵੀ ਹੋਵੇ ਦੈਨ ਰਾਈਟ ਉਹ ਸਾਰਾ ਨਹੀਂ, ਉਹਨੇ ਕੁਝ ਨਹੀਂ ਦੇਣਾ। ਹਰਪ੍ਰੀਤ ਸਿੰਘ ਜੀ ਤੁਹਾਡੇ ਕੋਲ ਕੁਝ ਨਹੀਂ, ਉਹ ਇਲੀਗਲ ਮਨੀ ਹੈ, ਕੈਸ਼ ਪੈਸੇ ਨੇ, ਤੁਸੀਂ ਦੇ ਦਿੱਤੇ, ਤੁਸੀਂ ਕੋਈ ਪ੍ਰੂਫ ਨਹੀਂ ਕਰ ਸਕਦੇ ਉਹਦੇ, ਕੁਝ ਨਹੀਂ ਕਰ ਸਕਦੇ, ਕੋਈ ਪ੍ਰੂਫ ਨਹੀਂ ਕਰ ਸਕਦੇ। ਮੇਨ ਕੰਸਰਨ ਹੋਈ ਹੈ ਕਿ ਗਵਰਨਮੈਂਟ ਇੱਥੇ ਰਨ ਕਰ ਰਹੀ ਹੈ ਸਾਰਾ ਸਿਸਟਮ, ਉਹਨੂੰ ਪਤਾ ਆ। ਜਦੋਂ ਇਹਨਾਂ ਕੁਝ ਕਹਿ ਰਹੇ ਨੇ ਕਿ ਸਾਡਾ ਜਿਹੜਾ ਵਾਈਟ ਆ ਸਾਰਾ ਕੁਝ ਐਵਰੀਥਿੰਗ ਇੱਥੇ ਵਾਈਟ ਦੱਸ ਰਹੇ ਆ ਆਪਾਂ ਕਿ ਕੈਨੇਡਾ ਦਾ ਸਿਸਟਮ ਇੰਨਾ ਵਧੀਆ ਕਿ ਇੱਥੇ ਸਾਰਾ ਕੁਝ ਵਾਈਟ ਆ, ਰਾਈਟ, ਕਿ ਇੰਡੀਆ ਵਰਗਾ ਸਿਸਟਮ ਨਹੀਂ ਸਾਡੇ ਕੋਲ। ਇਹ ਤਾਂ ਇੰਡੀਆ ਨਾਲੋਂ ਵੀ ਮੈਨੂੰ ਲੱਗਦਾ ਵੀ ਇੰਡੀਆ ਨਾਲੋਂ ਵੀ ਜ਼ਿਆਦਾ ਇੱਥੇ ਮਹਿੰਗਾ ਹੋਇਆ ਪਿਆ ਹੈ। ਵਰਸ ਉਦੋਂ ਵੀ ਮੈਂ ਅੱਜ ਫਸਟ ਟਾਈਮ ਬਿਲਕੁਲ ਠੀਕ ਹੈ ਗੱਲ ਕਾਲ ਕੀਤੀ, ਅੱਜ ਫਸਟ ਟਾਈਮ ਮੇਰੀ ਕਾਲ ਹੋਈ ਆ। 2 ਸਾਲਾਂ 'ਚ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਸੁਣਦਾ ਆਇਆ ਸੀਗਾ, ਮੈਂ ਅੱਜ ਫਸਟ ਟਾਈਮ ਗੱਲ ਕੀਤੀ ਸੀਗੀ, ਮੈਨੂੰ ਲੱਗ ਗਿਆ ਸੀ ਕਿ ਰੈਲੇਵੈਂਟ ਕੁਝ ਹੈਗਾ ਆ, ਚੱਲ ਰਿਹਾ ਹੈ ਪ੍ਰੋਗਰਾਮ, ਦੈਨ ਮੈਂ ਤਾਂ ਹੀ ਤੁਹਾਨੂੰ ਕਾਲ ਕੀਤੀ ਆ। ਥੈਂਕ ਯੂ ਹਰਪ੍ਰੀਤ, ਬਹੁਤ ਜਾਣੇ ਸਫਰ ਕਰ ਰਹੇ ਨੇ ਇਸ ਦੇ ਵਿੱਚ। ਓਕੇ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ। ਮੈਂ ਅਗਲੇ ਹਿੱਸੇ 'ਚ ਗੱਲ ਕਰਦਾ, ਅਗਲੇ 'ਚ ਗੱਲ ਕਰਨਾ ਹੀ ਹੈ ਮੈਂ ਪਹਿਲਾਂ ਹੀ। ਹਾਂਜੀ ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਹਰਪ੍ਰੀਤ। ਉਹ ਇੱਕ ਚੁਟਕਲਾ ਨਾ, ਉਹ ਕਹਿੰਦਾ ਇੱਥੇ ਕਲੰਗੀਆਂ ਵਾਲੇ ਹਟ ਗਏ, ਕਾਲੇ ਚਮ ਨੂੰ ਰੋਣਾ। ਜਿਹੜੇ PR ਤੇ ਸਿਟੀਜ਼ਨ ਉਹ ਤੁਹਾਡੇ ਸਾਹਮਣੇ ਸੁਣ ਰਹੇ ਆ ਵੀ 2500 ਬਣਾਉਂਦੇ 10,000 ਦਾ, ਤੁਹਾਡੇ ਕੋਲ ਤਾਂ ਕਾਗਜ਼ ਪੱਤਰੇ ਕੋਈ ਨਹੀਂ, ਤੁਹਾਡੀ ਕਿਹਨੇ ਸੁਣਨੀ ਹੈ? ਇੱਥੇ ਜੰਗਲ ਦਾ ਰਾਜ ਹੈ, ਕਿਹਨੂੰ ਨਹੀਂ ਪਤਾ $50,000 ਲੈ ਰਹੇ ਨੇ, ਕਿਹਨੂੰ ਨਹੀਂ ਪਤਾ? ਇੱਥੇ ਕਿਹੜੇ MLA, ਕਿਹੜੇ MP, ਕਿਹੜੇ ਕੌਂਸਲਰ ਨੂੰ ਨਹੀਂ ਪਤਾ ਵੀ ਇੱਥੇ ਠੱਗੀਆਂ ਹੋ ਰਹੀਆਂ ਸਰੀ ਦੇ ਵਿੱਚ? 50,000 45,000 ਤੇ ਫਿਰ ਇਹ ਕਰਦੇ ਕੀ ਨੇ ਆਟਵਾ ਦੇ ਵਿੱਚ, ਵਿਕਟੋਰੀਆ 'ਚ ਬੈਠੇ ਬਈ? ਕਿਹਨੂੰ ਨਹੀਂ ਪਤਾ ਵੀ ਕੈਸ਼ ਲੋਕ ਆਪਣੀਆਂ ਆਂਦਰਾਂ ਵੇਚ ਕੇ ਦੇ ਰਹੇ ਨੇ?
ਜ਼ਮੀਨਾਂ ਜਾਇਦਾਦਾਂ ਪਿੱਛੇ ਗਹਿਣੇ ਧਰ ਕੇ ਦੇ ਰਹੇ ਨੇ ਵੀ ਅੱਧੇ ਹੁਣ ਚਲੇ ਗਏ, ਗਾਂਹ ਟੱਪ ਜਾਣ। ਤੇ ਠੱਗ ਉਹ 50-50 ਹਜ਼ਾਰ ਲੈ ਕੇ ਜਵਾਕਾਂ ਨੂੰ ਰੋਲੀ ਫਿਰਦੇ ਨੇ। ਇਹ ਕੀ ਕਰਨਗੇ? ਤੇ ਇੱਥੇ 8-8 ਲੱਖ ਦੀਆਂ 10-10 ਲੱਖ ਦੀਆਂ ਲੋਕਾਂ ਨੂੰ ਕਾਰਾਂ ਦਿਖਾਉਂਦੇ ਨੇ ਠੱਗ ਲੋਕ ਤੁਰੇ, ਜਿਨ੍ਹਾਂ ਦੀ ਗੱਲਾਂ ਅਸੀਂ ਹੱਥੀ ਪੱਟੀ ਬਹਿ ਗਏ ਨਾ। ਦੇਖੋ ਉਹਦੇ ਕੋਲ ਕਿੱਡੀ ਵੱਡੀ ਗੱਲ ਆ, ਕਿੱਡੀ ਵੱਡੀ ਕਾਰ ਆ, ਦੇਖੋ ਉਹਦੇ ਕੋਲ ਘਰ ਕਿੰਨੇ ਨੇ। ਇਹ ਉਹ ਨਹੀਂ ਕਹਿੰਦੇ ਵੀ ਚੱਲ ਉਹਦੇ ਦਰਾਂ ਮੂਹਰੇ ਖੜ ਕੇ ਦੇਖੀਏ ਵੀ ਤੂੰ ਕਿੱਥੋਂ ਲਿਆਇਆ ਹੋ, ਇਹ ਹੈ ਜੁਰਕਾ ਕਿਸੇ 'ਚ? ਉਹ ਕਹਿੰਦੇ ਆਪਾਂ ਨੂੰ ਕੀ ਹੈ, ਕਿਸੇ ਦਾ ਹੀ ਹੈ, ਅਸੀਂ ਕਿਹੜਾ ਦਿੱਤੇ ਨੇ ਕੋਲੋਂ, ਅਸੀਂ ਕਿਉਂ ਵਿਗਾੜਨੀ ਹੈ। ਆਹੀ ਕਮਿਊਨਿਟੀ ਆ ਫਿਰ। ਇਹੋ ਜਿਹਾ ਕੁਛ ਹੀ ਹੈ। ਅੱਜ ਟਰੱਕਾਂ ਵਾਲਿਆਂ ਨਾਲ ਹੋ ਗਿਆ, ਕੱਲ ਨੂੰ ਕੰਸਟਰਕਸ਼ਨ ਵਾਲਿਆਂ ਨਾਲ ਹੋ ਜੂ, ਪਰਸੋਂ ਕਿਸੇ ਨਾਲ ਹੋਰ ਹੋ ਜੂ। ਫੇਰ ਜਦ ਸਾਰਾ ਕੁਝ ਹੱਥੋਂ ਚਲੇ ਗਿਆ ਫਿਰ ਬਹਿ ਜਾਓ ਇਕੱਠੇ ਹੋ ਕੇ, ਵਿਛਾ ਕੇ ਦੋਲੇ, ਇੱਕ ਦੂਜੇ ਨੂੰ ਤਰਾਸਾ ਦੇ ਦਿਓ। ਆ ਕੁੜੀਆਂ ਦੀ ਗੱਲ 2 ਹਫ਼ਤੇ ਕੀਤੀ ਹੈ, ਜੂਨ ਸੁਧਰ ਰਹੀ ਹੈ। ਹਰ ਰੋਜ਼ ਪਤਾ ਲੱਗ ਰਿਹਾ ਦਫ਼ਤਰ ਦੇ ਵਿੱਚ ਕਿਸ ਤਰ੍ਹਾਂ ਬਿਹੇਵੀਅਰ ਹੋ ਰਿਹਾ, ਕੀ ਗੱਲਬਾਤ ਹੋ ਰਹੀ ਹੈ। ਹਲੇ 5 ਦਿਨੇ ਗੱਲ ਕੀਤੀ ਹੈ, 5 ਸਾਲਾਂ ਦਾ ਨਰਕ ਸੀ 5 ਦਿਨਾਂ 'ਚ ਚੱਕਿਆ ਗਿਆ, ਪਰ ਕਰਨਾ ਪੈਣਾ। ਗਗਨ ਸਿੰਘ ਜੀ ਤੁਸੀਂ 에ਅਰ ਤੇ ਹੋ, ਲਾਈਨ ਨੰਬਰ 5। ਸ਼ੁਕਰੀਆ ਜੀ। ਵੀ ਜੀ ਮੈਂ ਬਹੁਤਾ ਨਹੀਂ ਕਹਿੰਦਾ ਜੀ, ਸਿਰਫ ਜਿਹੜੇ ਨੌਨ ਪੋਰਟ ਵਾਲੇ ਵੀਰ ਆ, ਜਿਵੇਂ ਪ੍ਰਭਜੋਤ ਸਿੰਘ ਹੋਣੀ ਇੱਕ ਐਡਵਾਈਸ ਦਿੱਤੀ ਸੀਗੀ। ਸੋ ਸਾਰਿਆਂ ਤੋਂ ਪਹਿਲਾਂ ਕਿਸੇ ਨੂੰ ਬਹੁਤਾ ਇਸ ਇੰਡਸਟਰੀ ਦਾ ਪਤਾ ਨਹੀਂ ਗਾ ਜੀ। ਇਸ ਇੰਡਸਟਰੀ ਦੇ ਵਿੱਚ ਇਹ ਬਾਏ ਲਾਅ ਆ ਜੀ, ਜਿਹੜੇ ਵੀ ਆਫ ਡੌਕ ਟਰੱਕ ਆ ਉਹ ਕੰਮ ਨਹੀਂ ਕਰ ਸਕਦੇ। 17 ਅਪ੍ਰੈਲ ਨੂੰ ਕਮਿਸ਼ਨਰ ਨੇ ਦੁਬਾਰਾ ਫੇਰ ਬੁਲੇਟਿਨ ਕੱਢਿਆ ਵੀ ਕੋਈ ਵੀ ਜਿਹੜੀ ਵੀ ਲਾਇਸੈਂਸ ਕੰਪਨੀ ਆ ਉਹਨੂੰ ਟੈਗ ਵਾਲੇ ਟਰੱਕ ਹੀ ਵਰਤਣੇ ਪੈਣੇ ਆ। ਇਹਦੇ ਲਈ ਕੋਈ ਨਵਾਂ ਐਕਟ ਜਾਂ ਨਵੀਂ ਰੈਗੂਲੇਸ਼ਨ ਬਣਾਉਣ ਦੀ ਲੋੜ ਨਹੀਂ, ਸਿਰਫ ਜਿਹੜਾ ਆਲਰੇਡੀ ਐਕਟ ਬਣਿਆ ਉਹਨੂੰ ਲਾਗੂ ਕਰਨ ਦੀ ਲੋੜ ਹੈ। ਲਾਗੂ ਕਿਉਂ ਨਹੀਂ ਹੁੰਦਾ? ਕਿਉਂਕਿ ਜਿਹੜੇ ਵੱਡੇ ਆ, ਜਿਨ੍ਹਾਂ ਦੀਆਂ ਵੱਡੀਆਂ ਢੁੱਠਾਂ ਵਾਲੇ ਆ, ਉਹਨਾਂ ਦਾ ਜ਼ੋਰ ਚੱਲਦਾ। ਤੇ ਜ਼ੋਰ ਵੱਡੀਆਂ ਯੂਨੀਅਨਸ ਦਾ ਕਿੱਥੇ ਚੱਲਦਾ, ਕਿਹਨਾਂ ਦੇ ਨਾਲ ਵੱਡੀਆਂ ਯੂਨੀਅਨਸ ਜੁੜੀਆਂ ਆ, ਉਹ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ। ਸੋ ਸਿਰਫ ਗੱਲ ਇਹ ਹੈ ਜੀ ਵੀ ਜਿਵੇਂ ਅੱਜ ਤਾਂ ਹੁਣ ਓਪਨਲੀ ਕਲੀਅਰ ਕੱਟ ਹੋ ਗਿਆ ਬਈ ਕਿਵੇਂ ਵੀਰ ਸਫਰ ਕਰ ਰਹੇ ਆ। ਮੈਂ ਓਪਨਲੀ, ਮੈਂ ਕੋਈ ਹੰਕਾਰ 'ਚ ਨਹੀਂ, ਬੜੀ ਨਿਮਰਤਾ ਤੇ ਸਤਿਕਾਰ ਨਾਲ ਕਹਿੰਦਾ, ਗੁਰੂ ਦੇ ਭੈ ਦੇ ਵਿੱਚ ਕਹਿੰਦਾ, ਜੇ ਇੰਨੀ ਗੱਲ ਹੈ ਨਾ ਚੁਣੇ ਹੋਏ ਨੁਮਾਇੰਦਿਆਂ ਦੀ ਤੇ ਵਿੱਚ ਹੀ ਕਮਿਸ਼ਨਰ ਜੇ ਸੱਚੇ ਆ, ਤੇ ਅਗੇਨ ਫਿਰ ਮੈਂ ਫੇਰ ਦੁਬਾਰਾ ਕਹਿੰਦਾ ਵੀ ਬੜੀ ਨਿਮਰਤਾ 'ਚ ਕਹਿੰਦਾ ਵੀ ਜਿੱਥੇ ਮਰਜ਼ੀ ਆ ਕੇ ਸਾਹਮਣੇ ਬਹਿ ਜਾਣ, ਫੇਸ ਟੂ ਫੇਸ ਮੀਡੀਆ ਸੱਦ ਲੈਣ, ਉਹ ਦੱਸ ਦੇਣ ਕੀ ਕਰਦੇ ਆ ਤੇ ਅਸੀਂ ਦੱਸ ਦਿਆਂਗੇ ਵੀ ਕੀ ਤੁਸੀਂ ਨਹੀਂ ਕਰਦੇ, ਸਾਹਮਣੇ ਨਤਾਰਾ ਹੋ ਜਾਊ। ਬਿਲਕੁਲ ਠੀਕ ਹੈ, ਸ਼ੁਕਰੀਆ ਵੀ। ਸੋ ਜਿਹੜਾ ਬੁੱਕਲ 'ਚ ਜਿਹੜਾ ਗੁੜ ਭੰਨਿਆ ਜਾਂਦਾ ਆ, ਅਸੀਂ ਓਪਨਲੀ ਹਲੇ ਕਹਿਣਾ ਨਹੀਂ ਚਾਹੁੰਦੇ, ਪਰ ਸਾਨੂੰ ਕੋਈ ਡਰ ਵੀ ਨਹੀਂ ਮਾਰਿਆ ਕਿਸੇ ਦਾ। ਮੈਂ ਕੋਈ ਕਿਸੇ ਤੋਂ ਇਲੀਗਲ ਕੋਈ ਕੰਮ ਨਹੀਂ ਕਰਾਉਣਾ ਇਹੋ ਜਿਹਾ, ਜਾਂ ਮੈਂ ਕੋਈ ਫੀਮ ਡੋਡੇ ਨਹੀਂ ਵੇਚਣੇ ਇੱਥੇ ਵੀ ਜਿਹੜਾ ਮੈਂ ਇਹਨਾਂ ਤੋਂ ਡਰ ਕੇ ਰਵਾਂ, ਜਾਂ ਮੈਂ ਇਹਨਾਂ ਤੋਂ ਕੋਈ ਲਾਇਸੈਂਸ ਲੈਣਾ, ਜਾਂ ਮੈਂ ਕੋਈ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਲੈਣਾ। ਮੈਨੂੰ ਪਰਵਾਹ ਹੀ ਨਹੀਂ ਆਏਗੀ ਕਿਸੇ ਚੀਜ਼ ਦੀ। ਉਸ ਪਰਮਾਤਮਾ ਦਾ ਭੈ ਆ, ਜਿੱਦਣ ਮਰਜੀ ਇਹ ਸੱਦ ਲੈਣ, ਜਗ੍ਹਾ ਵੈਨਿਊ ਇਹਨਾਂ ਦੀ, ਇਹ ਆ ਜਾਣ ਸਾਰੇ, ਇਹਨਾਂ ਦਾ ਕਮਿਸ਼ਨਰ ਆ ਜਾਵੇ। ਜੇ ਲਾਗੂ, ਜੇ ਰੈਗੂਲੇਸ਼ਨ ਬਣੀਓ ਲਾਅ ਨੂੰ ਤੁਸੀਂ ਕਮਿਸ਼ਨਰ ਤੁਹਾਡਾ ਬ੍ਰੇਕ ਕਰ ਰਿਹਾ ਆ, ਫੇਰ ਦੱਸੋ ਕਿੱਥੇ ਖੜੋਗੇ। ਜਿੱਥੇ ਤਾਂ ਛੋਟੀਆਂ ਕੰਪਨੀਆਂ ਦੀ ਗੱਲ ਆਉਂਦੀ ਆ, ਫੱਟ ਉਹਨਾਂ ਨੂੰ ਚਿੱਠੀ ਚਲੀ ਜਾਂਦੀ ਆ ਵੀ ਭਾਈ ਆਹ ਚੀਜ਼ ਐਵੇਂ ਕਰਦੇ। ਜਿੱਥੇ ਵੱਡੀਆਂ ਕੰਪਨੀਆਂ ਦੀ ਗੱਲ ਆਉਂਦੀ ਉੱਥੇ ਕੁਛ ਨਹੀਂ ਹੁੰਦਾ। ਸੋ ਕੀ ਇਹ ਰੇਸਿਜ਼ਮ ਨੀਗਾ? ਸੋ ਅਸੀਂ ਸ਼ਰੇਆਮ ਕਹਿੰਦੇ ਹਾਂ। ਈਵਨ ਤੁਸੀਂ ਇਹ ਦੇਖੋ ਬਈ 1 ਜੁਲਾਈ ਨੂੰ ਅਸੀਂ ਇਕੱਠੇ ਹੋ ਕੇ ਹਾਲੈਂਡ ਪਾਰਕ ਦੇ ਵਿੱਚ ਅਸੀਂ ਇਕੱਠੇ ਸੀਗੇ, ਉੱਥੇ ਤਾਂ ਖੜੇ ਸੀਗੇ 15 ਬਾਇਲਾ ਵਾਲੇ, ਤੇ ਜਿੱਥੇ 300 ਬੰਦਿਆਂ ਦਾ ਇਕੱਠ ਸੀਗਾ, ਪੋਲੀਟੀਸ਼ੀਅਨ ਵੀ ਰਾਜਨੀਤਿਕ ਵੀ ਇਹਨੂੰ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ, ਉੱਥੇ ਕਿਸੇ ਨੇ ਨਹੀਂ ਪੁੱਛਿਆ। ਅਗੇਨ ਮੈਂ ਆਫ ਦਾ ਟਰੈਕ ਨਾ ਜਾਵਾਂ। ਸੋ ਜੇ ਇੰਨੀ ਗੱਲ ਆ ਕਮਿਸ਼ਨਰ ਸਹੀ ਕੰਮ ਕਰਦਾ, ਅਸੀਂ ਓਪਨਲੀ ਬੇਨਤੀ ਕਰਦੇ ਹਾਂ, ਚੈਲੰਜ ਨਹੀਂ ਬੇਨਤੀ ਕਰਦੇ ਹਾਂ ਵੀ ਜਿੱਥੇ ਮਰਜ਼ੀ ਆ ਕੇ ਸਾਡੇ ਨਾਲ ਸਾਹਮਣੇ ਗੱਲ ਕਰ ਲੈਣ, ਮੀਡੀਆ ਸੱਦ ਲੈਣ, ਨਾਲੇ ਪਤਾ ਲੱਗ ਜਾਊਗਾ ਵੀ ਕਿਹੜੇ ਬੰਦੇ ਕਿੱਥੇ ਖੜੇ। ਵੀ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਰਾਜਵਿੰਦਰ ਸਿੰਘ ਜੀ, ਲਾਈਨ ਨੰਬਰ 2। ਜੀ ਸਰ। ਰਾਜਵਿੰਦਰ ਸਿੰਘ ਜੀ। ਹਾਂਜੀ ਗਿੱਲ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਜੀ, ਵੈਸੇ ਤਾਂ ਮੁੰਡੇ ਸਾਰੇ ਕਲੀਅਰ ਕਰ ਗਏ ਆ, ਪਰ ਇਹਦੇ ਵਿੱਚ ਥੋੜੀ ਜਿਹੀ ਐਡ ਇਹ ਆ ਵੀ ਜਦੋਂ ਅਸੀਂ ਕਮਿਸ਼ਨਰ ਸਾਹਿਬ ਦੇ ਆਫਿਸ ਵੀ ਫੋਨ ਕਰਦੇ ਆ ਨਾ, ਅਸੀਂ ਸਲੇਵਰ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਵੀਰ ਜੀ। ਅਸੀਂ ਆਪਣੇ ਸਲੇਵਰ, ਉਹ ਕਹਿੰਦੇ ਇੱਥੇ ਕੈਨੇਡਾ ਫਰੀਡਮ ਕੰਟਰੀ ਆ, ਪਰ ਨਹੀਂ, ਅਸੀਂ ਆਪਣੇ ਨੂੰ ਸਲੇਵਰ ਮਹਿਸੂਸ ਕਰਦੇ। ਕਿਉਂ? ਉਹ ਕਹਿੰਦੇ ਤੁਸੀਂ ਦੂਜੀ ਕੰਪਨੀ 'ਚ ਜਾ ਨਹੀਂ ਸਕਦੇ, ਤੁਹਾਡੇ ਟੈਗ ਤੁਹਾਡੇ ਨਹੀਂਗੇ ਕੋਈ ਕੁਛ। ਅਸੀਂ 2-2 ਮਹੀਨੇ 3-3 ਮਹੀਨੇ ਹੋ ਗਏ ਘਰਾਂ 'ਚ ਬੈਠਿਆਂ ਨੂੰ, ਜਿਨ੍ਹਾਂ ਮੁੰਡਿਆਂ ਨੂੰ ਕਿਸੇ ਦੇ 10 ਕੈਨ ਲੱਗਦੇ ਆ, ਕਿਸੇ ਦੇ 5 ਲੱਗਦੇ ਆ ਜੀ 2-3 ਮਹੀਨਿਆਂ ਤੋਂ। ਇਹ ਦੇਖ ਲਓ ਵੀ ਕਿੱਥੇ
ਉਹਦੇ ਵਿੱਚੋਂ ਟਰੱਕ ਦੀ ਇੰਸ਼ੋਰੈਂਸ, ਘਰਾਂ ਦਾ ਖਰਚਾ ਤੇ ਟਰੱਕ ਦੀ ਪੇਮੈਂਟ ਆ। ਕਿਉਂ 2014-15 ਦੇ ਟਰੱਕ ਪਵਾਏ ਹੋਏ ਆ ਕਮਿਸ਼ਨਰ ਸਾਹਿਬ ਨੇ। ਦੱਸੋ ਕਿੱਦਾਂ ਸਰਵਾਈਵ ਕਰਾਂਗੇ ਅਸੀਂ ਤਾਂ ਆਲਰੇਡੀ ਡੈਪ ਦੇ ਵਿੱਚ ਜਾ ਰਹੇ ਹਾਂ ਜੀ। ਸਾਨੂੰ ਗਵਰਨਮੈਂਟ ਤੋਂ ਕੋਈ ਸਹਾਇਤਾ ਨਹੀਂ ਮਿਲ ਰਹੀ। ਕਿਸੇ ਵੀ ਬੰਦੇ ਨੂੰ ਅੱਜ ਤੱਕ ਦੱਸੋ ਵੀ ਇੰਨੀ ਇੰਡਸਟਰੀ ਵਿੱਚ ਕਿਸੇ ਨੂੰ ਕੋਈ ਮਿਲੀ ਗਵਰਨਮੈਂਟ ਕੋਲ ਸਹਾਇਤਾ? ਕਿਸੇ ਵੀ ਬੰਦੇ ਨੂੰ ਕੋਈ ਸਹਾਇਤਾ ਨਹੀਂ ਮਿਲੀ ਜੀ। ਹੁਣ ਤੁਸੀਂ ਦੱਸੋ ਵੀ 10 ਕੈਨ ਜੀ ਦੇ ਲੱਗਣਗੇ, ਅੱਬਲ ਤਾਂ 10 ਉਹ ਵੀ ਬਹੁਤ ਘੱਟ ਆ, 2-4 ਹੀ ਆ ਮਹੀਨੇ ਦੇ ਕੈਨ, 2-4 ਦੇ ਵਿੱਚ ਤੁਸੀਂ ਦੱਸੋ ਕਿੱਦਾਂ ਗੁਜ਼ਾਰਾ ਹੋਊਗਾ? ਜੇ ਕਮਿਸ਼ਨਰ ਸਾਹਿਬ ਨੂੰ ਫੋਨ ਕਰਦੇ ਆ ਜੀ, ਨਹੀਂ ਤੁਸੀਂ ਉਸ ਕੰਪਨੀ 'ਚ ਚਲੇ ਜਾਓ ਜਿੱਥੇ ਟੈਗ ਆ, ਅਸੀਂ ਇੱਥੇ ਕੀ ਕਰ, ਉਹ ਕਹਿੰਦੇ ਸਾਡੇ ਕੋਲ ਕੰਮ ਹੀ ਨਹੀਂ, ਸਾਡੇ ਕੋਲ ਟੈਗ ਪਿਆ, ਸਾਡੇ ਕੋਲ ਕੰਮ ਹੈ ਨਹੀਂ। ਜਿਹੜੀ ਕੰਪਨੀ ਕੋਲ ਟੈਗ ਆ ਨਹੀਂ ਜੀ ਤੁਸੀਂ ਉੱਥੇ ਜਾ ਸਕਦੇ, ਉਹਨਾਂ ਕੋਲ ਟੈਗ ਹੈ ਨਹੀਂ। ਸਾਡੀ ਕੰਪਨੀ ਦੇ 30 ਮੁੰਡੇ ਆ ਜੀ ਬੈਠੇ ਹੋਏ, 30 ਮੁੰਡੇ ਘਰ। ਬਹੁਤ ਔਖਾ ਹੋ ਗਿਆ ਜੀ। ਰਾਜਵਿੰਦਰ ਕਿਵੇਂ ਸਰਵਾਈਵ ਹੋਏਗਾ ਜੀ ਫਿਰ? ਕਦੀ ਜੀ 2 ਕੈਨ ਲੱਗਦੇ ਮਹੀਨੇ ਦੇ, ਕਿਸੇ ਦੇ 5 ਲੱਗਦੇ ਆ, ਕਿਸੇ ਦੇ 0। ਜਿਸ ਤਰ੍ਹਾਂ ਮੁੰਡਾ ਕਹਿ ਕੇ ਗਿਆ ਜੀ 5000 ਤੋਂ ਵੱਧ ਕਦੀ ਇਸ ਸਾਲ ਤੋਂ ਬਣਾਇਆ ਨਹੀਂ ਉਹ, ਰਾਈਟ। ਉਹ ਵੀ ਪਿਛਲੇ ਜਿਹੜੇ 7 ਮਹੀਨੇ ਦੇ ਬਣਾਇਆ ਹੋਊਗਾ, 5 ਮਹੀਨੇ ਆ, ਉਹਦਾ ਮੇਰੇ ਹਿਸਾਬ ਦੇ ਨਾਲ ਕਦੀ 1000 ਤੋਂ ਵੱਧ ਚੈੱਕ ਨਹੀਂ ਆਇਆ ਹੋਊਗਾ। ਇਹ ਤੁਸੀਂ ਦੱਸੋ ਵੀ ਅਸੀਂ ਕਿੱਦਾਂ ਸਰਵਾਈਵ ਕਰਨਾ? ਕਮਿਸ਼ਨਰ ਸਾਹਿਬ ਬਹੁਤ ਵਾਰੀ ਫੋਨ ਕੀਤਾ ਜੀ, ਮੈਂ ਖੁਦ ਕਰਦਾ ਕਮਿਸ਼ਨਰ ਸਾਹਿਬ ਨੂੰ ਫੋਨ, ਮੁੰਡੇ ਹੋਰ ਵੀ ਕਰਦੇ ਆ, ਉਹਨਾਂ ਦੇ ਹੁਣ ਇਹਦਾ ਰਾਜਵਿੰਦਰ ਇਹਦਾ ਬਦਲ ਕੀ ਹੈ ਜੀ? ਕੀ ਕੀਤਾ ਜਾਊਗਾ? ਅਸੀਂ ਤਾਂ ਇਹ ਕਹਿੰਦੇ ਵੀ ਟੈਗ ਓਪਨ ਹੋਣੇ ਚਾਹੀਦੇ। ਟੈਗ ਜਿਹੜਾ ਓਨਰ ਬੇਟ ਹੈ ਜਿੱਥੇ ਮਰਜ਼ੀ ਜਾ ਕੇ ਕੰਮ ਕਰੇ, ਜਿਸ ਕੰਪਨੀ ਕੋ ਕੰਮ ਹੈਗਾ ਉੱਥੇ ਚੱਲ ਜਾਵੇ। ਮੰਨ ਲਓ ਹੁਣ ABC ਕੋ ਕੰਮ ਹੈਗਾ ਆ, XYZ ਕੋ ਕੰਮ ਨਹੀਂ ਹੈ, XYZ ਤੋਂ ਆਪਾਂ ABC ਮੂਵ ਹੋ ਸਕਦੇ ਆ, ਪਰ ਕਮਿਸ਼ਨਰ ਸਾਹਿਬ ਸਾਨੂੰ ਮੂਵ ਨਹੀਂ ਹੋਣ ਦਿੰਦੇ। ਉਹ ਕਹਿੰਦੇ ਨਹੀਂ ਤੁਹਾਡੇ ਟੈਗ ਨਹੀਂ, ਕੰਪਨੀ ਟੈਗ ਹੈ। ਧੰਨਵਾਦ ਜੀ। ਦਰਸ਼ਨ ਸਿੰਘ ਜੀ, ਲਾਈਨ ਨੰਬਰ 3। ਤੁਹਾਡੇ ਅੱਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਈ ਜੀ। ਮੈਂ ਨਾ ਇੱਕ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਨਾ ਅਸੀਂ ਪੋਲੀਟਿਕਸ ਦੀ ਗੱਲ ਕਰਦੇ ਹਾਂ ਕਿ ਪੋਲੀਟੀਕਲ ਬੰਦੇ ਸਾਡੀ ਸਹਾਇਤਾ ਨਹੀਂ ਕਰਦੇ, ਚਲੋ ਠੀਕ ਆ, ਉਹ ਜਿੰਨੀ ਕੁ ਕਰ ਸਕਦੇ ਕਰਦੇ ਆ, ਪਰ ਜਿਹੜੀ ਸਾਨੂੰ ਆ ਪਹਿਲਾਂ ਅੰਡਰਸਟੈਂਡ ਕਰਨਾ ਚਾਹੀਦਾ ਕਿ ਹੋਣਾ ਕੀ ਆ। ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਬਹੁਤ ਸਾਰੇ ਐਕਟਾਂ ਦੇ ਅੰਡਰ ਕੰਮ ਕਰਦੇ ਹਾਂ। ਜਿਹੜਾ ਓਨਰ ਆਪਰੇਟਰ ਦਾ ਐਕਟ ਆ, ਉਹਦੇ ਵਿੱਚ ਕੰਪਨੀ ਨੂੰ ਉਹ ਐਕਟ ਦੇ ਵਿੱਚ ਕੁਝ ਸੁਧਾਰ ਕਰਨ ਵਾਲੀਆਂ ਹੈਗੀਆਂ ਨੇ ਗੱਲਾਂ ਕਾਫੀ ਸਾਰੀਆਂ। ਜਿਵੇਂ ਹੁਣ ਜਿਹੜਾ ਓਨਰ ਆਪਰੇਟਰ ਆ, ਜਿਹੜੇ ਬੰਦੇ ਹੁਣ ਟੈਗ ਤੇ ਕੰਮ ਕਰਦੇ, ਉਹ ਕੰਪਨੀ ਆਪਦੇ ਟਰੱਕਾਂ ਨੂੰ ਕੰਮ ਦੇ ਰਹੀ ਆ, ਜਦੋਂ ਕਿ ਓਨਰ ਆਪਰੇਟਰ ਦੀ ਧਾਰਾ ਦੇ ਵਿੱਚ ਤੁਹਾਨੂੰ ਇਕਲ ਤੁਹਾਡੀ ਜਿਹੜੀ ਆ ਉਹ ਬਣਨੀ ਚਾਹੀਦੀ ਹੈ। ਤੁਹਾਡੀ ਜਿਹੜੀ ਟੋਟਲ ਇਨਕਮ ਜਿਹੜੀ ਆ ਉਹ ਜਿਹੜੀ ਆ, ਉਹਨਾਂ ਚੀਜ਼ਾਂ ਨੂੰ ਸਿੰਪਲਿਸਿਟੀ ਉਹਨਾਂ ਨੂੰ ਲਾਗੂ ਕਰਨ ਲਈ ਸਾਨੂੰ ਪੋਲੀਟੀਕਲ ਲੋਕਾਂ ਤੇ ਦਬਾਅ ਪਾਉਣਾ ਚਾਹੀਦਾ ਤੇ ਉਹ ਐਕਟ ਦੇ ਵਿੱਚ ਕਈ ਤਰ੍ਹਾਂ ਦੇ ਸੁਧਾਰ ਹੋਣੇ ਚਾਹੀਦੇ ਆ। ਅਸੀਂ ਇੱਕ ਚੀਜ਼ ਨੂੰ ਦੇਖ ਲੈਂਦੇ ਹਾਂ, ਜਿਵੇਂ ਹੁਣ ਟੈਗ ਵਾਲੇ ਨੇ ਉਹ ਆਪਦੇ ਟੈਗ ਦੀ ਗੱਲ ਕਰ ਰਹੇ ਨੇ। ਇੱਥੇ ਜਿਹੜੀ ਟਰੱਕਿੰਗ ਇੰਡਸਟਰੀ ਆ, ਇਹਦੇ ਵਿੱਚ ਬਹੁਤ ਜ਼ਿਆਦਾ ਓਨਰ ਆਪਰੇਟਰ ਕੰਮ ਕਰ ਰਹੇ ਨੇ 80%, ਤੇ ਉਹਨਾਂ ਕੋਲੇ ਕੋਈ ਕਲੈਰਿਟੀ ਨਹੀਂ ਕਿ ਮਾਲਕ ਕਿੰਨੇ ਜਦੋਂ ਤੁਸੀਂ ਕਮਿਸ਼ਨ ਤੇ ਕੰਮ ਕਰ ਰਹੇ ਆ ਤਾਂ ਸਾਨੂੰ ਇਹ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਕਿੰਨੇ ਪੈਸੇ ਆ ਰਹੇ ਨੇ, ਉਹਦੇ ਤੋਂ ਸਾਨੂੰ ਮਿਲੇ। ਹਾਂ ਠੀਕ ਆ, ਉਹ ਆਪਦਾ ਕਮਿਸ਼ਨ ਜਿੰਨਾ ਰੱਖਣਾ ਚਾਹੁੰਦੇ ਰੱਖ ਲੈਣ। ਇਸ ਤਰ੍ਹਾਂ ਮਤਲਬ ਸਾਨੂੰ ਜਿਹੜਾ ਓਨਰ ਆਪਰੇਟਰ ਐਕਟ ਆ ਨਾ, ਇਹਦੇ ਵਿੱਚ ਵੀ ਵੱਡਾ ਸੁਧਾਰ ਕਰਨ ਦੀ ਲੋੜ ਆ। ਉਹ ਐਕਟ ਲਾਗੂ ਹੋਵੇ ਜਿਹਦੇ ਵਿੱਚ ਉਹਨਾਂ ਨੂੰ ਓਨਰ ਆਪਰੇਟਰ ਕੋਲ ਰਾਈਟ ਹੋਵੇ, ਕੰਪਨੀ ਜਾ ਕੇ ਪੁੱਛ ਸਕੇ ਕਿ ਮੈਨੂੰ ਡਿਕਲੇਅਰ ਕਰ ਕੇ ਤੂੰ ਕੀ ਚਾਰਜ ਕੀਤਾ ਜਿਹਦੇ ਚੋਂ ਮੈਨੂੰ ਪਰਸੈਂਟੇਜ ਦੇ ਰਿਹਾ। ਉਹ ਤੁਹਾਨੂੰ ਪਰਸੈਂਟੇਜ ਘਟਾ ਦਿੰਦਾ, ਓਵਰ ਵਧਾ ਦਿੰਦਾ, ਜਾਂ ਉਹ ਆਪਦੇ ਜ਼ਿਆਦਾ ਬਿਜ਼ਨਸ ਆਪਦੇ ਟਰੱਕਾਂ ਨੂੰ ਦੇ ਰਿਹਾ। ਜਾਂ ਇਹਦਾ ਹੱਲ ਇਹ ਆ ਵੀ ਜਿਹੜੇ ਓਨਰ ਆਪਰੇਟਰ ਉਹ ਇਕੱਠੇ ਹੋ ਕੇ ਆਪਦੀ ਇੱਕ ਕੰਪਨੀ ਚਲਾਉਣ, ਜਿਵੇਂ ਟੈਕਸੀ ਕੰਪਨੀਆਂ ਚੱਲਦੀਆਂ ਨੇ, ਪਰ ਉਹਦੇ ਵਿੱਚ ਫਿਰ ਆਪਣੇ ਲੋਕਾਂ ਨੂੰ ਚੌਧਰ ਦਾ ਬਹੁਤ ਹੋ ਜਾਂਦਾ ਵੀ ਮੈਂ ਮਿਨਿਸਟਰ, ਮੈਂ ਇਹਦੇ 'ਚ ਡਾਇਰੈਕਟਰ ਬਣਾ, ਮੈਂ ਇਹਦੇ 'ਚ। ਉਹ ਜੇ ਜੋਨਿੰਗ ਬਣਾ ਕੇ ਜੇ ਟਰੱਕਿੰਗ ਇੰਡਸਟਰੀ ਸਾਰੇ ਓਨਰ ਆਪਰੇਟਰ ਜੇ ਸਾਰੇ ਨਹੀਂ ਤਾਂ ਮੈਂ ਨਾ 50-40 ਓਨਰ ਆਪਰੇਟਰ ਵੀ ਇੱਕ ਕੰਪਨੀ ਰਨ ਕਰਨ, ਉਹ ਸਿਰਫ 5% ਦੇਣ ਕੰਪਨੀ ਦੇ ਐਕਸਪੈਂਸ 5%, ਉਹ ਬਹੁਤ ਵਧੀਆ ਕੰਮ ਕਰ ਸਕਦੇ ਨੇ, ਬਹੁਤ ਵੱਡੀ ਇੱਕ ਜ਼ਿੰਮੇਵਾਰੀ ਲੈ ਸਕਦੇ ਨੇ। ਉਹਨਾਂ ਦੇ ਲੋਕ ਗੱਲ ਵੀ ਕਰਨਗੇ, ਉਹਨਾਂ 'ਚ ਓਨਰ ਆਪਰੇਟਰ ਆਉਣਗੇ ਵੀ। ਤੁਸੀਂ ਇਕੱਲੇ ਲਾ ਕੇ ਇੱਕ ਤੋਂ ਘੁੱਟ ਖਾਈ ਜਾਂਦੇ ਹੋ, ਖਾਈ ਜਾਓ। ਦੂਜੀ ਗੱਲ ਮੈਂ ਉਹ ਵੀ ਕਰਨੀ ਹੈ, ਜਿਹੜਾ ਆਪਣਾ ਉਹਦਾ ਡਾਕੀਗਾ ਜੀ, ਮੈਂ $45,000 ਦਿੱਤਾ LMI ਦਾ,
ਉਹਦੇ ਵਿੱਚ ਇਹ ਆ ਵੀਰ ਜੀ ਵੀ ਜਿਹੜਾ ਤੁਸੀਂ ਨਾ ਜੇ ਮੇਨਟੇਨ ਕਰਦੇ ਆ ਤੇ ਜਿੱਦਾਂ ਤੁਸੀਂ $45,000 ਲਿਆ ਉਹਨੂੰ ਦੇਣ ਗਏ ਆ ਉਹ ਕਿੱਥੋਂ ਆਇਆ ਸੀ, ਉਹ ਚੀਜ਼ਾਂ ਵੀ ਜੇ ਲਿਖਦੇ ਆ ਉਹ ਨਾਲ ਐਵੀਡੈਂਸ ਵਿਖਾਉਣੇ ਆ ਤੁਸੀਂ ਵੀ ਮੈਨੂੰ ਇੱਥੋਂ ਪੈਸੇ ਆਏ ਆ ਕੀਤੇ। ਤੁਸੀਂ ਇਹੋ ਜਿਹੇ ਐਗਰੀਮੈਂਟ ਭਾਵੇਂ ਉਹ ਵਰਬਲ ਆ, ਜੇ ਤੁਹਾਡੀ ਡੈਰੀ ਵੀ ਮੇਨਟੇਨ ਕੀਤੀ ਆ ਤੁਸੀਂ ਸਮਾਲਕੋਟ ਜਾ ਸਕਦੇ ਆ। ਸਮਾਲਕੋਟ 35,000 ਤੋਂ ਥੱਲੇ ਤੁਹਾਡੇ $200-300 ਲੱਗਣਾ, ਉਹਨੂੰ ਜ਼ਰੂਰ ਕੁਛ ਨਾ ਕੁਛ ਰਾਹਤ ਮਿਲੂਗੀ, ਤੁਸੀਂ ਪੈਸੇ ਲੈ ਸਕਦੇ ਆ। ਇਹੋ ਜਿਹੀ ਗੱਲ ਨਹੀਂ ਕਿ ਇਹ ਕੈਨੇਡਾ ਦੇ ਵਿੱਚ ਇਹ ਠੀਕ ਆ ਵੀ ਕੈਨੇਡਾ ਵਾਲੇ ਹੁਣ ਕੀ ਕਰਨ, ਤੁਸੀਂ ਆ ਪੈਸੇ ਤਾਂ ਆਪ ਦੇਈ ਜਾਂਦੇ ਆ, ਕੈਸ਼ ਫੜਾਏ ਆਉਣੇ ਆ। ਚਲੋ ਜੇ ਤੁਹਾਨੂੰ ਰਸੀਦ ਨਹੀਂ ਦਿੰਦੇ ਤੁਸੀਂ ਆਪਦਾ ਕੋਈ ਹੋਰ ਐਵੀਡੈਂਸ ਤਾਂ ਇਕੱਠਾ ਕਰੋ, ਪੈਸਿਆਂ ਦੇ ਮੂੰਹ ਵੀ ਬਣਾਓ, ਅੱਜ ਮੇਰੇ ਕੋਲ ਪੈਸੇ ਆ ਇੰਨੀ ਤਰੀਕ ਨੂੰ ਮੈਂ ਦੇ ਆਇਆ, ਇੰਨੇ ਵਜੇ ਦਿੱਤੇ ਆ, ਇਸ ਬੰਦੇ ਨੂੰ ਦਿੱਤੇ ਆ, ਆਪਦੀ ਡਾਇਰੀ 'ਚ ਲਿਖ ਲਓ, ਉਹ ਵੀ ਵੈਲਿਡ ਨੇ। ਉਹਦੇ ਵਿੱਚ ਵੀ ਤੁਸੀਂ ਸਮਾਲਕੋਟ 'ਚ ਜਾ ਕੇ ਪੈਸੇ ਆਪਣੇ ਕਲੈਕਟ ਕਰ ਸਕਦੇ ਆ। ਸੋ ਮੈਂ ਤਾਂ ਇਹ ਜਾਣਕਾਰੀ ਦੇਣੀ ਸੀ ਥੋੜੀ ਜਿਹੀ ਵੀ ਮੰਨ ਲਓ ਤੁਸੀਂ ਅਸੀਂ ਕਈ ਤਰ੍ਹਾਂ ਦੇ ਕੰਮ ਕਰ ਸਕਦੇ ਹਾਂ। ਥੈਂਕ ਯੂ ਵੀਰ ਜੀ। ਥੈਂਕ ਯੂ ਵੀਰ ਜੀ। ਹੈਲੋ ਨਵਿੰਦਰ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਜੋਗਿੰਦਰ ਸਿੰਘ ਬੋਲਦਾ ਜੀ। ਭਾਜੀ ਅਸੀਂ ਜੋਗਿੰਦਰ ਸਿੰਘ ਜੀ ਪਿਛਲੇ ਮਹੀਨੇ 8 ਦਿਨ ਕੰਮ ਕੀਤਾ ਜੀ ਹੈ ਨਾ ਅਸੀਂ ਜਾ ਸਕਦੇ ਕਿਸੇ ਹੋਰ ਕੰਪਨੀ 'ਚ। ਹੁਣ ਸਾਡੀ ਕੰਪਨੀ ਦੂਸਰੇ ਪਾਸੋਂ ਟਰੱਕ ਕੀ ਕਹਿੰਦੇ ਉਹਨੇ ਬੈਕ ਡੋਰ ਤਾਂ ਨਹੀਂ ਪਾਉਣ ਡਿਆ ਤੇ ਕਮਿਸ਼ਨਰ ਆਪ ਕਰਾਉਣ ਡਿਆ ਇਹ ਕੰਮ। ਹਾਂਜੀ ਜੋਗਿੰਦਰ ਸਿੰਘ ਜੀ, ਬੈਕ ਡੋਰ 'ਚ ਕਿਵੇਂ ਪਾਉਂਦੇ ਆ? ਹੁਣ ਬਾਈ ਇੱਥੇ ਹੁਣ ਇਹਨਾਂ ਨੇ ਜਿਹੜੇ ਜੂਨੀਅਰ ਵਾਲੇ ਨਾਲ ਰਲੇ ਹੋਏ ਆ ਇਹਨਾਂ ਦੇ, ਉਹ ਜਿਹੜੇ ਜਿੱਦਾਂ ਮੰਨ ਲਓ ਆਫ ਡੋਕ ਟਰੱਕ ਕੰਮ ਕਰ ਰਹੇ ਆ ਉਸ ਹਿਸਾਬ ਨਾਲ ਉਹਨਾਂ ਨੂੰ ਹੁਣ ਪਰਮਿਟ ਦੇ ਕੇ ਇੱਧਰ ਕੰਮ ਕਰਾਉਣਾ ਇਹਨਾਂ ਨੇ। ਤੇ ਜਿਹੜੇ ਜਿਹਨੇ ਟੈਗਾਂ ਵਾਲੇ ਉਹਨਾਂ ਨੂੰ ਕੰਮ ਨਹੀਂ ਮਿਲਦਾ। ਜੇ ਆਪਾਂ ਕਮਿਸ਼ਨਰ ਨੂੰ ਗੱਲ ਕਰਦੇ ਆ ਉਹ ਕਹਿੰਦੇ ਫਲਾਨੀ ਕੰਪਨੀ ਚੱਲ ਜਾਓ, ਹਨਾ ਟੈਗ ਮੂਵ ਨਹੀਂ ਕਰਨਾ। ਜੇ ਜਿੱਥੇ ਜਾਂਦੇ ਜੇ ਹੈਗਾ ਕਿਸੇ ਕੰਪਨੀ ਕੰਮ ਉਹ ਕਹਿੰਦੇ ਸਾਡੇ ਕੋਲ ਟੈਗ ਹੈ ਨਹੀਂ। ਤੇ ਜੇ ਆਪਣੇ ਜਿਹੜੇ ਆ ਲੀਡਰ ਲਾ ਲਓ, ਵੱਡਾ ਲੀਡਰ ਆ ਤੇ ਛੋਟੇ ਲੀਡਰ ਆ, ਇਹਨਾਂ ਦਾ ਹਾਲ ਉਹੋ ਜਿਹਾ, ਉਹ ਵੀ ਨਹੀਂ ਹੁਣ ਪੁੱਛਦੇ। ਜੋ ਵੋਟਾਂ ਆਉਂਦੇ ਉਦੋਂ ਸਾਰੇ ਕੋਲ ਪੁੱਛਦੇ ਆ ਹਾਂਜੀ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ। ਉਹ ਵੱਡਾ ਲੀਡਰ ਤਾਂ ਕਹਿੰਦਾ ਹੁੰਦਾ ਸਾਨੂੰ ਤਾਂ ਉੱਥੇ ਪੁੱਛਦਾ ਹੀ ਨਹੀਂ। ਆਟੋਵੇ ਜਾ ਕੇ ਸਾਡੇ ਉਹ ਮੰਨਦੇ ਨਹੀਂ ਮੰਤਰੀ। ਇੱਥੇ ਵਾਲੇ ਲੀਡਰਾਂ ਦਾ ਹੁਣ ਸਮਝ ਲਓ ਇਹ ਕੀ ਕਰਦੇ। ਹੈਲੋ ਥੈਂਕ ਯੂ ਵੀਰ ਜੀ, ਥੈਂਕ ਯੂ। ਨਵਿੰਦਰ ਸਿੰਘ ਜੀ ਲਾਈਨ ਨੰਬਰ 5। ਲਾਈਨ ਨੰਬਰ 5। ਰਜਿੰਦਰ ਸਿੰਘ ਜੀ ਆਖਰੀ ਕਾਲਰ 2। ਹਾਂਜੀ ਗਿਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿਲ ਸਾਹਿਬ ਤੁਹਾਨੂੰ ਸੁਣੀਦਾ ਤਾਂ ਬਹੁਤ ਟਾਈਮ ਤੋਂ ਪਰ ਕਾਲ ਤੁਹਾਨੂੰ ਅੱਜ ਫਸਟ ਟਾਈਮ ਕਰ ਰਹੇ ਆ। ਧੰਨਵਾਦ। ਵੈਲਕਮ। ਆਪਾਂ ਵੀ ਗਿਲ ਸਾਹਿਬ ਤਾਂ ਟਰੱਕਿੰਗ ਲਾਈਨ 'ਚ ਹੀ ਆ। ਮੈਂ ਸੁਣ ਰਿਹਾ ਵੀ ਕਿਸ ਤਰ੍ਹਾਂ ਲੋਕਲ ਜਿਹੜੇ ਟਰੱਕਰ ਦੱਸ ਰਹੇ ਆਪਣੀਆਂ ਪ੍ਰੋਬਲਮ, ਤੇ ਤੁਸੀਂ ਗੱਲ ਕਰ ਰਹੇ ਵੀ ਇਹਦਾ ਹੱਲ ਕੀ ਆ। ਤਾਂ ਜੇ ਆਪਾਂ ਹਾਈਵੇ ਤੇ ਚੱਲੀ ਦਾ ਬਾਹਰ ਕੋਈ ਸਾਡੇ ਤੇ ਜ਼ਿਆਦਾ ਫਰਕ ਨਹੀਂ ਪਿਆ ਕੰਮ 'ਚ, ਕੋਈ ਮਾਮੂਲੀ ਜਿਹਾ ਪਿਆ, ਚਲੋ ਲੇਬਰ ਦੀ ਸ਼ਾਰਟ ਆਈ ਆ ਥੋੜਾ, ਕੋਈ ਜ਼ਿਆਦਾ ਨਹੀਂ ਫਰਕ ਪਿਆ। ਫਿਰ ਮੈਨੂੰ ਤਾਂ ਉਹਦਾ ਹੱਲ ਇਹ ਲੱਗਦਾ ਜੀ ਵੀ ਇਹ ਵੀ ਲੋਕਲ ਛੱਡ ਕੇ ਹਾਈਵੇ ਤੇ ਆ ਜਾਣ, ਫਿਰ ਇੱਕ ਲੋਕਲ ਟ੍ਰੈਫਿਕ ਤੋਂ ਸਿਗਨਲ ਲਾਈਟਾਂ ਤੋਂ ਉਹ ਛਟਕਾਰਾ ਫਿਰ ਨਾਲ ਜਿਹੜਾ ਜੀ ਕੈਨੇਡਾ ਨੂੰ ਸਵਰਗ ਕਹਿੰਦੇ ਉਹ ਤਾਂ ਫਿਰ ਹਾਈਵੇ ਤੇ ਆ ਕੇ ਲੱਭਦਾ ਆ। ਇੰਨੀ ਗੱਲ ਕਰਨੀ ਜੀ। ਥੈਂਕ ਯੂ। ਧੰਨਵਾਦ ਜੀ। ਹਾਈਵੇ ਵਾਲਿਆਂ ਦੀ ਗੱਲ ਕਰੀ ਦੀ ਆ, ਉਹ ਕਹਿੰਦੇ ਵੀ ਅਸੀਂ ਸਾਡਾ ਮੰਦਾ ਹਾਲ ਹੈ, ਅਸੀਂ $1.5 $1.5 ਤੇ ਮੀਲ ਨੂੰ ਚਲਾਈ ਜਾਂਦੇ ਹਾਂ, $2 ਸਾਡਾ ਖਰਚਾ। ਐਨੀਵੇਜ਼ ਅਖੀਰ ਦੇ ਵਿੱਚ ਮਿੱਤਰੋ ਗੱਲ ਇਹ ਹੈ 2014 ਦੇ ਤੁਸੀਂ ਲੱਗੇ ਹੋ, ਸਾਲ ਹੋ ਗਏ 6 ਸਟ੍ਰਾਈਕਾਂ ਕਰਕੇ ਦੇਖ ਲਿਆ, ਸਭ ਕੁਝ ਕਰਕੇ ਦੇਖ ਲਿਆ, ਇਤਫਾਕ ਆਪਸ ਵਿੱਚ ਵੀ ਹੈ ਨਹੀਂ। ਮਾਲਕ ਨੇ ਜਿਹੜੇ ਉਹਨਾਂ ਦੀਆਂ ਕੰਪਨੀਆਂ ਨੇ ਉਹਦੇ 'ਚ ਓਨਰ ਆਪਰੇਟਰ ਨੇ, ਕੁਝ ਕੰਪਨੀ ਦੇ ਵੀ ਟਰੱਕ ਨੇ। ਮੁੰਡਿਆਂ ਦਾ ਇਹ ਦੋਸ਼ ਹੈ ਕਿ ਉਹ ਆਪਣੇ ਕੰਪਨੀ ਦੇ ਟਰੱਕਾਂ ਨੂੰ ਕੰਮ ਦੇਈ ਜਾਂਦੇ, ਸਾਨੂੰ ਨਹੀਂ ਦਿੰਦੇ। ਉਹਦੇ ਬਾਅਦ ਯੂਨੀਅਨਾਈਜ਼ ਤੇ ਬਿਨਾਂ ਨਾਨ ਯੂਨੀਅਨਾਈਜ਼ ਟਰੱਕ ਨੇ, ਯੂਨੀਅਨਾਈਜ਼ ਨੇ ਜਿਹੜੇ ਉਹਨਾਂ ਨੂੰ ਵੀ ਲੱਗਦਾ ਵੀ ਫਾਇਦਾ ਹੈ ਤੇ ਉਹਨਾਂ ਨੂੰ ਇਹ ਲੱਗਦਾ ਨਾਨ ਯੂਨੀਅਨਾਈਜ਼ ਨੂੰ ਕਿ ਉਹਨਾਂ ਨੂੰ ਕੰਮ ਮਿਲਦੇ ਆ। ਅੱਛਾ, ਫੇਰ ਅੰਦਰ ਵੀ ਕਲਾਸ ਜਿਹੜਾ ਕਲਾਸ ਐਕਸ਼ਨ ਕਲਾਸ ਸਟੇਟਸ ਹੈ, ਜਿਹੜਾ ਸੀਨੀਅਰਿਟੀ 'ਚ ਆ, ਉਹ ਕਹਿੰਦੇ ਕੋਈ ਨਾ 12 ਵਜੇ ਚੱਲਾਂਗੇ ਤੇ 4 ਵਜੇ ਤੱਕ 2-3 ਲਾ ਕੇ ਗੇੜੇ ਅਸੀਂ ਤਾਂ ਮੁੜਿਆ ਹੋਣਾ। ਸੀਨੀਅਰਿਟੀ ਵਾਲਾ ਆਪਣੇ ਤੌਰ ਤੇ ਬੈਠਾ, ਉਹ ਕਹਿੰਦਾ ਮੈਨੂੰ ਬੋਲਣ ਦੀ ਨਹੀਂ ਲੋੜ। ਵਿਕਟਮ ਘੱਟ ਨੇ, ਇੰਡਸਟਰੀ ਵੱਡੀ ਆ, ਘੱਟ ਵਿਕਟਮਾਂ ਦੀ ਕੋਈ ਸੁਣਦਾ ਨਹੀਂ।
ਸਰਕਾਰ ਨੇ ਫਸਤਾ ਵੜ ਦਿੱਤਾ ਵੀ ਕਮਿਸ਼ਨਰ ਲਾ ਦਿਓ, ਵਿੱਚ ਕਮਿਸ਼ਨਰ ਦੇ ਗੱਲ ਪਈ ਜਾਓ। ਕਮਿਸ਼ਨਰ ਕੌਣ ਹੈ? ਕਮਿਸ਼ਨਰ ਨੂੰ ਕੌਣ ਕੰਟਰੋਲ ਕਰਦਾ? ਕਮਿਸ਼ਨਰ ਕਿਹਨੂੰ ਜਵਾਬ ਦੇ ਆ? ਕੀ ਕਮਿਸ਼ਨਰ ਦੇ ਉੱਪਰ ਕੋਈ ਬੌਸ ਹੈ? ਕੀ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਹੈ? ਕੀ ਲੋਕਲ ਸਾਡੇ MLA ਕੋਈ ਕ੍ਰਿਟਿਕ ਕੋਈ ਹੈ ਜਿਹੜਾ ਕੋਈ ਗੱਲ ਉੱਪਰ ਤੱਕ ਪਹੁੰਚਦੀ ਕਰ ਦੇਵੇ? MLA ਨੂੰ ਲੋਕਲਾਂ ਨੂੰ ਤੁਸੀਂ ਪੁੱਛਣਾ, ਜਿਹਨਾਂ ਕੋਲ ਫਾਈਲਾਂ ਸੀ ਉਹ ਕਹਿੰਦੇ ਇਸ ਤਾਂ ਸੁੱਕ ਗਏ, ਇਹਨਾਂ ਦੀਆਂ ਫਾਈਲਾਂ ਸੋਲਵ ਕਰਦੇ ਕਰਦੇ ਪਤਲੇ ਕਾਨੇ ਵਰਗੇ ਹੋ ਗਏ ਸੀ, ਇੰਨੇ ਥੱਕ ਗਏ ਅਸੀਂ। ਉਹ ਕਹਿੰਦਾ ਮੁੜ ਕੇ ਸਾਡੇ ਖਿਲਾਫ ਇਹ ਬੋਲਦੇ ਆ। ਖਿਲਾਫ ਉਹ ਕਿਹਦੇ ਬੋਲਦੇ ਆ? ਸੱਚ ਬੋਲਣ ਨੂੰ ਤੁਸੀਂ ਬੈਕ ਸਟੈਪਿੰਗ ਕਹਿੰਦੇ ਹੋ। ਜਿਹੜੀ ਗੱਲ ਨਹੀਂ ਹੋ ਰਹੀ ਉਹ ਦੱਸ ਰਹੇ ਨੇ। ਹੁਣ ਇਹਦੇ ਤਾਂ ਗਗਨ ਸਿੰਘ ਤਾਂ ਇਕੱਲਾ ਨਹੀਂ ਬੋਲਿਆ, ਬਹੁਤ ਆ ਕੇ ਬੋਲੇ ਨੇ ਤੇ ਉਹ ਸਾਰੇ ਦੱਸ ਕੇ ਗਏ ਨੇ। ਹੁਣ ਵੀ ਇਹਦੇ ਬਾਅਦ ਇਹਦਾ ਸੋਲਿਊਸ਼ਨ ਤੁਸੀਂ 500 700 ਜਿੰਨੇ ਵੀ ਡਰਾਈਵਰ ਹੋ, ਓਨਰ ਆਪਰੇਟਰ ਹੋ, ਨਾਨ ਯੂਨੀਅਨਾਈਜ਼ਡ ਹੋ, ਤੁਸੀਂ ਆਪਣੇ ਆਪ ਨੂੰ ਪਹਿਲਾਂ ਇਕੱਠੇ ਕਰੋ, ਸਾਰੇ ਇੱਕ ਲੈਵਲ ਤੇ ਤਾਂ ਹੋਣ। ਕਿਉਂਕਿ ਜਿਹੜਾ ਇਹ 'ਚ ਸਹੀ ਹੈ ਉਹ ਕਹਿੰਦਾ ਮੈਨੂੰ ਕੋਈ ਮੁਸ਼ਕਿਲ ਨਹੀਂ ਹੈ, ਮੈਨੂੰ ਲੋੜ ਨਹੀਂ ਹੈ, ਮੈਨੂੰ ਕੋਈ ਤੰਗੀ ਨਹੀਂ ਹੈ। ਜਿਹਦੇ ਸਾਲ ਦੇ ਵਿੱਚ ਮਹੀਨੇ ਦੇ ਵਿੱਚ 10 ਕੇਨ ਲੱਗਿਆ ਟੋਟਲ, ਉਹਨੇ $2500 ਬਣਾਇਆ, ਉਹ ਬੈਠਾ। ਕਿੰਨਾ ਰੌਲਾ ਪਾਇਆ ਇੱਥੇ, ਕਿੰਨੀ ਜਿਹੜੀ ਹੈ ਉਹ ਸਟੇਟਮੈਂਟ ਜਦ ਦਿੱਤੀ, ਦੇਖੋ ਜੀ 84 ਦਾ $25 ਮਿਲਣ ਲੱਗ ਗਏ, ਸਾਲ ਦਾ 10,000 ਇਹਨਾਂ ਨੂੰ ਵੱਧ ਮਿਲਣ ਲੱਗ ਜਾਣਾ, ਇਹਨਾਂ ਨੂੰ ਇਹ ਮਿਲਣ ਲੱਗ ਜਾਣਾ। ਪਰ ਉਹ 84 ਲਿਜਾਂਦਾ ਕੌਣ ਹੈ? ਹੁਣ ਤੁਸੀਂ 84 ਨੂੰ ਰੋਨੇ, ਉਹਨਾਂ ਨੂੰ ਸਿੱਧੇ ਲੋਡ ਨਹੀਂ ਮਿਲਦੇ, ਖਾਲੀ 84 ਦੇ ਕਿਹਨੇ ਦੇਣੇ ਨੇ? ਜਦ ਦੇਖ ਲਓ ਵੀ ਸਟੇਟਮੈਂਟਸ ਕਿੰਨੀਆਂ ਹੋਈਆਂ ਬਈ ਬਸ ਹੁਣ ਚੰਗਾ ਤਾਂ ਸਾਰਿਆਂ ਨੇ ਕੀਤਾ, ਹੁਣ ਮਾਰੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ। ਬਹੁਤ ਦੁਖਦਾਈ ਘੜੀ ਹੈ ਪਰਿਵਾਰਾਂ ਤੇ। ਬਾਕੀ ਹੁਣ ਕੀ ਕਹਿ ਸਕਦੇ ਆ? ਨੈਕਸਟ ਲਾਈਨ ਆਫ ਐਕਸ਼ਨ ਮੈਂ ਤਾਂ ਮੀਡੀਆ ਦੇ ਤੌਰ ਤੇ ਤੁਹਾਡੇ ਨਾਲ ਆ, ਜਿੱਥੇ ਕਹੋ ਖੜੂੰਗਾ ਨਾਲ। ਖੜਿਆ ਵੀ 6 ਵਰੇ ਹੋ ਗਏ ਤੇ ਪਰ ਇਹਦਾ ਹੱਲ ਮੈਨੂੰ ਨਹੀਂ ਦਿਖ ਰਿਹਾ ਕੋਈ। ਇਸ ਤਰ੍ਹਾਂ ਹੀ ਇਹਨਾਂ ਨੇ ਤੋੜ ਤੰਬ ਕੇ ਤੁਹਾਨੂੰ ਇੰਡਸਟਰੀ ਚੋਂ ਬਾਹਰ ਕਰ ਦੇਣਾ ਤੇ ਬਾਅਦ 'ਚ ਜਿਹੜੇ ਟੈਗ ਟੂਗ ਨੇ ਆਪਣੀਆਂ ਕੰਪਨੀਆਂ ਨੂੰ ਦੇ ਦੇਣਗੇ ਤੇ ਖਤਮ ਕਹਾਣੀ। ਬਸ ਇਹ ਗੱਲ ਹੋਇਆ ਜੀ। ਇਸ ਹਿੱਸੇ ਦੇ ਵਿੱਚ ਮੈਂ ਸਾਡੇ ਜਵਾਕਾਂ ਦੀ ਗੱਲ, ਜਿਹੜੇ ਪੰਜਾਬ ਆਏ ਨੇ, ਉਹਨਾਂ ਦੀ ਮੁਸ਼ਕਲ ਜਿਹੜੀ ਹੈ ਉਹ ਤਾਂ ਮੈਂ ਡਿਸਕਸ ਤੁਹਾਡੇ ਨਾਲ ਕਰਕੇ ਹਟਿਆ। ਹਰਕੰਵਲ ਆ ਕੇ ਮੁੰਡਾ ਦੱਸ ਕੇ ਗਿਆ। ਜਿਹੜੇ ਐਕਸੀਡੈਂਟ ਹੁੰਦੇ ਆ ਨਾ, ਇਹਦੇ 'ਚ ਬਹੁਤ ਮੌਤਾਂ ਹੋਈਆਂ ਉਹਨਾਂ ਦੀਆਂ। ਟੋਰਾਂਟੋ ਵਾਲੇ ਪਾਸੇ, ਇੱਧਰ ਵੀ ਆਪਣੇ। ਹੁਣ ਬਹੁਤ ਸੁਨੱਖੇ 2 ਮੁੰਡੇ ਘੁੰਮਣ ਗਏ ਤੇ ਗੱਲ ਇਹ ਆ ਵੀ ਇਨਸਾਨ ਦਾ ਤੁਰ ਜਾਣਾ ਜਿਹੜਾ ਹੈ ਤਾਂ ਲਿਖਤਹਾਰ ਹੈ, ਇਹ 'ਚ ਕੁਛ ਨਹੀਂ ਕਰ ਸਕਦੇ। ਡਿਸਕਸ ਹੀ ਕਰ ਸਕਦੇ ਆ। ਜੇ ਗੱਲ ਇਹ ਛੱਡ ਦਈਏ ਵੀ ਰੱਬ ਨੇ ਜਦ ਲੈ ਕੇ ਜਾਣੇ ਨੇ, ਜਿਹੜਾ ਸਮਾਂ ਲਿਖਤਾ ਉਹਦੇ ਲਈ ਨਹੀਂ ਕੋਈ, ਫਿਰ ਤਾਂ ਆਪਾਂ ਇਹਨੂੰ ਆਪਾਂ ਗੱਲ ਹੀ ਨਹੀਂ ਕਰ ਸਕਦੇ। ਪਰ ਬਾਅਦ ਵਿੱਚ ਜੇ ਆਪਾਂ ਇਹ ਕਰੀਏ ਵੀ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ, ਤਾਂ ਮੈਨੂੰ ਇਹ ਬਹੁਤ ਮੇਰੇ ਮਨ ਦੇ ਵਿੱਚ ਹੈ ਕਿ ਜਦ ਜਵਾਕ ਉੱਥੋਂ ਆਉਂਦੇ ਆ, ਉਹਨਾਂ ਦਾ ਕੋਈ ਨਾ ਕੋਈ ਟ੍ਰੇਨਿੰਗ ਜ਼ਰੂਰ ਚਾਹੀਦੀ ਹੈ। ਉੱਥੋਂ ਲਿਆ ਕੇ ਜਦੋਂ ਲਾਇਸੈਂਸ ਦੇ ਦਿੰਦੇ ਆ ਤਾਂ ਇੱਥੇ ਗੱਡੀਆਂ ਚਲਾਉਂਦੇ ਨੇ ਤੇ ਹਾਈਵੇ ਤੇ ਹੁਣ 2 ਇਹਨਾਂ ਦੇ ਜਾਂ ਕਿਤੇ ਇੱਕ ਪਾਣੀ 'ਚ ਡੁੱਬ ਕੇ ਤੇ ਇੱਕ ਐਕਸੀਡੈਂਟ, ਬਹੁਤ ਮੌਤਾਂ ਹੋਈ। ਪਿੱਛੇ ਜੇ ਮੇਰਠ ਵੱਲ ਨੂੰ ਇੱਕ ਕਾਰ ਆ ਜਿਹੜੀ ਉਹ ਇੰਨੇ ਜ਼ੋਰ ਨਾਲ ਲੱਗੀ ਤਾਂ ਉਹਦੇ 'ਚ ਕਈ ਜਣੇ ਮਾਰੇ ਗਏ ਸੀ। ਤੇ ਹੁਣ ਜਿਹੜੀ ਖਬਰ ਬੱਚਿਆਂ ਦੀ ਹੈ, ਨਾਮਧਾਰੀ ਮੁੰਡਾ ਇੱਕ ਬਹੁਤ ਸੁਨੱਖਾ ਸਿੱਖ ਹੀ ਹੈ, ਆਪਾਂ ਨਾਮਧਾਰੀ ਕਹਿ ਕੇ ਇਸ ਤਰ੍ਹਾਂ ਪਰਾਂ ਉਹਨਾਂ ਨੂੰ ਨਾ ਕਰੀਏ। ਠੀਕ ਹੈ, ਆਪਣਾ ਅਕੀਦੇ 'ਚ ਲੋਕ ਜਿਉਂਦੇ ਨੇ ਜਿਵੇਂ ਜਿਵੇਂ ਉਹਨਾਂ ਨੂੰ ਵਧੀਆ ਲੱਗਦਾ, ਕਿਸੇ ਨੂੰ ਕੋਈ ਰੋਕ ਨਹੀਂ ਸਕਦੇ। ਉਹਨਾਂ ਨੂੰ ਤਾਂ ਅਸੀਂ ਪਰਾਂ ਕਰ ਦਿੰਦੇ ਹਾਂ। ਬਾਕੀ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਤਾਂ ਚੇਲੇ ਸਿੱਖ ਹੈ ਨਹੀਂ, ਸਾਧ ਦੇ ਚੇਲੇ ਜ਼ਰੂਰ ਨੇ ਕਿਸੇ ਦੇ। ਜਿਵੇਂ ਉਹ ਕਹਿੰਦਾ ਹੈ ਉਸ ਤਰ੍ਹਾਂ ਹੀ ਸਾਰੇ ਕਰਦੇ ਆ। ਬਸ ਜਿਵੇਂ ਜਿਵੇਂ ਉਹ ਜਿਹੜੇ ਇਕੱਠ 'ਚ ਬਹਿੰਦੇ ਨੇ, ਜਿਸ ਤਰ੍ਹਾਂ ਉਹ ਕੋਈ ਕਹਿੰਦਾ ਹੈ ਉਸ ਤਰ੍ਹਾਂ ਹੀ ਸਾਰਾ ਕੁਛ ਹੁੰਦਾ, ਫੇਰ ਨਹੀਂ ਹੁੰਦੀ ਕੋਈ ਗੱਲ। ਸੋ ਹੁਣ ਇਹ ਕੀ ਗੱਲ ਹੋਣੀ ਚਾਹੀਦੀ ਹੈ ਵੀ ਜਦ ਇਹ ਆਉਣ ਉੱਥੋਂ, ਉੱਥੇ ਵਾਲਾ ਲਾਇਸੈਂਸ ਜਾਂ ਦਿੰਦੇ ਨੇ, ਜਿੰਨਾ ਚਿਰ ਇਹਨਾਂ ਨੇ ਰਹਿਣਾ ਇੱਥੇ, ਇਹਨਾਂ ਨੂੰ ਉਹਨੇ ਚਿਰ ਦਾ ਲਾਇਸੈਂਸ ਮਿਲ ਜਾਂਦਾ ਜਿੰਨੇ ਚਿਰ ਦਾ ਮੇਰਾ ਖਿਆਲ ਵਿਜ਼ਿਟ ਇਹਨਾਂ ਦਾ ਸਟੂਡੈਂਟ ਵੀਜ਼ਾ। ਤੇ ਸਾਰੇ ਵੀ ਨਹੀਂ ਲੈਂਦੇ। ਜਿਵੇਂ ਦੱਸ ਕੇ ਗਿਆ ਹਰਕਮਲ, ਕਾਰਾਂ ਵਾਲੇ 10% ਮਸਾਂ ਹੋਣੇ ਨੇ, 10 ਵੀ ਨਹੀਂ ਹੋਣੇ। ਜੇ ਮੈਂ 3 ਲੱਖ 'ਚੋਂ 30,000 ਕਹਾਂ, ਲੱਗਦਾ ਨਹੀਂ 30,000 ਕੋ ਕਾਰਾਂ ਹੋਣਗੀਆਂ, 5% ਮਸਾਂ ਹੋਣਗੀਆਂ। ਉਹ ਵੀ ਬਹੁਤ, ਉਹ ਜਦ ਬੈਠੇ ਹੁੰਦੇ ਨੇ 3-4 ਇਕੱਠੇ ਬੈਠੇ
ਹੁੰਦੇ ਨੇ, ਗੱਲ ਠੀਕ ਆ ਵੀ ਰਲ ਕੇ ਵੀ ਲੈਂਦੇ ਹੋ ਸਕਦੇ ਨੇ, ਕਿਸੇ ਏਰੀਏ 'ਚ ਕੰਮ ਤੇ ਜਾਂਦੇ, ਸਕੂਲ ਜਾਂਦੇ, ਤੇ ਕੁਝ ਕੁ ਅਮੀਰ ਵੀ ਨੇ ਜਿਹੜੇ ਆਪਣੇ ਜਵਾਕਾਂ ਨੂੰ ਲੈ ਕੇ ਦੇ ਦਿੰਦੇ। ਪਰ ਜਦ ਇਹ ਸੱਟ ਪੇਟ ਲੱਗਦੀ ਹੈ ਉਹ ਬਹੁਤ ਔਖਾ। ਲਾਇਸੈਂਸ ਦੀ ਇਹਨਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਇਹੀ ਹੈ ਕਿ ਜਦ ਉਹ ਆਉਂਦੇ ਆ ਤੇ ਭਾਰਤ ਵਾਲਾ ਲਾਇਸੈਂਸ ਜਿਹੜਾ ਹੁਣ ਚੈੱਕ ਤਾਂ ਖੈਰ ਕਰਦੇ ਆ ਪਹਿਲਾਂ। ਇਹ ਹੁਣ ਦੇਖੋ ਇਹਦੀ ਜਸਟੀਫਿਕੇਸ਼ਨ ਹੈ, ਜੇ ਇਹਨਾਂ ਵੱਲ ਉਂਗਲ ਕਰਦੇ ਜਿਹੜੇ 25 ਸਾਲ ਪਹਿਲਾਂ ਆਏ, ਕਿਸੇ ਕੋਲ ਪੰਜਾਬ 'ਚ ਕਾਰ ਨਹੀਂ ਸੀ ਹੁੰਦੀ, ਸਭ ਝੂਠੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇ ਬਣਾ ਕੇ ਲਿਆਉਂਦੇ ਰਹੇ ਨੇ, ਤੇ ਆ ਕੇ ਇੱਥੇ ਦੇ ਕੇ 40% ਡਿਸਕਾਊਂਟ, 43% ਡਿਸਕਾਊਂਟ ਉਹ ਲੈਂਦੇ ਹੀ ਰਹੇ ਨੇ ਸਾਰੇ। ਇਹਨੂੰ ਹੁਣ ਆਪਾਂ ਇਹ ਨਾ ਕਹੀਏ ਵੀ ਇਹ ਜੋ ਆ ਕੇ ਗਲਤ ਕਰਦੇ, ਆਪਾਂ ਭੁੱਲ ਜਾਂਦੇ ਹਾਂ ਆਪਣਾ ਸਮਾਂ। ਸੋ ਐਨੀਵੇਜ਼, ਪਰ ਜਾਨ ਮਾਲ ਦਾ, ਕਿਉਂਕਿ ਇੱਥੇ ਆ ਕੇ ਜਦ ਸਿੱਖਣ ਤੋਂ ਬਾਅਦ ਫਿਰ ਉਹਨੂੰ ਪੂਰਾ ਸਿਖਾਇਆ ਜਾਂਦਾ ਵਧੀਆ ਤਰੀਕੇ ਨਾਲ, ਤਾਂ ਆਰਾਮ ਦੇ ਉਹ ਗਲਤੀ ਨਾ ਕਰਦਾ। ਕੁਛ ਨਾ ਕੁਛ ਅੱਲੜ ਉਮਰ ਹੈ। ਗੱਡੀਆਂ ਜੇ ਹੁਣ ਦੇਖਦੇ ਹਾਂ ਕਨਵਰਟੇਬਲ ਮਸਟੈਂਗ ਵਗੈਰਾ ਬਹੁਤ ਗਰਮੀਆਂ ਚਲਾਉਂਦੇ ਨੇ, ਫਿਰ ਡਰ ਲੱਗਦਾ ਹੈ, ਭਜਾਉਂਦੇ ਨੇ, ਤੇ ਪਰ ਪਿੱਛੇ ਮਾਪਿਆਂ ਦਾ ਬਹੁਤ ਔਖਾ ਹੈ। ਸਾਰਾ ਕੁਝ ਸਰਮਾਇਆ ਨੂੰ ਛੱਡੋ, ਧੀ ਪੁੱਤ ਜਵਾਨ ਦਾ ਤੁਰ ਜਾਣਾ ਬਹੁਤ ਦੁੱਖ ਦੀ ਕਹਾਣੀ। ਜਿਹੜਾ 25, 30, 40, 50 ਲੱਖ ਉੱਥੇ ਖੰਗਲ ਹੋ ਜਾਂਦੇ ਆ, ਵੇਚ ਵੱਟ ਕੇ ਮਸਾਂ ਭੇਜਦੇ ਆ। ਕਿੱਥੇ ਉੱਥੇ 50 ਲੱਖ ਰੁਪਇਆ ਕਿਹਦੇ ਕੋਲ ਆ? ਅੱਗੇ ਪਿੰਡ ਦੇ ਵਿੱਚ ਇੱਕ ਅੱਧਾ ਲਾਣਾ ਹੋਊ, ਹੁਣ ਤਾਂ ਬਲਾਕ ਦੇ ਵਿੱਚ 10-20 ਪਰਿਵਾਰ ਹੋਣਗੇ ਜਿਨ੍ਹਾਂ ਕੋਲ ਇੰਨਾ ਪੈਸਾ। ਉੱਥੇ ਹਾਲ ਬਹੁਤ ਮਾੜੇ। ਤੇ ਇਹਨਾਂ ਨੂੰ ਹੁਣ ਕੀ ਕੀਤਾ ਜਾਵੇ, ਕਿਵੇਂ ਇਹ ਗੱਲ? ਉਹ ਠੀਕ ਹੈ, ਹਰ ਕੰਵਲ ਦੀ ਗੱਲ, ਐਡਵਰਟਾਈਜ਼ਮੈਂਟਾਂ ਚੱਲਦੀਆਂ ਨੇ, ਲੈ ਲਓ ਗੱਡੀ। ਜਿਹੜੇ ਨਵੇਂ ਆਏ ਹੋ ਗੱਲੇ ਨਹੀਂ ਕੋਈ, ਨਵੇਂ ਆਇਆਂ ਦੇ ਪੇਪਰ ਵੇਖਿਓ ਪਰਸੈਂਟੇਜ, ਫਿਰ ਕਿਵੇਂ ਠੁਕਦੀ ਹੈ ਉਹਦੇ 'ਚ। ਫਿਰ ਇਸ ਤਰ੍ਹਾਂ ਨਹੀਂ ਦੱਸਦੇ ਵੀ ਬੇਸਿਕ ਕੀ ਹੈ, ਇਹ 'ਚ ਕਹਾਣੀ ਕੀ ਹੈ, ਤੇ ਕਿੰਨੇ ਦੀ ਵੇਚ ਰਹੇ ਆ। ਉਹਦਾ ਕਿਸ਼ਤੇ ਦੱਸਦਾ ਵੀ ਤੇਰੀ ਬਈ ਇੰਨੇ ਦੀ ਕਿਸ਼ਤ ਹੋ, ਡਾਕੂਮੈਂਟੇਸ਼ਨ ਫੀਸ ਉਹਦੇ 'ਚ $200, $400 ਡਾਕੂਮੈਂਟੇਸ਼ਨ ਫੀਸ। ਡਾਕੂਮੈਂਟੇਸ਼ਨ ਇਹ ਇਸ ਤਰ੍ਹਾਂ ਕਹਿੰਦੇ ਆ ਜਿਵੇਂ ਲਾਅ ਦਾ ਨਾ ਆਰਟੀਕਲ ਲਿਖਣੇ ਹੁੰਦੇ ਨੇ। ਇੱਕ ਪੇਪਰ ਹੈ ਤੇ ਇੱਕ ਕਾਰਫੈਕਸ ਦੀ ਪੇਪਰ ਆ ਜਿਹਦੇ ਵਿੱਚ ਉਹਦੀ ਕੋਈ ਜਿਹੜਾ ਉਹ ਲਿਖਿਆ ਹੁੰਦਾ ਵੀ ਇਹਨੇ ਕੋਈ ਜਿਹੜਾ ਕੀਤਾ ਤਾਂ ਨਹੀਂ, ਐਕਸੀਡੈਂਟ ਵਗੈਰਾ, ਇੰਨਾ ਹੀ ਕੰਮ ਹੈ। ਫਾਈਨਾਂਸ ਚਾਰਜਸ, ਜੇ ਚਾਰਜਸ, ਉਹ ਚਾਰਜਸ, ਮਤਲਬ ਵੀ ਹੁਣ ਆ ਗਿਆ ਸੂਤ। ਕਈ ਵਾਰ ਮੈਨੂੰ ਇਉਂ ਲੱਗਦਾ ਵੀ ਇਹ ਜਿਹੜੇ ਯੂਜ਼ਡ ਕਾਰਾਂ ਵਾਲੀ ਡੀਲਰਸ਼ਿਪ ਹੈ, ਜਿਹੜੇ ਕਾਰਾਂ ਦੇ ਸਿਰ ਤੋਂ ਕੁਛ ਕਮਿਸ਼ਨ ਲੈਂਦੇ, ਉਹ ਛੱਡ ਜਿਹੜੇ ਪੁਰਾਣੇ ਨੇ ਉਹਨਾਂ ਨੇ ਤਾਂ ਵਿਆਜ ਤੇ ਹੀ ਪੈਸੇ ਚਲਾਏ ਹੋਏ, 12-14% ਤੇ ਠੋਕੀ ਤੁਰੇ ਜਾਂਦੇ ਆ। ਤੇ ਕਾਰ ਇੱਥੇ ਚਾਹੀਦੀ ਹਰੇਕ ਨੂੰ ਹੈ। ਬਾਕੀ ਉਹ ਗੱਲਾਂ ਨੇ, ਖਿੱਚ ਕੇ ਲੈ ਆਇਓ, ਧੂ ਕੇ ਲੈ ਆਇਓ, ਆਪਣੀ ਲੈ ਆਇਓ, ਇਹ ਬਹੁਤ ਵੱਡਾ ਉੱਲ ਹੈ। ਫਿਰ ਤੁਸੀਂ ਬਲੱਡ ਸਕਿੰਗ ਕਰਕੇ ਫਿਰ ਅਸੀਂ ਕਮਿਊਨਿਟੀ ਦੇ ਲਈ, ਭਾਈਚਾਰੇ ਲਈ ਕੰਮ ਕਰਕੇ ਦਿਖਾਉਣੇ ਨੇ, ਉਹਦਾ ਕੀ ਫਾਇਦਾ? ਸਭ ਨੂੰ ਪਤਾ ਹੈ ਕੌਣ ਕਿੱਥੇ ਕੀ ਕਰ ਰਿਹਾ, ਪਰ ਅਸੀਂ ਹਟ ਨਹੀਂ ਸਕਦੇ, ਸਾਡੀਆਂ ਮਜਬੂਰੀਆਂ ਨੇ। ਇਹਨਾਂ ਜਵਾਕਾਂ ਦਾ ਜਿਹੜਾ ਤੁਰ ਜਾਣਾ ਹੈ, ਪਲੀਜ਼ ਜਿਹੜੇ ਵੀ ਜਵਾਕ ਸੁਣਦੇ ਆ ਜਾਂ ਅੱਗੇ ਜ਼ਰੂਰ ਇਹ ਪਲੀਜ਼ ਬਚੋ। ਜਿੰਨਾ ਚਿਰ ਪੜ੍ਹਦੇ ਹੋ ਬੱਸਾਂ ਦੇ ਵਿੱਚ ਸਫ਼ਰ ਕਰ ਲਓ, ਘੁੰਮਣ ਫਿਰਨ ਨੂੰ ਬਹੁਤ ਸਮਾਂ ਤੁਹਾਨੂੰ ਮਿਲ ਜਾਣਾ। ਜਦ ਸੈਟਲ ਹੋ ਗਏ ਜ਼ਿੰਦਗੀ 'ਚ, ਘੁੰਮ ਫਿਰ ਆਇਓ। ਘੁੰਮ ਕਿਤੇ ਨਹੀਂ ਜਾਂਦਾ, ਵੈਨਕੂਵਰ ਭੱਜਿਆ ਕਿਤੇ, ਇੱਥੇ ਹੀ ਰਹਿ ਜਾਣਾ ਸਾਰਾ ਕੁਛ, ਤੇ ਤੁਸੀਂ ਵੇਖ ਆਇਓ। ਪਰ ਹੁਣ ਜਿਹੜਾ ਇਹ ਹੈ, ਇਹੋ ਜਿਹੇ ਦੁੱਖ ਦੇ ਵਿੱਚ ਹੁਣ ਪਰਿਵਾਰਾਂ ਲਈ ਬਹੁਤ ਔਖਾ, ਥੋੜਾ ਨਹੀਂ ਬਹੁਤ ਜ਼ਿਆਦਾ ਔਖਾ, ਜਿਨ੍ਹਾਂ ਦੇ ਕੋਲ ਕੱਖ ਰਿਹਾ ਨਾ। ਹੁਣ ਪਰਿਵਾਰ, ਬੱਚਾ ਇੱਕ ਪੜ੍ਹਨ ਆਇਆ ਜਿਹਦੇ ਨਾਲ ਭਵਿੱਖ ਜੁੜਿਆ, ਉਹਦੀ ਮੌਤ ਹੋ ਗਈ, ਰਿਹਾ ਕੀ ਹੈ? ਕੱਖ ਨਹੀਂ। ਨੌਜਵਾਨ ਬੱਚਾ, ਨਾ ਫਲਾਈਟਾਂ ਜਾ ਰਹੀਆਂ ਨਾ ਆ ਰਹੀਆਂ, ਤੇ ਮਾਪਿਆਂ ਦਾ ਉੱਥੇ ਬੈਠੇ ਨੇ। ਸੰਭਲੋ ਸਾਰੇ, ਤੇ ਪਲੀਜ਼ ਗੱਡੀ ਜਿਹੜੀ ਹੈ ਤੇਜ਼ ਨਾ ਚਲਾਓ, ਦੂਰ ਨਾ ਜਾਓ, ਟ੍ਰੇਨਿੰਗ ਲੈ ਲਓ। ਲਾਇਸੈਂਸ ਲੈਣ ਤੋਂ ਪਹਿਲਾਂ ਚਾਹੇ ਸਰਕਾਰ ਤੁਹਾਨੂੰ ਫ੍ਰੀ ਲਾਇਸੈਂਸ ਬਦਲ ਕੇ ਦੇ ਦਿੰਦੀ ਹੈ, ਪਰ ਫਿਰ ਵੀ ਸਿੱਖ ਲਓ ਸਵਾਲ। ਦੂਸਰੀ ਜਿਹੜੀ ਖਬਰ ਪੰਜਾਬ ਦੇ ਵਿੱਚ ਉਹ ਹੈ ਬਈ ਰਾਜਨੀਤੀ ਬਾਰੇ। ਢੀਂਡਸੇ ਉਹਨਾਂ ਨੇ ਦਲ ਆਪਣਾ ਬਣਾ ਲਿਆ, ਤੇ ਉਹਦੇ ਵਿੱਚ ਦਲ ਦੇ ਵਿੱਚ ਰਾਮੂ ਵਾਲੀਆ ਵੀ ਉਹਦੇ 'ਚ ਹੈ, ਵੀਰ ਦਵਿੰਦਰ ਉਹਦੇ 'ਚ ਹੈ, ਬੀਬੀ ਗੁਲਸ਼ਨ ਉਹਦੇ 'ਚ ਹੈ, ਤੇ ਗਰਚਾ ਭਰਾ ਦੋਨੇ ਉਹਦੇ 'ਚ ਨੇ। ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਹੁਣ ਇਹ
ਜਿਹੜਾ ਨਾ ਕਹਿ ਰਹੇ ਨੇ ਵੀ ਇਹਨਾਂ ਨੇ ਆਹ ਕਰ ਦਿੱਤਾ ਹੈ, ਆਹ ਕਰਤਾ, ਢੀਂਡਸੇ ਹੋਣੀ ਦੋਸ਼ ਲਾ ਰਹੇ ਨੇ, ਪਰ ਢੀਂਡਸੇ ਉਹਨਾਂ ਨੇ ਸਾਰੀ ਜ਼ਿੰਦਗੀ ਬਾਦਲ ਦਲ ਦੇ ਵਿੱਚ ਕੱਢੀ ਹੈ। ਜਦ ਗਲਤ ਕੰਮ ਹੋ ਰਿਹਾ ਸੀ ਉਸ ਸਮੇਂ ਜੇ ਨਿਕਲ ਕੇ ਬਾਹਰ ਆਉਂਦੇ ਨਾ ਫੇਰ ਤਾਂ ਸੀ ਮਾਣ ਬਹੁਤ ਸੀ। ਦੇਖੋ ਜੀ, ਮੈਨੂੰ ਨਹੀਂ ਇਹ ਪਸੰਦ, ਤੁਸੀਂ ਆਹ ਗਲਤ ਕਰ ਰਹੇ ਹੋ। ਜਦ ਇਜ਼ਹਾਰ ਆਲਮ ਨੂੰ ਜਗ੍ਹਾ ਦਿੱਤੀ ਅਕਾਲੀ ਦਲ ਦੇ ਵਿੱਚ, ਤੇ ਜਦ DGP ਸਮੇਤ ਸੈਣੀ ਲਾਇਆ, ਤੇ ਜਦ ਬੇਅਦਬੀ ਦੇ ਗੱਲਾਂ ਹੋਈਆਂ, ਬਹੁਤ ਕੁਛ ਹੋਇਆ ਜੀ। ਉਸ ਸਮੇਂ ਛੱਡ ਕੇ ਬਾਹਰ ਆਉਂਦੇ ਫੇਰ ਤਾਂ ਲੋਕ ਕਰਦੇ ਮਾਣ। ਹੁਣ ਕਹੀ ਜਾਣਾ, ਹੁਣ ਉਨੀ ਗੱਲ ਨਹੀਂ ਬਣ ਰਹੀ ਜਿੰਨੀ ਪਹਿਲਾਂ ਬਣ ਸਕਦੀ ਸੀ। ਹੁਣ ਗੱਲ ਕੱਚੀ ਬਣਦੀ ਹੈ। ਹੁਣ ਇਹ ਰਾਜਨੀਤੀ, ਚਲੋ ਰਾਜਨੀਤੀ ਲਈ ਸਾਰੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਚੰਗਾ ਮਾੜਾ ਤਾਂ ਲੋਕਾਂ ਨੂੰ ਪਤਾ ਜਿਨ੍ਹਾਂ ਨੇ ਵੋਟਾਂ ਪਾਉਣੀਆਂ। ਪਰ ਇੱਕ ਜਦ ਹੁਣ ਭੰਡਣ ਦੀ ਗੱਲ ਕਰਦੇ ਆ ਨਾ, ਉਹ ਭੰਡਣਾ ਸਹੀ ਨਹੀਂ ਜਦ ਤੁਸੀਂ ਵਿੱਚ ਬੈਠ ਕੇ ਕਿਸੇ ਪਾਰਟੀ 'ਚ ਰਹਿ ਕੇ ਆਏ। 1844 247 1550 10-12 ਮਿੰਟ ਹੋਣਗੇ ਜੇ ਰਾਜਨੀਤੀ ਬਾਰੇ ਗੱਲ ਕਰਨੀ ਹੋਵੇ। ਸਰ ਅਵਤਾਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਨੇ ਜੀ? ਗਿੱਲ ਸਾਹਿਬ ਬਹੁਤ ਠੀਕ ਜੀ। ਜਿੱਦਾਂ ਆਪਾਂ ਢੀਂਡਸਿਆਂ ਦੀ ਗੱਲ ਕਰਦੇ ਸੀਗੇ, ਤੇ ਮੈਂ ਜ਼ਿਆਦਾ ਨਹੀਂ, ਥੋੜਾ ਬਹੁਤ ਇਹਨਾਂ ਦੇ ਨਾਲ ਰਿਹਾ, ਤੇ ਜਿੱਦਾਂ ਤੁਸੀਂ ਗੱਲ ਕਰਦੇ ਸੀ ਨਾ ਵੀ ਆਪਾਂ ਅੰਦਰ ਰਹਿ ਕੇ ਉਹ ਪਹਿਲਾਂ ਕਿਉਂ ਨਹੀਂ ਬੋਲੇ, ਜਾਂ ਨਾ ਪਾਰਟੀਆਂ ਦੇ ਅੰਦਰ ਹਾਲਾਤ ਏਦਾਂ ਦੇ, ਤੁਸੀਂ ਜਾਣੂ ਹੋ, ਸਾਰੇ ਲੋਕ ਜਾਣੂ ਆ ਕਿ ਅੰਦਰ ਹਾਲਾਤ ਏਦਾਂ ਦੇ ਹੁੰਦੇ ਆ ਜੀ ਕਿ ਕਿਸੇ ਦੀ ਜ਼ਰੂਰਤ ਨਹੀਂ ਕਿ ਉਹਨਾਂ ਨੂੰ ਤਾਕਤ ਵਾਲਿਆਂ ਨੂੰ ਕੋਈ ਸਵਾਲ ਪੁੱਛ ਸਕੇ। ਚਾਹੁੰਦੇ ਨਾ ਚਾਹੁੰਦੇ ਵੀ ਨਹੀਂ ਪੁੱਛ ਸਕਦੇ ਤੁਸੀਂ, ਠੀਕ ਹੈ। ਤੇ ਜਦੋਂ ਕੋਈ ਜ਼ਰੂਰਤ ਕਰਦਾ ਪੁੱਛਣ ਦੀ, ਕੋਈ ਥੋੜਾ ਜਿਹਾ ਗੱਲ ਕਰਦਾ ਹੈ ਨਾ ਜੀ, ਤੇ ਉਹ ਤੁਹਾਡੀਆਂ ਪਿਛਲੀਆਂ ਇਨਕੁਆਰੀਆਂ, ਤੁਹਾਡੇ ਇਹ ਕੇਸ, ਤੁਹਾਡੇ ਉਹ ਕੋਸ, ਜਿਹੜੇ ਤੁਸੀਂ ਤੁਹਾਨੂੰ ਵੀ ਨਹੀਂ ਯਾਦ ਹੁੰਦੇ ਕਿ 10 ਸਾਲ 20 ਸਾਲ ਪਹਿਲਾਂ ਤੁਸੀਂ ਕੀ ਕੀਤਾ ਹੈ ਨਾ, ਤੇ ਉਹ ਏਦਾਂ ਦੀਆਂ ਚੀਜ਼ਾਂ ਲੱਭ ਕੇ ਲਿਆਉਂਦੇ ਨੇ ਕਿ ਬੰਦਾ ਮਜਬੂਰ ਹੋ ਜਾਂਦਾ ਵੀ ਜਿਵੇਂ ਹੈ ਏਦਾਂ ਹੀ ਠੀਕ ਆ। ਮੈਂ ਕਹਿੰਦਾ ਵੀ ਭਾਵੇਂ ਦੇਰ ਨਾਲ ਆਏ, ਭਾਵੇਂ ਕਿਸੇ ਤਰੀਕੇ ਨਾਲ ਆਏ, ਇਹਦੇ ਨਾਲ ਲੋਕਾਂ ਦਾ ਭਲਾ ਹੋਊਗਾ ਜੀ। ਕੁਛ ਨਾ ਕੁਛ ਲੋਕਾਂ ਨੂੰ ਸਮਝਣ ਨੂੰ ਮਿਲੂਗਾ ਜਿਹੜੇ ਲੋਕ ਅੰਦਰੋਂ ਨਿਕਲੇ ਨੇ। ਮੈਨੂੰ ਲੱਗਦਾ ਢੀਂਡਸਿਆਂ ਦੀ ਕੋਸ਼ਿਸ਼ ਜ਼ਿਆਦਾ ਇਸ ਚੀਜ਼ ਤੇ ਆ ਕਿ ਇਹ ਲੋਕ ਦੁਬਾਰਾ ਪਾਵਰ 'ਚ ਨਾ ਆਉਣ, ਤਾਂ ਕਿ ਏਦਾਂ ਦੇ ਹਾਲਾਤ ਨਾ ਬਣਨ ਕਿ ਉਹ ਦੁਬਾਰਾ ਕਿਸੇ ਨੂੰ ਮਜਬੂਰ ਕਰ ਸਕਣ ਕਿ ਕੋਈ ਬੋਲੇ ਹੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਬਖਸ਼ੀਸ਼ ਸਿੰਘ ਜੀ, ਲਾਈਨ ਨੰਬਰ। ਸਾਹਿਬ ਬਖਸ਼ੀਸ਼ ਸਿੰਘ ਜੀ, ਸ਼ਾਹ ਗੁਰਮੇਲ ਸਿੰਘ ਜੀ, ਨੰਬਰ 4। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਇਹ ਆਪਣਾ ਜਿਹੜੇ ਦੋਵੇਂ ਆਪਣੇ ਕੱਲ ਮੁੰਡੇ ਮਰੇ ਗਏ, ਇਹ ਕਿੱਥੇ ਕਿ ਐਕਸੀਡੈਂਟ ਹੋਇਆ? ਸਿੰਗਲ ਹਾਈ ਅਪ ਡਾਊਨ ਤੇ ਹੋਇਆ ਹੋਣਾ ਜੀ? ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿਵੇਂ ਹੋ ਗਿਆ ਜੀ। ਬਸ ਜੀ, ਪਤਾ ਤਾਂ ਇਹ ਲੱਗਿਆ ਬਾਹਰ, ਵੈਨਕੂਵਰ ਤੋਂ ਬਾਹਰ ਘੁੰਮਣ ਗਏ ਤੇ ਐਗਜ਼ੈਕਟ ਲੋਕੇਸ਼ਨ ਹਲੇ ਮੈਨੂੰ ਤਾਂ ਆਪ ਨਹੀਂ ਜੀ ਪਤਾ ਲੱਗੀ, ਪਰ ਬਾਹਰ ਸੀ ਵੈਨਕੂਵਰ। ਕੋਈ ਮੋੜ ਵਾਲੇ ਜਿਹੜਾ ਕਰਵ ਦਾ ਉਹਦੇ ਤੇ ਕੰਟਰੋਲ ਨਹੀਂ, ਗੱਡੀ ਦੂਜੇ ਪਾਸੇ ਚਲੀ ਗਈ। ਬਿਲਕੁਲ ਜੀ, ਚਲਾਈ ਇਹਨਾਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਟੂਰ ਸਾਹਿਬ, ਲਾਈਨ ਨੰਬਰ 2। ਹੈਲੋ ਜੀ। ਹਾਂਜੀ ਭਾਜੀ, ਜਿਹੜੀ ਆਪਣੇ ਸਟੂਡੈਂਟ ਦੀ ਹੈਗੀ ਆ ਲਾਇਸੈਂਸਿੰਗ ਵਾਲੀ ਗੱਲ, ਇਹ ਤਾਂ ਪਹਿਲਾਂ ਤੋਂ ਵੀ ਕਿਹਾ ਗਿਆ ਵਾ ਵੀ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਆ। ਤੁਸੀਂ ਜਿਹੜੇ PR ਆਉਂਦੇ ਆ, ਵਰਕ ਪਰਮਿਟ ਦੇ ਆਉਂਦੇ, ਉਹਨਾਂ ਨੂੰ ਗੱਡੀਆਂ ਨਹੀਂ ਚਲਾ ਦਿੰਦੇ, ਤੇ ਜਿਹੜੇ 18 ਸਾਲਾਂ ਦੇ ਆ ਰਹੇ ਉਹਨਾਂ ਨੂੰ ਕਹਿ ਰਹੇ 2-2 ਸਾਲ 3-3 ਸਾਲ ਗੱਡੀਆਂ ਚਲਾਈ ਚੱਲੋ। ਇਹ ਹੈਪਨ ਤਾਂ ਆਪੇ ਹੀ ਹੋਣੇ ਆ। ਤੇ ਬਾਕੀ ਦੂਜੀ ਗੱਡੀਆਂ ਉਹਨਾਂ ਦੀ ਮਜਬੂਰੀ ਬਣਾਤੀ ਆ ਸਰਕਾਰ ਨੇ। ਟਰਾਂਸਪੋਰਟ ਸਿਸਟਮ ਇੰਨਾ ਵਧੀਆ ਹੈ ਨਹੀਂ ਗਾ। ਜਦੋਂ ਹੁਣ ਪਹਿਲਾਂ ਅਸੀਂ ਜਿਵੇਂ ਉੱਥੇ ਸੀਗੇ, ਆਸਟ੍ਰੇਲੀਆ ਸੀਗੇ ਸਟੱਡੀ ਵੀਜ਼ੇ ਤੇ, ਅਸੀਂ ਉੱਥੇ 6 ਸਾਲ ਰਹੇ ਹਾਂ। 6 ਸਾਲ ਰਹਿ ਕੇ ਵੀ ਸਾਨੂੰ ਇੱਕ ਵੀ ਦਿਨ ਗੱਡੀ ਯੂਜ਼ ਕਰਨ ਦੀ ਨੌਬਤ ਨਹੀਂ ਆਈ। ਇੰਨਾ ਵਧੀਆ ਉਹਨਾਂ ਦਾ ਟਰਾਂਸਪੋਰਟ ਸਿਸਟਮ ਆ। ਜਿੱਥੇ ਮਰਜ਼ੀ ਚਲੇ ਜਾਓ, ਜਦੋਂ ਮਰਜ਼ੀ ਚਲੇ ਜਾਓ, ਗੱਡੀ ਦੇਖ ਕੇ। ਉੱਥੇ ਦੂਜੀ ਗੱਲ, ਕੋਈ ਫਾਈਨੈਂਸ ਦੇ ਡਰ ਦਾ ਕੋਈ ਲੈਂਦਾ ਹੀ ਨਹੀਂ ਸੀ। ਇੱਥੇ ਫਿਰ ਆਪਣੇ ਲੋਕ ਹੈਗੇ ਆ, ਚਲੋ ਥੋੜੀ ਬਹੁਤੀ ਉਹ ਵੀ ਹੈਲਪ ਹੋ ਜਾਂਦੀ ਆ। 6 ਸਾਲਾਂ ਦੇ ਵਿੱਚ ਕਹਿੰਦੇ ਜੇ ਇੱਕ ਵੀ ਦਿਨ ਕਿਸੇ ਵੀ ਸਟੂਡੈਂਟ ਨੇ ਉੱਥੇ ਗੱਡੀ ਚਲਾਈ ਹੋਵੇ, ਜਿਹੜੇ ਉਹ ਟਾਈਮ ਸਾਡੇ ਨਾਲ ਗਏ ਸੀਗੇ, ਉੱਥੇ ਵੀ ਪਰਮਿਸ਼ਨ ਸੀਗੀ ਗੱਡੀ ਚਲਾਉਣ ਦੀ, ਇੰਡੀਅਨ ਲਾਇਸੈਂਸ ਤੇ ਸਾਰਾ ਕੁਝ ਸੀਗਾ। ਬਸ ਇਹੀ ਆ ਵੀ ਸਰਕਾਰ ਦੀਆਂ ਨੀਤੀਆਂ ਦੇ ਹੀ ਆ। ਜੇ ਉਹ ਅਲਾਉਡ ਕਰੋਗੇ ਤਾਂ ਹੈਪਨ ਏਦਾਂ ਹੁੰਦੇ ਰਹਿਣਗੇ। ਹਲੇ ਵੀ ਟਾਈਮ ਹੈਗਾ ਕਿ ਰੋਕ ਦੇਣਗੇ ਤਾਂ ਵਧੀਆ ਰਹੂਗਾ ਜੀ। ਥੈਂਕ ਯੂ ਜੀ। ਧੰਨਵਾਦ ਜੀ। ਜਸਵੀਰ ਸਿੰਘ, ਲਾਈਨ ਨੰਬਰ 4।
ਧੰਨਵਾਦ ਸਰਦਾਰ ਜੀ, ਲੌਂਗ ਟਾਈਮ ਤੋਂ ਬਾਅਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਮਿਹਰਬਾਨੀ ਸਮਾਂ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਜਿਹੜਾ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਮੈਂ 2-3 ਪੁਆਇੰਟ ਸਾਂਝੇ ਕਰਨੇ ਆ, ਮੇਰਾ ਖਿਆਲ ਬੱਚੇ ਸੁਣਦੇ ਹੋਣੇ ਆ ਕਿਉਂਕਿ ਮੈਂ ਸੜਕ ਤੇ ਰਹਿਣਾ, ਗੱਡੀ ਚਲਾਉਣਾ। ਇੱਕ ਤਾਂ ਜਦੋਂ ਅਸੀਂ ਉੱਥੋਂ ਆਉਂਦੇ ਆ, ਉੱਥੇ ਜਿਹੜੀ ਟ੍ਰੇਨਿੰਗ ਹੈ ਉਹ ਟ੍ਰੇਨਿੰਗ ਨਹੀਂ ਹੁੰਦੀ। ਬਹੁਤਾਤ ਵਿੱਚ ਅਸੀਂ ਟ੍ਰੇਨਿੰਗ ਪੈਸੇ ਨਾਲ ਤੇ ਲਾਇਸੈਂਸ ਵੀ ਜਿਹੜਾ ਉਹ ਮਿਲਵਰਤਨ ਨਾਲ ਹਾਸਲ ਕਰਦੇ ਆ, ਤੇ ਗੱਡੀ ਜਿਹੜੀ ਸਿੱਖਦੇ ਆ ਉਹ ਆਪਣੀ ਮੁਤਾਬਕ ਸਿੱਖਦੇ ਆ ਜਿਵੇਂ ਸਾਨੂੰ ਚੰਗੀ ਲੱਗਦੀ ਹੈ, ਕਿਉਂਕਿ ਉੱਥੇ ਰੂਲ ਰੈਗੂਲੇਸ਼ਨ ਨਹੀਂ ਹੈਗੇ। ਇਹ ਚੀਜ਼ਾਂ ਸਾਡੇ ਫਿਰ ਦਿਮਾਗ 'ਚ ਵੜ ਜਾਂਦੀਆਂ। ਇਹੀ ਹਿਸਾਬ ਇੱਥੇ ਟਰੱਕਾਂ ਦੇ ਵਿੱਚ ਜਿਹੜੇ ਬੱਚੇ ਚਲਾ ਰਹੇ ਨੇ, ਮੈਂ ਕਈਆਂ ਨਾਲ ਖੜ ਕੇ ਆਪਣੇ ਆਪ ਹੀ ਕੋਸ਼ਿਸ਼ ਕਰਦਾ ਗੱਲ ਕਰਨ ਦੀ, ਔਰ ਉਹਨਾਂ ਨੂੰ ਬੇਸਿਕਲੀ ਇਹ ਚੀਜ਼ ਦਾ ਓਪਰਾ ਗਿਆਨ ਹੈਗਾ। ਓਪਰਾ ਮਤਲਬ ਬਾਹਰੋਂ, ਪਰ ਅਸਲੀਅਤ ਵਿੱਚ ਕਿਵੇਂ ਇਹਦਾ ਵਰਤਾਰਾ ਹੁੰਦਾ ਉਹਦਾ ਗਿਆਨ ਨਹੀਂ, ਤੇ ਉਹ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਚਲੋ ਜੇ ਉਹਨਾਂ ਦੀ ਉਮਰ ਮੁਤਾਬਕ ਇਹ ਗੱਲ ਹੈਗੀ ਤਾਂ ਮੇਰਾ ਖਿਆਲ ਆ ਵੀ ਇਹ ਤੋਂ ਬਾਅਦ ਜ਼ਿੰਮੇਵਾਰੀ ਆਉਂਦੀ ਹੈ ਮਾਂ-ਬਾਪ ਦੀ। ਜਿਹੜੇ ਮਾਂ-ਬਾਪ ਬੱਚਿਆਂ ਨੂੰ ਪੈਸੇ ਦੇ ਕੇ ਕਾਰ ਲੈਂਦੇ ਨੇ, ਇਹ ਮੇਰਾ ਖਿਆਲ ਉਹਨਾਂ ਨੂੰ ਮਹਿਸੂਸ ਕਰ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਇਸ ਚੀਜ਼ ਬਾਰੇ ਚੰਗੀ ਤਰ੍ਹਾਂ ਸੁਚੇਤ ਨਹੀਂ ਕਰਦੇ ਕਿ ਉਹ ਇਸ ਨੂੰ ਸਿੱਖਣ ਦੀ ਪੂਰੀ ਮੁਹਾਰਤ ਲਵੇ, ਤਾਂ ਇਹ ਚਾਂਸਸ ਦੇ ਹੋਣ ਦੇ ਬਹੁਤੇ ਜ਼ਿਆਦਾ ਹੈਗੇ ਨੇ ਟਾਈਮ ਕਿ ਇਦਾਂ ਦੇ ਹਾਦਸੇ ਹੋਣਗੇ। ਹੁਣ ਇਹ ਮਾਂ-ਬਾਪ ਨੂੰ ਸੋਚਣ ਦੀ ਲੋੜ ਆ ਕਿ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਦਿੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਕਿੰਨੀ ਕੁ ਨਿਭਾ ਰਹੇ ਨੇ। ਮੈਨੂੰ ਲੱਗਦਾ ਮਾਂ-ਬਾਪ ਦੀ ਬਹੁਤ ਵੱਡੀ ਕੁਤਾਹੀ ਹੈ। ਪੈਸੇ ਦੇ ਦੇਣਾ ਹੀ ਬੱਚਿਆਂ ਦਾ ਪਿਆਰ ਨਹੀਂ, ਪੈਸੇ ਨੂੰ ਵਰਤਣਾ ਔਰ ਸੱਜੇ ਤਰੀਕੇ ਨਾਲ ਵਰਤਣ ਦੀ ਯੋਗਤਾ ਕ੍ਰੀਏਟ ਕਰਨੀ ਮਾਂ-ਬਾਪ ਦੀ ਜ਼ਿੰਮੇਵਾਰੀ ਹੈ। ਤੀਸਰੀ, ਜਿਹੜੀ ਸਾਡੇ ਜੇ ਕੋਈ ਭਾਈਚਾਰੇ ਵਾਲੇ ਅਸੀਂ ਇਹਨਾਂ ਦੀ ਫਾਈਨੈਂਸ਼ਲੀ ਮਦਦ ਕਰਦੇ ਹਾਂ, ਉਹਨਾਂ ਨੂੰ ਵੀ ਇਹ ਚੀਜ਼ ਮਹਿਸੂਸ ਕਰਨੀ ਚਾਹੀਦੀ ਹੈ ਕਿ ਪੈਸਾ ਤਾਂ ਅਸੀਂ ਬਣਾਉਂਦੇ ਹਾਂ, ਪਰ ਉਹਦੇ ਨਾਲ ਕਿਸੇ ਜ਼ਿੰਦਗੀ ਨੂੰ ਤਬਾਹ ਕਰਕੇ ਪੈਸਾ ਬਣਾਉਣ ਦੇ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਨਹੀਂ ਆ ਸਕਦੀ। ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਇਹ ਵੀ ਸੁਚੇਤ ਕਰੋ ਕਿ ਇਹਦੇ ਨਾਲ ਜ਼ਿੰਦਗੀ ਦੇ ਚਾਂਸਸ ਵਧੀਆ ਤੇ ਮਾੜੇ ਕਿੰਨੇ ਕੁ ਨੇ। ਇਹ ਕੁਝ ਕੁ ਮੇਰਾ ਖਿਆਲ ਨੁਕਤੇ ਜੇ ਅਸੀਂ ਅਪਣਾਈਏ, ਜਾਂ ਜਿਹੜੇ ਵੀ ਬੰਦਿਆਂ ਨਾਲ, ਸੂਝਵਾਨ ਬੰਦਿਆਂ ਨਾਲ ਜਾਂ ਬੀਬੀਆਂ ਨਾਲ ਇਦਾਂ ਦੇ ਬੱਚੇ ਜਾਂ ਬੱਚੀਆਂ ਗੱਲ ਕਰਦੇ ਨੇ, ਮੇਰਾ ਖਿਆਲ ਇਹ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ, ਅਸੀਂ ਕਰਦੇ ਨਹੀਂ ਹੈਗੇ। ਉਹ ਮੈਨੂੰ ਲੱਗਦਾ ਇਹ ਕੁਝ ਨੁਕਤੇ ਨੇ, ਜੇ ਇਹਨਾਂ ਨੂੰ ਅਸੀਂ ਦੇਖੀਏ ਤਾਂ ਕੁਝ ਫਾਇਦਾ ਹੋ ਸਕਦਾ ਹੈ। ਬਾਕੀ ਵਧੀਆ ਫਾਇਦਾ ਤਾਂ ਹੋਊਗਾ ਜਦੋਂ ਇੱਥੋਂ ਦਾ ਕਾਨੂੰਨ ਉੱਥੋਂ ਦੇ ਲਾਇਸੈਂਸ ਦੀ ਮਿਆਦ ਨੂੰ ਘਟਾ ਕੇ 20-25 ਦਿਨ ਕਰਕੇ ਤੁਹਾਨੂੰ ਕਹੋ ਵੀ ਤੁਸੀਂ ਟੈਸਟ ਦਿਓ, ਤੇ ਟੈਸਟ ਵਿੱਚੋਂ ਪਾਸ ਹੁੰਦੇ ਹੋ ਤਾਂ ਤੁਹਾਨੂੰ ਗਾਹਾਂ ਰਿਕਮੈਂਡੇਸ਼ਨ ਮਿਲ ਸਕਦੀ। ਪਰ ਇਹ ਹੁਣ ਸਰਕਾਰਾਂ ਦੇ ਉੱਤੇ ਆ ਜਾਂ ਕੌਮ ਦੇ ਬੰਦਿਆਂ ਦੀ ਜਾਂ ਜਥੇਬੰਦੀਆਂ ਦੀ ਲੌਬੀ ਦੇ ਉੱਤੇ ਆ। ਹੋਊ ਨਹੀਂ ਹੋਊ ਪਤਾ ਨਹੀਂ, ਪਰ ਜਲਦੀ ਤੌਰ ਦੇ ਉੱਤੇ ਸਿਰਫ ਤੇ ਸਿਰਫ ਅਵੇਅਰਨੈਸ ਦਾ ਵੱਡਾ ਕਾਰਨ ਹੈ। ਧੰਨਵਾਦ ਸਰਦਾਰ ਜੀ। ਬਹੁਤ ਦੁੱਖ ਹੁੰਦਾ ਜਦੋਂ ਯੰਗ ਬੱਚਾ ਜਾਂ ਬੱਚੀ ਆਪਣੇ ਜੀਵਨ ਤੋਂ ਹੱਥ ਧੋ ਲੈਂਦੀ ਹੈ, ਚਾਹੇ ਉਹ ਅਣਜਾਣ ਨੇ ਜਾਂ ਜਾਣਦੇ ਨੇ, ਪਰ ਹਨ ਤੇ ਉਹ ਜਿਉਣ ਦੇ ਹੱਕਦਾਰ। ਮਿਹਰਬਾਨੀ ਤੁਹਾਡੀ। ਧੰਨਵਾਦ ਜੀ, ਬਹੁਤ ਬਹੁਤ। ਬਿਲਕੁਲ ਇਹ ਠੀਕ ਹੈ। ਜਿਹੜੀ ਗੱਲ ਤੂਰ ਹੋਣੀ ਦੱਸ ਕੇ ਗਏ ਸੀ ਵੀ ਆਸਟ੍ਰੇਲੀਆ 6 ਸਾਲ, ਬਾਈ ਮਨਜਿੰਦਰ ਹੋਣੀ ਗੋਲਡ ਕੋਸਟ ਤੇ ਰਹਿੰਦੇ ਆ, ਉਹ ਕਹਿੰਦੇ ਬਿਲਕੁਲ ਸਹੀ ਗੱਲ ਹੈ। ਇੰਨਾ ਵਧੀਆ ਸਿਸਟਮ ਹੈ, ਕਾਰ ਦੀ ਸੋਚਣ ਨੂੰ ਜੀ ਨਹੀਂ ਕਰਦਾ। ਪੰਜਾਬੀਆਂ ਦਾ ਆਸਟ੍ਰੇਲੀਆ ਹੀ ਹੈ। ਫਿਰ ਇਹ ਫਰਕ ਹੈ ਬਹੁਤ। ਇੱਧਰ ਸੰਘੇ ਹੋਣੀ ਐਲਨਸਬਰਗ ਵਾਲੇ ਔਖੇ ਨੇ, ਉਹ ਕਹਿੰਦੇ ਕਾਹਦਾ ਯਾਰ ਬਾਰਡਰ ਬੰਦ ਹੋ ਗਿਆ, ਅਸੀਂ ਤਾਂ ਸਮੋਸਿਆਂ ਨੂੰ ਤਰਸੇ ਪਏ ਅਮਰੀਕਾ ਵਾਲੇ। ਮੈਂ ਤੁਸੀਂ ਸਮੋਸਿਆਂ ਨੂੰ ਤਰਸਦੇ ਆ, ਇੱਧਰ ਅਸੀਂ ਭੂਆ ਨੂੰ ਤਰਸੇ ਪਏ ਆ, ਦੁੱਧ ਦੀਆਂ ਗੈਲਣਾਂ ਲੈ ਕੇ ਆਉਣੀਆਂ ਸੀ। ਸਾਰੇ ਹੀ ਔਖੇ ਹੈ। ਇਸ਼ੂ ਕਮਿਊਨਿਟੀ ਦੇ ਬਹੁਤ ਨੇ, ਪਰ ਇੱਕ ਕਰਕੇ ਆਪਾਂ ਕੋਸ਼ਿਸ਼ ਕਰੀਏ। ਰੈਜ਼ੀਡੈਂਟ ਕੇਅਰ ਅਟੈਂਡੈਂਟਸ ਦੇ ਜਿਹੜੇ ਹੋਮ ਸਪੋਰਟ ਵਰਕਰ ਸੀ ਸਾਡੇ, ਉਹ ਗੱਲ ਆਪਣੇ ਕੋਲ ਪਹੁੰਚੀ, ਆਪਾਂ ਉਹਦੀ ਗੱਲ ਤੋਰੀ ਤਾਂ ਉਹਦੇ ਵਿੱਚ ਇਸਨੇ ਮਤਲਬ ਬਹੁਤ ਵਧੀਆ ਲੱਗਿਆ। ਐਟਲੀਸਟ ਉਸੇ ਸਮੇਂ ਫਰੇਜ਼ਰ ਹੈਲਥ ਅਥਾਰਟੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ, ਦੱਸੋ ਕੀ ਇਸ਼ੂ ਹੈ। ਉਹਨਾਂ ਨੂੰ ਲਿਖ ਦਿੱਤਾ ਡੀਟੇਲ 'ਚ, ਜਿੰਨੇ ਵੀ ਪੁਆਇੰਟਸ ਆਏ ਭੇਜ ਦਿੱਤੇ ਆ। ਹੁਣ ਵੇਖਦੇ ਆ, ਪਰ ਛੇਤੀ ਉਸ ਦਾ ਇਫੈਕਟ ਜਿਹੜਾ ਕੰਮ, ਚਲੋ ਔਖੇ ਸੌਖੇ ਜਿਵੇਂ ਮਰਜ਼ੀ ਹੋਣ, ਕਈ ਵਾਰ ਅਵੇਲੇਬਿਲਿਟੀ ਤੇ ਦਸਤਖਤ ਕੀਤੇ ਨੇ, ਵੱਧ ਅਵੇਲੇਬਿਲਿਟੀ ਹੋਵੇ, ਪਰ ਉਹਦੇ ਨਾਲ ਲਿਖਣ ਤੋਂ ਬਾਅਦ ਕੁਝ ਨਾ ਕੁਝ ਇੱਕ ਇਨਸਾਨ ਹੈ ਅੱਗੇ ਜਿਹੜਾ ਪਰਿਵਾਰ ਪਾਲਦਾ ਤੇ ਮੂਹਰੇ ਕੰਮ ਦੇਣ ਵਾਲਾ ਅਫਸਰ, ਉਹਨੂੰ ਵੀ ਪਤਾ ਹੋਣਾ ਚਾਹੀਦਾ ਵੀ 10-11 ਘੰਟੇ 'ਚ ਅਸੀਂ ਕਿੰਨੇ ਘੰਟੇ ਕੰਮ ਦੇ ਰਹੇ। ਬਾਕੀ ਜਿਹੜੀ ਬਦਮਗਜ਼ੀ ਹੈ, ਗਲਤ ਬੋਲਣਾ, ਉਹਦਾ ਮਤਲਬ ਇਹ ਕੋਈ ਨਹੀਂ। ਉਹਦੀ ਕੋਈ ਜਗ੍ਹਾ ਨਹੀਂ ਹੈ ਕਿਤੇ ਵੀ। ਕੋਈ ਨਹੀਂ ਬੋਲ ਸਕਦਾ, ਕਿਸੇ ਨੂੰ ਨਹੀਂ ਬੋਲ ਸਕਦਾ।
ਇਹ ਤਾਂ ਹੋ ਹੀ ਨਹੀਂ ਸਕਦਾ ਬਿਲਕੁਲ, ਉਹ ਤਾਂ ਜ਼ੀਰੋ ਟੋਲਰੈਂਸ ਹੈ। ਹਾਂ, ਜੇ ਕੋਈ ਯੂਨੀਅਨ ਨੂੰ ਬੋਲਦਾ ਉਹਨੂੰ ਜਾਣ ਕੇ ਤੰਗ ਤੁੰਗ ਕਰਕੇ ਉਹ ਵੀ ਪਤਾ ਲੱਗਿਆ ਕਿ ਫਿਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਵੀ ਇੱਧਰ ਨੂੰ ਚੱਲ ਉੱਧਰ ਨੂੰ ਚੱਲ, ਆਹ ਕਰ ਉਹ ਜਾਣ ਕੇ ਕੀਤਾ ਜਾਂਦਾ। ਪਰ ਇਹਦਾ ਇਹ ਕੋਈ ਇਸ਼ੂ ਨਹੀਂ ਹੈ, ਪਰ ਵੀ ਆਪਣੇ ਆਪ ਨੂੰ ਨੀਵੇਂ ਹੋ ਕੇ ਰੱਖਣਾ, ਕਾਇਮ ਹੋ ਕੇ ਜਦ ਕੋਈ ਵੀ ਤੁਸੀਂ ਛੇੜਦੇ ਹੋ ਕਹਾਣੀ ਤਾਂ ਉਹਦੇ ਤੇ ਫਿਰ ਪਹਿਰਾ ਦੇਣਾ ਪੈਂਦਾ, ਤਾਂ ਗੱਲ ਸਿਰੇ ਲੱਗਦੀ ਹੈ। ਔਰ ਹਰ ਰੋਜ਼ ਇਹੋ ਜਿਹੇ ਇਸ਼ੂ ਆਪਾਂ ਆਪਣੀ ਲੋਕ ਸੱਤਾ ਦੇ ਵਿੱਚ ਵਿਚਾਰਦੇ ਹਾਂ। ਇਹਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਮਾਣ ਦੇ ਨਾਲ ਰੱਖੀ, ਅਸੀਂ ਮਾਣ ਦੇ ਨਾਲ ਰਹੀਏ। ਅਸੀਂ ਟੈਕਸ ਪੇਅਰ ਹਾਂ, ਅਸੀਂ ਸਤਿਕਾਰਤ ਹਾਂ। ਅਸੀਂ ਇਸ ਦੇਸ਼ ਦੇ ਵਿੱਚ ਆ ਕੇ 100 ਵਰ੍ਹਿਆਂ ਤੋਂ ਵੱਧ ਦਾ ਸਮਾਂ ਹੋ ਗਿਆ, ਸਾਡੇ ਪੁਰਖਿਆਂ ਨੇ ਬਹੁਤ ਕੰਮ ਕੀਤਾ। ਦੁਨੀਆ ਦੇ ਵਿੱਚ ਖਾਲਸਾ ਏਡ ਵਰਗੀ ਜਥੇਬੰਦੀ ਸਿੱਖਾਂ ਦਾ ਨਾਂ ਜਿਹੜਾ ਸਤਿਕਾਰ, ਜਿਹੜਾ ਮਾਣ ਪੈਦਾ ਕਰ ਰਹੀ। ਸੋ ਇਹ ਇਸ਼ੂ ਰਹਿਣਗੇ, ਪਰ ਪਹਿਰਾ ਜ਼ਰੂਰ ਦੇਣ ਦਾ ਮੀਡੀਆ ਦਾ ਗੱਲ ਹੈ। ਅਸੀਂ ਗੱਲ ਬਾਹਰ ਲੈ ਕੇ ਆਉਣੀ ਤਾਂ ਤੁਸੀਂ ਪਰ ਨਾਲ ਰਹਿਣਾ, ਇਹ ਬਹੁਤ ਜ਼ਰੂਰੀ ਹੈ। ਕੱਲ ਨੂੰ 11 ਵਜੇ ਫਿਰ ਮੁੜਦੇ ਹਾਂ। ਚੜ੍ਹਦੀ ਕਲਾ।